ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਕਿਹੜਾ ਸਕੂਰੋ ਕਹਾਣੀਆਂ ਹੜ ਲੋਕਤਾ ਦਾ ਓ ਬਈ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ ਹੁਣ ਚੱਲਣਾ ਨੀ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ ਬਣ ਕੇ ਬੱਦਲ ਅਸੀਂ ਧਰਤੀ ਤੇ ਵਸਣਾ ਏ ਤੋਆਂਗੇ ਗੁਬਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ 20ਵੀਂ ਸਦੀ ਦੇ ਰੌਣ ਦੇ ਸਿਰ ਵੱਢਣੇ ਨੇ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ तमाम श्रोतियां दा स्वागत है प्रोग्राम रेडियो इनकलाब विच दोस्तों अज दिन सोमवार 28 सितंबर 2020 वाले दिन मैं यानी अनु और मेरे नाल भारती जी असी दोवें ही प्रोग्राम रेडियो इनकलाब लेके तुहाडे लई स्टूडियो प्लैनेट 104.6 FM ਦੇ ਸਟੂਡੀਓਜ਼ ਵਿੱਚ ਹਾਜ਼ਰ ਹਾਂ तो ਅੱਜ ਦਾ ਪ੍ਰੋਗਰਾਮ ਜਿਹੜਾ ਹੈ ਹਮੇਸ਼ਾ ਦੀ ਤਰ੍ਹਾਂ ਠੀਕ 6:30 ਵਜੇ ਤੱਕ ਚੱਲੇਗਾ ਔਰ ਤੁਸੀਂ ਸਾਡਾ ਹਰ ਸੋਮਵਾਰ ਸਾਥ ਦਿੰਦੇ ਹੋ 104.6 FM ਦੀਆਂ ਤਰੰਗਾਂ ਤੋਂ ਅਗਰ ਤੁਸੀਂ ਆਕਲੈਂਡ ਵਿੱਚ ਰਹਿੰਦੇ ਹੋ ਜਿਹੜੇ ਸਾਡੇ ਸਰੋਤੇ ਆਕਲੈਂਡ ਤੋਂ ਬਾਹਰ ਰਹਿੰਦੇ ਨੇ ਉਹ ਸਾਨੂੰ ਆਨਲਾਈਨ ਸੁਣ ਸਕਦੇ ਨੇ ਪਲੈਨਟ ਆਡੀਓ ਦੀ ਵੈਬਸਾਈਟ ਤੋਂ ਰੇਡੀਓ ਇਨਕਲਾਬ ਦਾ ਪ੍ਰੋਗਰਾਮ ਤੁਸੀਂ ਬੜੀ ਆਸਾਨੀ ਨਾਲ ਲੱਭ ਸਕਦੇ ਹੋ ਔਰ ਜਿਹੜੇ ਸਾਡੇ ਪਿਛਲੇ ਪ੍ਰੋਗਰਾਮ ਨੇ ਉਹ ਅਸੀਂ ਤੁਹਾਡੇ ਵਾਸਤੇ YouTube ਤੇ ਅਪਲੋਡ ਕਰ ਦਿੰਦੇ ਹਾਂ तो रेडियो इनकलाब नाम ਦਾ YouTube ਚੈਨਲ ਹੈ ਔਰ Facebook ਪੇਜ ਵੀ ਹੈ ਇਸੇ ਨਾਮ ਤੋਂ तो ਉੱਥੇ ਤੁਸੀਂ ਸਾਡੇ ਬੀਤੇ ਪ੍ਰੋਗਰਾਮ ਜਿਹੜੇ ਨੇ ਉਹ ਸੁਣ ਸਕਦੇ ਹੋ ਦੇਖ ਸਕਦੇ ਹੋ तो ਅੱਜ ਦੇ ਪ੍ਰੋਗਰਾਮ ਵਿੱਚ ਜਿਹੜਾ ਵਿਸ਼ਾ ਅਸੀਂ ਪਿਛਲੇ 2 ਮਹੀਨਿਆਂ ਤੋਂ ਕਵਰ ਕਰਦੇ ਆ ਰਹੇ ਹਾਂ ਵੈਸੇ ਤਾਂ ਕਿਸਾਨੀ ਦਾ ਜਿਹੜਾ ਮਸਲਾ ਹੈ ਕ੍ਰਾਈਸਿਸ ਹੈ ਜਿਹੜਾ ਕਿਸਾਨੀ ਦਾ ਉਹਨੂੰ ਅਸੀਂ ਮੈਂ ਕਹਿ ਸਕਦੀ ਹਾਂ ਕਿ ਪਿਛਲੇ 10 ਸਾਲਾਂ ਤੋਂ ਹੀ ਕਵਰ ਕਰ ਰਹੇ ਹਾਂ ਜਦੋਂ ਤੋਂ ਅਸੀਂ ਇਸ ਕਾਬਿਲ ਹੋਏ ਹਾਂ ਕਿ ਅਸੀਂ ਤੁਹਾਡੇ ਸਨਮੁਖ ਹੋ ਸਕੀਏ ਇੱਕ ਰੇਡੀਓ ਪ੍ਰੋਗਰਾਮ ਲੈ ਕੇ तो ਸ਼ੁਰੂ ਤੋਂ ਹੀ ਅਸੀਂ ਹਮੇਸ਼ਾ ਜਿਹੜਾ ਕਿਸਾਨੀ ਦਾ ਕ੍ਰਾਈਸਿਸ ਹੈ ਉਹਦੇ ਤੇ ਗੱਲਬਾਤ ਕੀਤੀ ਹੈ ਪਰ ਜਿਹੜਾ ਹੁਣ
ਹੁਣ ਇਸ ਵਕਤ ਸੰਘਰਸ਼ ਚੱਲ ਰਿਹਾ ਉਹਦੇ ਵਾਸਤੇ ਅਸੀਂ ਖਾਸ ਤੌਰ ਤੇ ਪਿਛਲੇ 2 ਮਹੀਨਿਆਂ ਤੋਂ ਆਲਮੋਸਟ ਹਰ ਇੱਕ ਹਫਤੇ ਹੀ ਕਿਸੇ ਨਾ ਕਿਸੇ ਐਕਟਿਵਿਸਟ ਨੂੰ ਤੁਹਾਡੀ ਨਜ਼ਰ ਕਰਦੇ ਆ, ਤੁਹਾਡੇ ਰੂਬਰੂ ਕਰਦੇ ਆ। ਉਹਦੇ ਵਿੱਚ ਅਸੀਂ ਚਾਹੇ ਉਹ ਸਾਡੇ ਬੁੱਧੀਜੀਵੀ ਐਕਟਿਵਿਸਟ ਹੋਣ ਜਾਂ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਾਂ ਨੌਜਵਾਨ ਜਥੇਬੰਦੀਆਂ ਦੇ ਆਗੂ ਨੇ ਉਹ ਹੋਣ, ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਸੰਘਰਸ਼ੀਲ ਸਾਥੀ, ਜੁਝਾਰੂ ਸਾਥੀ ਜਿਹੜੇ ਜ਼ਮੀਨੀ ਪੱਧਰ ਤੇ ਐਕਚੁਅਲੀ ਕੰਮ ਕਰ ਰਹੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ, ਤੁਹਾਡੀ ਸਾਂਝ ਪਵਾਈ ਜਾਵੇ। ਤੋ ਇਸੇ ਹੀ ਵਿਸ਼ੇ ਤੇ ਸਾਡੇ ਨਾਲ ਅੱਜ ਇੱਕ ਸਾਡੇ ਬੁਲਾਰੇ ਹੋ ਜਾਣਗੇ, ਮਹਿਮਾਨ ਹੋ ਜਾਣਗੇ ਸਾਡੇ ਸਾਥੀ ਝੰਡਾ ਸਿੰਘ ਜੇਠੂਕੇ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ। ਉਹਨਾਂ ਨਾਲ ਅਸੀਂ ਜਲਦ ਹੀ ਰਾਬਤਾ ਕਾਇਮ ਕਰਾਂਗੇ। ਤੋ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ 25 ਸਪਟੈਂਬਰ ਨੂੰ ਪੰਜਾਬ ਬੰਦ, ਬਲਕਿ ਸਿਰਫ ਪੰਜਾਬ ਬੰਦ ਨਹੀਂ, ਹੋਰ ਵੀ ਕਾਫੀ ਸਾਰੇ ਖਿੱਤਿਆਂ ਵਿੱਚ, ਸਟੇਟਸ ਵਿੱਚ ਜਿਹੜਾ ਹੈ ਸੜਕਾਂ ਤੇ ਉਤਰੇ ਨੇ ਕਿਸਾਨ, ਔਰ ਆਮ ਜਨ ਸਧਾਰਨ ਜਿਹੜਾ ਉਹਨਾਂ ਨੇ ਵੀ ਸਪੋਰਟ ਕੀਤੀ ਹੈ ਕਿਸਾਨਾਂ ਦੀ। ਔਰ ਬਹੁਤ ਸਾਰੇ ਜਿਹੜੇ ਸਾਡੇ ਹੋਰ ਇਦਾਰੇ ਨੇ, ਛੋਟੇ ਜਿਹੜੇ ਵਪਾਰਾਂ ਵਾਲੇ ਨੇ, ਉਹਨਾਂ ਨੇ ਵੀ ਸਮਰਥਨ ਕੀਤਾ। ਤੋ ਬਹੁਤ ਹੀ ਜਗ੍ਹਾ ਤੇ, ਬਹੁਤ ਹੀ ਥਾਵਾਂ ਤੇ ਜਿਹੜੇ ਹੈ ਸਾਰਾ ਕੁਝ ਬੰਦ ਰਿਹਾ ਹੈ। ਔਰ ਕਿਉਂਕਿ ਜਿਹੜੇ 3 ਆਰਡੀਨੈਂਸਾਂ ਦੇ ਰਾਹੀਂ ਜਿਹੜੇ ਆਰਡੀਨੈਂਸ ਪਾਸ ਕਰ ਦਿੱਤੇ ਗਏ ਨੇ, ਬਿੱਲ ਪਾਸ ਹੋ ਗਏ ਨੇ ਰਾਜ ਸਭਾ 'ਚ। ਤੋ ਜਿਹੜੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਿਹੜੇ ਪਾਸ ਕਰਨ ਦੀਆਂ ਕੋਸ਼ਿਸ਼ਾਂ ਨੇ, ਉਹਦੇ ਖਿਲਾਫ ਇਹ ਜਿਹੜਾ ਸੰਘਰਸ਼ ਹੈ ਉਹਦੇ ਵਿੱਚੋਂ ਇਹ ਸਾਡੇ ਸੀਨੀਅਰ ਸਾਥੀ ਨੇ, ਸਾਥੀ ਝੰਡਾ ਸਿੰਘ ਜੇਠੂਕੇ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ। ਔਰ ਉਹਨਾਂ ਦੀ ਗੱਲਬਾਤ ਤੋਂ ਬਾਅਦ ਜਿਹੜਾ ਸਮਾਂ ਬਚੇਗਾ ਉਹਦੇ ਵਿੱਚ ਇੱਕ ਅਸੀਂ ਓਵਰਆਲ ਸਾਡੀ ਡਿਸਕਸ਼ਨ ਹੋਏਗੀ ਕਿ ਇਸ ਵਕਤ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਘੁਸਪੈਠ ਹੋ ਰਹੀ ਹੈ, ਔਰ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਵਰਤ ਕੇ ਹੋਰ ਜਿਹੜੀਆਂ ਜਨਰਲੀ ਸਿਆਸੀ ਪਾਰਟੀਆਂ ਹੀ ਨੇ ਜਿਹੜੀਆਂ ਇਸ ਚੀਜ਼ ਤੋਂ ਫਾਇਦਾ ਲੈਣਾ ਚਾਹੁੰਦੀਆਂ ਨੇ, ਔਰ ਕਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਵਰਤੇ ਜਾ ਰਹੇ ਨੇ, ਔਰ ਉਹਨਾਂ ਨੂੰ ਖੁਦ ਵੀ ਸ਼ਾਇਦ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ। ਤੋ ਨਾਲ ਹੀ ਨਾਲ ਆਪਾਂ ਅੱਜ ਦਾ ਜਿਹੜਾ ਦਿਨ ਹੈ 28 ਸਪਟੈਂਬਰ 1907, 28 ਸਪਟੈਂਬਰ ਵਾਲੇ ਦਿਨ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਨਮ ਹੋਇਆ ਸੀ। ਤੋ ਇਸ ਵਕਤ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਭਗਤ ਸਿੰਘ ਦਾ ਕੀ ਪ੍ਰਸੰਗ ਹੈ ਉਹਦੇ ਤੇ ਅਸੀਂ ਗੱਲਬਾਤ ਕਰਾਂਗੇ। ਔਰ ਆਖਿਰ ਵਿੱਚ ਜਿੰਨਾ ਕੁ ਸਮਾਂ ਬਚੇਗਾ ਉਹ ਇੱਥੋਂ ਦੇ ਜਿਹੜੇ ਮੁੱਦੇ, ਖਾਸ ਤੌਰ ਤੇ ਜਿਹੜੇ ਸਾਡੇ ਪ੍ਰਵਾਸੀ ਨੇ, ਮਾਈਗਰੈਂਟਸ ਨੇ, ਉਹਨਾਂ ਦੀਆਂ ਸਮੱਸਿਆਵਾਂ, ਔਰ ਅਸੀਂ ਕੀ ਸੋਚਦੇ ਹਾਂ ਕਿ ਅੱਗੇ ਕਿਸ ਰੁਖ ਉਹ ਗੱਲਬਾਤ ਜਾਣੀ ਚਾਹੀਦੀ ਹੈ। ਤੋ ਦੋਸਤੋ, ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ। ਇੱਕ ਗੀਤ ਦੇ ਦੌਰਾਨ ਅਸੀਂ ਸਾਥੀ ਝੰਡਾ ਸਿੰਘ ਜੇਠੂਕੇ ਹੋਰਾਂ ਨਾਲ ਰਾਬਤਾ ਕਰਾਂਗੇ। ਤੋ ਜਲਦੀ ਤੁਹਾਡੇ ਨਾਲ ਦੁਬਾਰਾ ਹੋ ਜਾਵਾਂਗੇ। ਖੇਤਾਂ ਨੂੰ ਹੜੱਪਿਆ ਸੀ, ਅੱਜ ਖੇਤ ਬੈਠੇ ਆਏ ਸੜਕ ਉੱਤੇ, ਧੁੱਪਾਂ ਛਾਵਾਂ ਦੇ ਕਿੱਸੇ ਸਭ ਨਾਲ ਲੈ ਕੇ, ਮੱਗਰ ਚੇਤ ਬੈਠੇ ਆਏ ਸੜਕ ਉੱਤੇ। ਹੋ ਰੁਲ ਗਿਆ ਬੰਦਾ ਤੇ ਬੰਦੇ ਦੀ ਜ਼ਾਤ, ਇੱਥੇ ਚਿੱਟੇ ਦਿਨ ਪੈ ਗਈ ਕਾਲੀ ਰਾਤ, ਇੱਥੇ ਕੋਈ ਨਹੀਂ ਪੁੱਛਦਾ ਕਿਸੇ ਦੀ ਬਾਤ, ਇੱਥੇ ਓਏ ਬਦਲੇ ਪਏ ਪੰਜਾਬ ਦੇ ਹਾਲਾਤ, ਇੱਥੇ ਬਦਲੇ ਪਏ ਪੰਜਾਬ ਦੇ ਹਾਲਾਤ। ਹਾਲੇ ਪਹਿਲਾਂ ਦੇ ਫੱਟ ਵੀ ਹਰੇ ਪਏ ਨੇ, ਇਹ ਨਾ ਸਮਝਿਓ ਲੋਕ ਐਵੇਂ ਡਰੇ ਪਏ ਨੇ, ਘਰੋਂ ਤੁਰੇ ਹਾਂ ਮੋਢੇ ਨਾਲ ਜੋੜ ਮੋਢਾ, ਓਏ ਵਗਦੀ ਲਹਿਰ ਤੇ ਦਸਤਖਤ ਕਰੇ ਪਏ ਨੇ। ਨੀ ਤੂੰ ਸਦਾ ਹਵੇਲੀ ਫਾਨੂਸ ਟੰਗੇ, ਲੁੱਟ ਰੋਸ਼ਨੀ ਸਾਡਿਆਂ ਆਲਿਆਂ ਦੀ, ਸੌਂਦੀ ਜਾਗਦੀ ਯਮਨਾ ਕੰਢਿਆਂ ਤੇ, ਹਾਮੀ ਭਰਦੀ ਏ ਗੰਦਿਆਂ ਨਾਲਿਆਂ ਦੀ। ਤੇਰੀ ਹਿੱਕ 'ਚ ਵੱਜਣਗੇ ਕੜਾਕ ਦੇਣੇ, ਨੱਕੇ ਤੋੜ ਕੇ ਵਗੜਿਆਂ ਘੇਰਿਆਂ ਦੇ, ਜੇ ਤੂੰ ਦੁੱਖਾਂ ਦੀ ਬਣ ਗਈ ਰਾਜਧਾਨੀ, ਸੂਬੇ ਅਸੀਂ ਵੀ ਬਣ ਗਏ ਜੇਰਿਆਂ ਦੇ, ਜੇ ਤੂੰ ਦੁੱਖਾਂ ਦੀ ਬਣ ਗਈ ਰਾਜਧਾਨੀ, ਸੂਬੇ ਅਸੀਂ ਵੀ ਬਣ ਗਏ ਜੇਰਿਆਂ ਦੇ, ਨੀ ਸੂਬੇ ਅਸੀਂ ਵੀ ਬਣ ਗਏ ਜੇਰਿਆਂ
एपाना ਅਤੇ IWA ਗ੍ਰੇਟ ਬ੍ਰਿਟੇਨ ਦੇ ਸੱਦੇ ਤੇ ਕੈਨੇਡਾ ਤੇ ਇੰਗਲੈਂਡ ਆਏ ਹੋਏ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਕਲਾਕਾਰ ਪਰਮਜੀਤ ਸਿੰਘ, ਕੇਵਲ ਧਾਲੀਵਾਲ ਤੇ ਦਲੀਪ ਪਨੋਟ ਸੰਘਰਸ਼ ਕਰਦੇ ਲੋਕਾਂ ਤੇ ਗੀਤਾਂ ਦੀ ਲੜੀ ਪੇਸ਼ ਕਰ ਰਹੇ ਹਨ। ਗੀਤਾਂ ਨੂੰ ਸੁਰਬੰਦ ਪਰਮਜੀਤ ਸਿੰਘ ਨੇ ਕੀਤਾ ਹੈ ਤੇ ਢੋਲਕ ਦੇ ਸਾਥ ਕੈਨੇਡਾ ਦੇ ਕਲਾਕਾਰ ਪਿਆਰਾ ਲਾਲ ਦੇ ਰਹੇ ਹਨ। ਗੀਤਾਂ ਦੀ ਇਸ ਲੜੀ ਨੂੰ ਅਸੀਂ ਇਤਿਹਾਸਿਕ ਬੋਲਾਂ ਤੋਂ ਸ਼ੁਰੂ ਕਰਦੇ ਹਾਂ ਜਿਹੜੇ ਸਨ 1909 ਤੋਂ 1911 ਵਿੱਚ ਦੇਸ਼ ਅਤੇ ਪੰਜਾਬ ਦੀਆਂ ਹਵਾਵਾਂ ਵਿੱਚ ਗੂੰਜੇ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਲੁੱਟ ਲੈ ਅਮਾਲ ਤੇਰਾ, ਹਾਲ ਬੇਹਾਲ ਆਏ, ਹਾਲ ਬੇਹਾਲ ਆਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਲੁੱਟ ਲੈ ਅਮਾਲ ਤੇਰਾ, ਹਾਲ ਬੇਹਾਲ ਓਏ, ਪਗੜੀ ਸੰਭਾਲ ਜੱਟਾ। ਦੋਸਤੋ ਇਸ ਵੇਲੇ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਸਾਥੀ ਝੰਡਾ ਸਿੰਘ ਜੱਠੂਕੀ ਜੀ ਹੋ ਗਏ ਨੇ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ। ਸੋ ਇਹ ਜਿਹੜਾ ਸੰਘਰਸ਼ ਔਰ ਬੰਦ ਹੋਇਆ ਔਰ ਕੀ ਕੁਛ ਜ਼ਮੀਨੀ ਪੱਧਰ ਤੇ ਚੱਲ ਰਿਹਾ ਹੈ ਔਰ ਅੱਗੇ ਆਉਣ ਵਾਲੇ ਸਮੇਂ 'ਚ ਜਥੇਬੰਦੀਆਂ ਨੇ ਕੀ ਕੁਝ ਉਲੀਕਿਆ, ਇਹ ਸਾਰੇ ਸਿਲਸਿਲੇ 'ਚ ਅਸੀਂ ਸਾਥੀ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਧੰਨਵਾਦ ਜੀ ਤੁਹਾਡਾ ਵੀ। ਹਾਂਜੀ ਤਾਂ ਸਾਥੀ ਜੀ ਸਭ ਤੋਂ ਪਹਿਲੀ ਗੱਲ ਕਿ ਸਾਡੀ ਪ੍ਰਵਾਸੀ ਕਾਮਗਾਰ ਯੂਨੀਅਨ ਵੱਲੋਂ ਰੇਡੀਓ ਇਨਕਲਾਬ ਵੱਲੋਂ ਤੁਹਾਡੀ ਜਥੇਬੰਦੀ ਤੇ ਤੁਹਾਡੀਆਂ ਹੋਰ ਭਰਾਤਰ ਜਥੇਬੰਦੀਆਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਵਿੱਚ ਐਡੀ ਵੱਡੀ ਲਹਿਰ ਤੁਸੀਂ ਖੜੀ ਕੀਤੀ ਹੈ। ਤੁਸੀਂ ਵਧਾਈ ਦੇ ਪਾਤਰ ਹੋ ਸਾਥੀ ਜੀ ਔਰ ਤੁਹਾਡੀ ਮਿਹਨਤ ਨੂੰ ਤੁਹਾਡੇ ਸਿਰਕ ਨੂੰ ਸਾਡਾ ਸਲਾਮ ਹੈ। ਤਾਂ ਸਾਥੀ ਜੀ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਇਹ 25 ਸਤੰਬਰ ਵਾਲਾ ਜਿਹੜਾ ਘੋਲ ਸੀਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਦੱਸੋ ਕਿ ਜਿਹੜੀ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਸੀਗੀ ਉਹ ਕਿਸ ਤਰੀਕੇ ਦੇ ਨਾਲ ਬਿਲਕੁਲ ਲਹਿਰਾ ਕੇ ਹੋਈ ਹੈ। ਦੇਖੋ ਜਿਹੜਾ ਆਪਣਾ ਬੰਦ ਸੀਗਾ 25 ਤਰੀਕ ਦਾ ਪੂਰੇ ਪੰਜਾਬ ਦਾ ਜੀ, ਇਹਦੇ ਚੋਂ 31 ਜਥੇਬੰਦੀਆਂ ਦਾ ਸੱਦਾ ਸੀਗਾ ਇਹਦੇ ਚ। ਹੋਰ ਜਥੇਬੰਦੀਆਂ ਨੇ ਵੀ ਇਹਦੀ ਕੋਈ ਸਪੋਰਟ ਕੀਤੀ ਹੈ। ਉਹ ਅਸਲ ਉਹ ਤੋਂ ਪਹਿਲਾਂ ਜੋ ਉਹ ਬਣਿਆ ਹੋਇਆ ਸੀਗਾ ਮਾਹੌਲ ਆਪਣਾ ਪਟਿਆਲੇ ਤੇ ਬਾਦਲ ਵਾਲੇ ਮੋਰਚੇ ਦਾ ਜੀ, ਉਹਦੇ ਜੀ ਬਹੁਤ ਵੱਡੀ ਗਿਣਤੀ ਨੌਜਵਾਨ ਆਉਣ ਲੱਗ ਗਏ ਸੀ। ਤੇ 25 ਵਾਲੇ ਚ ਸਮੇਤ ਜਿੰਨਾ ਸ਼ਹਿਰ ਵਾਲਿਆਂ ਨੇ ਵੀ ਮਤਲਬ ਸਾਥ ਦਿੱਤਾ ਹੈ ਕਿਉਂਕਿ ਇਹ ਤੋਂ ਪਹਿਲਾਂ ਜੇ ਕੋਈ ਬੰਦ ਅਗਲੇ ਧੱਕੇ ਨਾਲ ਜਾ ਕੇ ਸ਼ਹਿਰ ਬੰਦ ਕਰਾਉਂਦੇ ਹੈ, ਕੋਈ ਭੰਨ ਤੋੜ ਕਰਦੇ ਹੈ। ਜੇ ਅਸੀਂ ਉਹਨਾਂ ਨੂੰ ਕਹਿਣ ਗਏ ਤਾਂ ਉਹਨਾਂ ਨੇ ਸਾਨੂੰ ਮਹਿਸੂਸ ਐ ਕੀਤਾ ਵੀ ਇਹ ਸਾਡਾ ਆਪਦਾ ਹੀ ਹੈਗਾ, ਤੁਸੀਂ ਸਾਨੂੰ ਕਿਉਂ ਕਹੋ। ਬਿਲਕੁਲ ਐ ਟੋਟਲ ਮੁਕੰਮਲ ਬੰਦ ਹੋਇਆ ਹੈ। ਤੇ ਇਹਦੇ ਵਿੱਚ ਵੱਡੀ ਗਿਣਤੀ ਜਿਹੜੀ ਨੌਜਵਾਨ ਜਿਨ੍ਹਾਂ ਨੂੰ ਤਰਸਦੇ ਸੀ ਅਸੀਂ ਵੀ ਕਦੋਂ ਮਿਲਣਗੇ ਕਦੋਂ ਆਉਣਗੇ, ਉਹ ਕਾਰਡ ਕਾਇਮ ਹੋਇਆ ਹੈ। ਸਾਡੇ ਬੰਦੇ ਦੀ ਹਾਜ਼ਰੀ ਹੈ ਜੀ ਉਹ 1.25 ਲੱਖ ਦੀ ਹਾਜ਼ਰੀ ਹੈ ਜੀ ਉਹਦੇ ਵਿੱਚ ਜੀ। ਹਾਂ, ਜਿੱਥੇ ਵੈਸੇ ਡੋਡੀ ਸਾਈਂ ਪ੍ਰੋਗਰਾਮ ਲਾਏ ਤੇ ਜੇ ਉਹਦੇ ਚ ਮੈਨੂੰ ਇਹ ਲੱਗਦਾ ਵੀ ਅੱਧੋਂ ਵੱਧ ਨੌਜਵਾਨ ਹੈ ਜੀ। ਹਾਂ, ਕੋਈ ਸ਼ੱਕ ਨਹੀਂ ਸਾਥੀ ਜੀ, ਕੋਈ ਸ਼ੱਕ ਨਹੀਂ। ਸਾਥੀ ਜੀ ਇੱਕ ਜੇ ਇਸ ਵੱਡੇ ਤਰੀਕੇ ਦੇ ਨਾਲ ਇਹ ਸਾਰਾ ਇਕੱਠ ਹੋਇਆ ਔਰ ਜਿਹੜੀ ਦਿੱਲੀ ਦੇ ਤੱਕ ਜਿਹੜੀਆਂ ਤਾਰਾਂ ਜਿਹੜੀਆਂ ਖੜਕੀਆਂ ਨੇ, ਸਰੋਤਿਆਂ ਨੂੰ ਦੱਸੋ ਕਿ ਸਾਡੀ ਜਨ ਸੰਸਥਾ ਦੇ ਪ੍ਰਧਾਨ ਸੱਚ ਜੋਗਿੰਦਰ ਸਿੰਘ ਉਗਰਾਹਾਂ ਨੂੰ ਜਿਹੜੀ ਦਿੱਲੀ ਤੋਂ ਫੋਨ ਕਾਲ ਆਈ ਹੈ ਉਹਦੇ ਬਾਰੇ ਸਾਂਝ ਪਾਓ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਹੈ ਇਹ ਦਿੱਲੀ ਦੇ ਵਿੱਚ ਥੋੜੀ ਹਿੱਲੀ ਹੈ ਆ। हेलो, हाँ जी, लाइन कट्टी गई है तो असी एक
ਗੀਤ ਚਲਾ ਕੇ ਦੁਬਾਰਾ ਕੋਸ਼ਿਸ਼ ਕਰਦੇ ਹਾਂ ਭਾਰਤੀ ਜੀ, ਜਾਂ ਤੁਹਾਨੂੰ ਲੱਗਦਾ ਕਿ ਕਨੈਕਟ ਹੋ ਜਾਏਗਾ ਫਿਰ? ਹੈਲੋ ਹਾਂਜੀ ਹਾਂਜੀ ਅਨੁਜ ਜੀ ਆਨ ਆਪਣਾ ਦਿੱਲੀ ਤੋਂ ਨਹੀਂ ਕੋਈ ਕਾਲ ਆਈ? ਹਾਂਜੀ ਦਿੱਲੀ ਤੋਂ ਨਹੀਂ ਆਈ ਜੀ। ਅੱਜ ਮੁੱਖ ਮੰਤਰੀ ਐਸਡੀਓ ਵੱਲੋਂ ਸੁਨੇਹਾ ਮਿਲਿਆ ਸੀਗਾ ਜੀ ਕਿ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਸਾਰੇ ਜਥੇਬੰਦੀਆਂ ਨਾਲ। ਹਾਂਜੀ। ਤੇ ਦੂਜਾ ਜੋ ਇਹ ਮਾਹੌਲ ਅਸਲ ਪੰਜਾਬ ਦਾ ਵੱਜਿਆ ਜੀ, ਦੇਖੋ ਲਗਾਤਾਰ ਕਿਸਾਨੀ ਸੰਕਟ ਚ ਹੈ, ਲਗਾਤਾਰ ਹਕੂਮਤ ਦੇ ਜਿਹੜੇ ਧੱਕੇ ਉਸ ਜਰਦੀ ਤੁਰੀ ਆਉਂਦੀ ਹੈ। ਹੁਣ ਜਿਹੜਾ ਵੱਡਾ ਹਮਲਾ ਕਰਤਾ, ਇਸ ਹਮਲੇ ਚ ਕੁੱਲ ਗੁੱਸੇ ਦਾ ਮਤਲਬ ਮੁਹਾਨ ਇਸ ਮਸਲੇ ਰਾਹੀਂ ਫੁੱਟਿਆ ਹੈ। ਕਿਉਂਕਿ ਕਿੰਨੇ ਚਿਰ ਦੇਖੋ ਲੋਕ ਖੁਦਕਸ਼ੀਆਂ ਕਰੀ ਜਾਂਦੇ ਆ, ਕਰਜ਼ੇ ਦੇ ਤੰਗ ਕਰੇ ਹੈ, ਆਰਥਿਕ ਹਾਲਤ ਮਾੜੀ ਹੈ, ਕਿਸਾਨ ਹੈ, ਮਜ਼ਦੂਰ ਹੈ, ਜਾਂ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਹੈ, ਉਹਨਾਂ ਦੇ ਸਾਹਮਣੇ ਵੀ ਹਨੇਰਾ ਹੈ। ਕਿਉਂਕਿ ਇਸ ਵੱਡੇ ਆਰਡੀਨੈਂਸ ਦੇ ਤੌਰ ਤੇ ਹਮਲਾ ਹੋਇਆ ਜੀ, ਉਹ ਉਸ ਰਾਹੀਂ ਇਹ ਮੂੰਹਾਂ ਨਿਕਲਿਆ। ਦੂਜਾ ਸੀ ਜਿੰਨਾ ਲੋਕਾਂ ਨੂੰ ਜਗਾਉਣ ਦੇ ਲਈ 623 ਪਿੰਡਾਂ ਦੇ ਵਿੱਚ ਪਹਿਲਾਂ ਪਿੰਡ ਪੱਧਰ ਦੇ ਮੋਰਚੇ ਲਾਏ 5 ਦਿਨ ਜੀ, ਤਾਂ ਕਿ ਲੋਕਾਂ ਨੂੰ ਗੱਲ ਸਮਝਾ ਦੇ ਵੀ ਗੱਲ ਕੀ ਹੈ। ਤੇ ਉਹਦਾ ਸਾਡਾ ਅੰਕੜਾ ਹੈ ਮਤਲਬ 600 ਪਿੰਡਾਂ ਦਾ ਕੱਢਿਆ ਵੀ ਇੱਕ ਪਿੰਡ ਦੇ 4000 ਵੀ ਆਬਾਦੀ ਗਿਣ ਲਈਏ 24 ਲੱਖ ਕੋਲੇ ਪਹੁੰਚ ਹੋਈ ਹੈ। ਉਸ ਤੋਂ ਇਲਾਵਾ ਜਿਹੜੇ ਸਾਡੇ ਧਰਨਿਆਂ ਚ ਆਏ ਪਿੰਡਾਂ ਵਾਲੇ ਚ ਉਹ 1,04,000 ਦੀ ਗਿਣਤੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਹੈਗਾ, ਕਿੰਨੇ ਚੈਨਲ ਹੈਗੇ ਹੈ, ਐ ਜਿਹੜੀ ਕਰੋੜਾਂ ਤੱਕ ਉਹ ਪਹੁੰਚ ਹੋ ਗਈ ਉਸ 5 ਦਿਨਾਂ ਦੇ ਜੀ ਐਕਸ਼ਨ ਨੇ। ਤੇ ਉਦੋਂ ਵਾਲੀ ਗੱਲ ਸਿਰੇ ਲਾਈ ਫਿਰ ਬਾਦਲ ਤੇ ਆਪਣੇ ਪਟਿਆਲੇ ਵਾਲੇ ਨੇ। ਇਹ ਤੋਂ ਬਿਨਾਂ ਦੂਜੇ ਜਥੇਬੰਦੀਆਂ ਵੀ ਲੱਗੀਆਂ ਹੋਈਆਂ, ਕੁੱਲ ਮਿਲਮਾ ਜੋਰ ਪੈ ਕੇ ਇਹ ਮਾਹੌਲ ਵੱਜਿਆ ਜੀ। ਬਿਲਕੁਲ 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 ਸਾਥੀ ਜੀ, ਬਿਲਕੁਲ। ਔਰ ਸਾਥੀ ਜੀ ਫਿਰ ਪਿਛਲੇ ਹਫਤੇ ਵੀ ਆਪਾਂ ਗੱਲ ਕੀਤੀ ਸੀਗੀ ਦੂਸਰੇ ਸਾਥੀ ਦਰਸ਼ਨਪਾਲ ਹੋਣਾ ਨਾਲ ਕਿ ਇਹਦੇ ਵਿੱਚ ਜਿਹੜੀ ਸਿਆਸਤ ਹੈ, ਮਤਲਬ ਜਿਹੜਾ ਭਾਜਪਾ ਦਾ ਤੇ ਅਕਾਲੀਆਂ ਦਾ ਜਿਹੜਾ ਗੱਠਜੋੜ ਹੈ, ਉਹਨੂੰ ਵੀ ਇਹਨਾਂ ਨੂੰ ਆਪਣੇ ਕੋਲੋਂ ਇਹਨਾਂ ਨੂੰ ਵੱਖ ਹੋਣਾ ਪਿਆ। ਔਰ ਬਾਦਲ ਨੂੰ, ਸੁਖਬੀਰ ਬਾਦਲ ਨੂੰ ਵੀ ਟਰੈਕਟਰ ਤੇ ਚੜ੍ਹ ਕੇ ਰੈਲੀ ਦੇ ਵਿੱਚ ਆਪਣੇ ਤੌਰ ਤੇ ਰੈਲੀ ਦੇ ਵਿੱਚ ਸ਼ਾਮਲ ਹੋਣਾ ਪਿਆ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਪੁੱਤਰ ਕਹਿ ਕੇ ਪੈਣ ਤੇ ਚੜ੍ਹਨਾ ਪੈਗਾ ਜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਇਹਨੂੰ ਚੀਜ਼ ਨੂੰ ਕਿਵੇਂ ਵੇਖਦੇ ਹੋ? ਦੇਖੋ ਜਿੱਥੋਂ ਤੱਕ ਇਹ ਅਕਾਲੀਆਂ ਕਾਂਗਰਸੀਆਂ ਦਾ ਮਸਲਾ ਹੈ, ਅਕਾਲੀ ਦਲ ਨਾਲ ਸਾਡੀ ਇਸੇ ਮਹੀਨੇ ਦੀ ਪਿਛਲੇ ਦੀ 10 ਤਰੀਕ ਨੂੰ ਮੀਟਿੰਗ ਹੋਈ ਹੈ। ਉਹਦੇ ਜੋ ਸਾਡੀ ਬਹਿਸ ਚੱਲੀ, ਉਹ ਕਹਿੰਦੇ ਵੀ ਜੋ ਤੁਸੀਂ ਸੋਚਦੇ ਪਹਿਲਾਂ ਅਸੀਂ ਵੀ ਐ ਸੋਚਦੇ ਸੀਗੇ, ਹੁਣ ਅਸੀਂ ਇਹ ਪੂਰੀ ਤਰ੍ਹਾਂ ਘੋਖ ਲਏ ਸਾਰੇ ਤਿੰਨੇ ਆਰਡੀਨੈਂਸ, ਇਹ ਕਿਸਾਨਾਂ ਦੇ ਹਿੱਤ ਦੇ ਤੁਸੀਂ ਇਹਨੂੰ ਘੋਖੋ ਸਮਾਰ ਕੇ ਸਾਨੂੰ ਸਲਾਹ ਰਾਏ ਉਹਨਾਂ ਦੀ ਇਹ ਸੀ। ਅਸੀਂ ਕਿਹਾ ਵੀ ਸਾਡੇ ਤਾਂ ਘੋਖਿਆ, ਤੁਸੀਂ ਜਿਹੜੇ ਤੁਹਾਡੇ ਅਕਾਲੀ ਦਲ ਦੇ ਪਿੰਡਾਂ ਦੇ ਵਰਕਰ ਹੈਗੇ ਆ, ਤੁਹਾਡੇ ਸਪੋਰਟਰ ਹੈਗੇ ਆ, ਤੁਸੀਂ ਉਹਨਾਂ ਤੋਂ ਹਾਂ ਕਹਾ ਲਓ, ਜਿਹਨਾਂ ਦੀ 10 ਤਰੀਕ ਨੂੰ ਇੱਥੇ ਖੜੇ ਹੈ। ਉਸ ਤੋਂ ਬਾਅਦ ਚੱਕਰੀ ਘੁੰਮਦੀ ਹੈ, ਬੀਬਾ ਅਸਤੀਫਾ ਦਿੰਦੀ ਹੈ ਹਰਸਿਮਰਤ ਜੀ। ਉਸ ਤੋਂ ਬਾਅਦ ਹੁਣ ਗੱਠਜੋੜ ਵੀ ਤੋੜ ਲਿਆ। ਉਸ ਤੋਂ ਬਾਅਦ ਵੀ ਕਾਨੂੰਨ ਮਾੜੇ ਆ, ਅਸੀਂ ਉਹਨਾਂ ਦੇ ਖਿਲਾਫ ਲੜਾਂਗੇ। ਜਦੋਂ ਕਿ ਸਾਰਾ ਪੰਜਾਬ 25 ਨੂੰ ਬੰਦ ਹੈ ਗਿਆ, ਉਹ 'ਚ 2 ਘੰਟੇ ਦੇਣ ਦੀ ਕੀ ਤੁਕ ਹੈਗੀ ਹੈ, ਅਸੀਂ 2 ਘੰਟੇ ਸੜਕਾਂ ਰੋਕਾਂਗੇ। ਐ ਜਾਂਦੀ ਅਕਾਲੀ ਦਲ ਦੀ ਪੂਰੀ ਤਰ੍ਹਾਂ ਭਮੀਰੀ ਘੁੱਕੀ ਹੈ। ਇਸੇ ਰੂਪ ਚ ਕੈਪਟਨ ਸਾਹਿਬ ਦੀ ਭਮੀਰੀ ਘੁੱਕੀ ਸਮਝਦੇ ਅਸੀਂ ਹਾਂ। ਜਦੋਂ ਅਸੀਂ ਇਹ ਧਰਨੇ ਮੁਜ਼ਾਹਰੇ ਸ਼ੁਰੂ ਕੀਤੇ ਹੈ ਜੀ, ਉਦੋਂ ਉਹਨਾਂ ਦਾ ਆ ਗਿਆ ਵੀ ਕਰੋਨਾ ਹੈ ਗਿਆ, ਕਰੋਨਾ ਦੀ ਮਹਾਮਾਰੀ ਦੇ ਵਿੱਚ ਕੋਈ ਵੀ 5 ਤੋਂ ਵੱਧ ਇਕੱਠੇ ਹੋਣਗੇ, ਦਫਾ 44 ਲੱਗੀ ਹੈ, ਅਸੀਂ ਮਤਲਬ ਕੇਸ ਬਣਾਵਾਂਗੇ, ਫੜ ਕੇ ਅੰਦਰ ਕਰਾਂਗੇ ਜੀ। ਉਦੋਂ ਗਾਹਾਂ ਕਹਿੰਦੇ ਅਸੀਂ ਸਪੈਸ਼ਲ ਸਕੁਐਡ ਬਣਾ ਦੇ। ਸਕੁਐਡ ਦਾ ਕੰਮ ਹੁੰਦਾ ਵੀ ਜਾ ਕੇ ਹਮਲਾ ਕਰਨਾ, ਜਾਂ ਚੱਕ ਕੇ ਲਿਆਉਣਾ, ਜਾਂ ਗੋਲੀ ਚਲਾਉਣੀ। ਇਸ ਕਿਸਮ ਦੇ ਥਾਂ ਤੇ ਖੜੇ ਸੀ ਕੈਪਟਨ ਸਾਹਿਬ। ਹੁਣ ਜੋ ਪੰਜਾਬ ਦਾ ਮਾਹੌਲ ਬਣਿਆ, ਉਹਨਾਂ ਨੂੰ ਬਿਆਨ ਦੇਣਾ ਪੈ ਗਿਆ ਜਿਹੜੇ ਪਹਿਲਾਂ ਵਾਲੇ ਕੇਸ ਬਣੇ ਸੀ ਉਹ ਵੀ ਵਾਪਸ ਲਵਾਂਗੇ। ਤੇ ਜਿਹੀ ਲੋਕਾਂ ਨਾਲ ਹੋ ਰਹੀ ਉਦੋਂ ਫਿਰ ਲੋਕ ਕਾਨੂੰਨ ਦਾ ਲੰਘਦੇ ਹੀ ਹੁੰਦੇ ਹੈ। ਤੇ ਉਦੋਂ ਉਲਟੇ ਉਹ ਜਿਹੜੇ ਸਾਨੂੰ ਕਹਿੰਦੇ ਸੀ ਭਾਈ 5 ਜਦੋਂ ਵੱਧ ਜਿਹੜੇ ਇਕੱਠੇ ਹੋਣਗੇ ਤਾਂ ਅੰਦਰ ਕਰਾਂਗੇ, ਕੇਸ ਬਣਾਵਾਂਗੇ, ਉਹਨਾਂ ਨੂੰ ਆਪ ਨੂੰ ਧਰਨੇ ਮੁਜ਼ਾਹਰੇ ਕਰਨੇ ਪੈ ਗਏ। ਯਾਨੀ ਦੋਨਾਂ ਪਾਰਟੀਆਂ ਦੀ ਪੂਰੀ ਤਰ੍ਹਾਂ ਭਮੀਰੀ ਘਟਾਈ ਹੈ ਇਸ ਅੰਦੋਲਨ ਨੇ। ਹਾਂ, ਹੁਣ ਜਿਹੜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹੈ, ਉਹਨਾਂ ਦੀ ਭਮੀਰੀ ਸਾਰੇ ਲੋਕ ਲੜ ਕੇ ਘਗਾਉਣਗੇ ਰਲ ਕੇ। ਉਹਦੇ ਗਾਹਾਂ ਐਕਸ਼ਨ ਆ ਗਈ, ਇੱਕ ਨੂੰ ਪੂਰੀ ਤਰ੍ਹਾਂ ਰੇਲਾਂ ਦਾ ਜਾਮ ਆ ਗਿਆ ਅਣਮਿੱਥੇ ਸਮੇਂ ਲਈ ਜੀ। ਅਸੀਂ ਆਪਣੀ ਜਥੇਬੰਦੀ ਵੱਲੋਂ ਆਪਣੇ ਤੌਰ ਤੇ ਐਕਸ਼ਨ ਕੱਢੇ ਹੋਏ ਹੈ। ਅਸੀਂ ਸੰਕੇਤਕ ਰੂਪ ਚ ਇਹ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਤੁਸੀਂ ਕਾਨੂੰਨ ਲਿਆਂਦੇ, ਜਿਨ੍ਹਾਂ ਦਾ ਲਿਆ ਕੇ ਇੱਥੇ ਕਾਰੋਬਾਰ ਚਲਾਉਣੇ ਆ, ਖੇਤੀ ਕਬਜ਼ੇ ਚ ਕਰਾਉਣੀ ਹੈ ਜੀ, ਇਦੋਂ ਪਹਿਲਾਂ ਤੁਸੀਂ ਸਾਡੇ ਸੜਕਾਂ ਕਬਜ਼ੇ ਚ ਕਰਾਈਆਂ,
ਜਿਹੜਾ ਪਰਚੂਨ ਦਾ ਮਾਲ ਸੀ ਉਹਦੇ ਜੇ ਤੁਸੀਂ ਵੱਡੇ ਮਾਲ ਲੈ ਕੇ ਆਏ ਹੋ, ਅਸੀਂ ਮਤਲਬ ਇੱਕ ਤੋਂ ਘੱਟੋ ਘੱਟ 4 ਜਿਹੜੇ ਟੂਲ ਪਲਾਜੇ ਹੈ ਉਹਨਾਂ ਦੇ ਧਰਨੇ ਦੇ ਕੇ ਕਾਇ ਕਹਾਂਗੇ ਵੀ ਭਾਈ ਸਾਡਾ ਕੰਮ ਤਾਂ ਫਿਰ ਆਇਆ ਇਸ ਤਾਂ ਐਂ ਕਰਿਆ ਕਰਾਂਗੇ। ਠੀਕ, ਹਾਂਜੀ। ਉਹ ਫਰੀ ਲਗਾਉਣੇ ਹੈ। ਇਹਨਾਂ ਦੇ ਜਿਹੜੇ ਮਾਲ ਹੈ ਉਹਨਾਂ ਤੇ ਧਰਨੇ ਲਾਉਣੇ ਆ, ਉਹਨਾਂ ਦਾ ਘਰਾਓ ਕਰਨਾ ਹੈ। ਇਹ ਤੋਂ ਇਲਾਵਾ ਜਿੱਥੇ ਵੀ ਸਾਡੇ ਕੋਈ ਹਿਸਾਬ ਚ ਆਉਂਦੇ ਇਹ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਕੋਈ ਵੀ ਆਗੂ, ਉਹਨਾਂ ਦੇ ਬਾਰੇ ਚ ਜਾਵਾਂਗੇ। ਜਾਂਦੀ 3 ਕਿਸਮ ਦੀ ਅਸੀਂ ਜਿਹੜੀ ਰਣਨੀਤੀ ਬਣਾਈ ਹੋਈ ਹੈ। ਸਾਰੀਆਂ ਦੀ ਰੇਲਾਂ ਦਾ ਸੱਦਾ ਹੈਗਾ, ਰੇਲਾਂ ਤੇ ਜਾਣੀ ਜਾਣਾ ਹੈਗਾ ਜੀ। ਹਾਂਜੀ ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਇਹ ਸੰਕੇਤ ਉਹਨਾਂ ਨੂੰ ਜਿਹੜਾ ਦਿਖਾਉਣਾ ਹੁੰਦਾ ਪਹਿਲਾਂ, ਟ੍ਰੇਲਰ ਦਿਖਾਉਣਾ ਹੁੰਦਾ ਜਿਹਨੂੰ ਐ ਕਹਿਣਾ ਹੁੰਦਾ ਹੈ। ਹਾਂਜੀ ਹਾਂਜੀ। ਜੇ ਤੁਸੀਂ ਉਹ ਲਿਆਓਗੇ ਕੱਲ ਨੂੰ ਕਿਤੇ ਦਫ਼ਤਰ ਬਣਾਓਗੇ ਹੋਰ ਕਰੋਗੇ ਇਹੋ ਜਿਹਾ ਕੁਛ ਕਰਾਂਗੇ ਫਿਰ ਉਹਨਾਂ ਨਾਲ। ਬਿਲਕੁਲ ਬਿਲਕੁਲ ਬਿਲਕੁਲ। ਸਾਥੀ ਜੀ, ਇਹਦੇ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਪਹਿਲਾਂ ਵੀ ਕਰ ਚੁੱਕੇ ਹੋ ਕਿ ਜਿਹੜੇ ਇਹ ਜਥੇਬੰਦੀਆਂ ਦੇ ਧਰਨੇ ਨੇ ਉਹਨਾਂ ਨੂੰ ਲਗਾਤਾਰ ਤਾੜ-ਪੀੜੋ ਕਰਨ ਵਾਸਤੇ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਸੀਗੀਆਂ। ਮੈਂ ਸਾਥੀ ਜੀ ਇੱਕ ਨਾ ਛੋਟਾ ਜਿਹਾ ਮੈਂ ਪਹਿਰਾ ਪੜ੍ਹਨਾ ਚਾਹੁੰਦਾ ਔਰ ਮੈਂ ਤੁਹਾਡਾ ਉਹਦੇ ਵਿੱਚ ਵਿਚਾਰ ਲੈਣਾ ਚਾਹੁੰਦਾ। ਇਹ ਸਾਥੀ ਗੁਰੀ ਕੁਸਲਾ ਨੇ ਜਿਹੜੇ ਆਪਣੇ ਸਾਥੀ ਨੇ, ਉਹਨਾਂ ਨੌਜਵਾਨ ਸਾਥੀ ਨੇ, ਉਹਨਾਂ ਨੇ ਲਿਖਿਆ। ਸੋ ਉਹਦੇ ਵਿੱਚ ਆਪਣੀ ਜਥੇਬੰਦੀਆਂ ਸਰ ਆਪਣੀਆਂ ਨੇ ਸਾਰੀਆਂ, ਖਾਸ ਕਰਕੇ ਗੁਰਾਹਾਂ ਦੀ ਗੱਲਬਾਤ ਕਾਫੀ ਹੈ। ਸੋ ਉਹ ਲਿਖਦੇ ਨੇ ਕਿ ਨੰਬਰ 1, 2 ਦਹਾਕੇ ਪਹਿਲਾਂ ਸਾਧੂ ਸਿੰਘ ਤਖਤਪੁਰਾ ਦਾ ਕਤਲ ਦਿਨ ਦਿਹਾੜੇ ਕੀਤਾ ਗਿਆ ਸੀ। ਨੰਬਰ 2, ਜੋਗਿੰਦਰ ਗੁਰਾਹਾਂ ਦੀ ਲੱਤ ਗੋਲੀ ਹਾਲੇ ਤੱਕ ਵੀ ਨਹੀਂ ਨਿਕਲੀ। ਨੰਬਰ 3, ਮਨਜੀਤ ਧਨੇਰ ਨੂੰ ਲਗਾਤਾਰ 23 ਸਾਲ ਜੇਲਾਂ ਥਾਣਿਆਂ 'ਚ ਘੁਮਾਇਆ ਗਿਆ। ਨੰਬਰ 4, ਸੁਰਜੀਤ ਫੂਲ ਨੇ ਐਸਾ ਕੋਈ ਥਾਣਾ ਨਹੀਂ ਛੱਡਿਆ ਜਿੱਥੋਂ ਕੁੱਟ ਨਾ ਖਾਧੀ ਹੋਵੇ। ਨੰਬਰ 5, ਸਾਥੀ ਜਿਵੇਂ ਤੁਹਾਡਾ ਨਾਂ ਆ ਗਿਆ, ਝੰਡਾ ਸਿੰਘ ਜੇਠੂਕੇ ਤੇ 45 ਪਰਚੇ ਪੈ ਚੁੱਕੇ ਨੇ। ਨੰਬਰ 6, ਜਗੀਰ ਸਿੰਘ ਜੋਗਾ ਬਾਰੇ ਸਰਕਾਰ ਦਾ ਪੱਕਾ ਹੁਕਮ ਸੀ ਵੀ ਜਦੋਂ ਵੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਪਖੜਿਆਂ ਤੋਂ ਘੜੀਸਿਆ ਜਾਵੇ। ਸੁਖਦਰਸ਼ਨ ਨੱਤ ਤੇ ਉਹਨਾਂ ਦੀ ਪਤਨੀ ਦੇ ਘਰ ਨਾਲੋਂ ਵੱਧ ਤੋਂ ਵੱਧ ਰਾਤਾਂ ਥਾਣਿਆਂ ਵਿੱਚ ਜਿਹੜੀਆਂ ਰਾਤਾਂ ਥਾਣਿਆਂ ਦੇ ਵਿੱਚ ਗੁਜ਼ਾਰੀਆਂ। ਸੋ ਅੱਗੇ ਕਹਿੰਦੇ ਨੇ ਇਸ ਤੋਂ ਇਲਾਵਾ ਸੈਂਕੜੇ ਕਿਸਾਨ ਆਗੂਆਂ ਜ਼ਿੰਦਗੀ ਦੀ ਬਾਜੀ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਸੰਘਰਸ਼ ਦੇ ਪਿੜ 'ਚ ਖੜਾ ਕੀਤਾ ਹੈ। ਹਾਲੇ ਵੀ ਉਹ ਬਹੁਤ ਛੋਟਾ ਹਿੱਸਾ ਸੰਘਰਸ਼ ਦੇ ਰਾਹ ਤੇ ਤੁਰਿਆ ਹੈ। ਉਧਰ ਲੱਖਾ ਸਿਧਾਣਾ, ਦੀਪ ਸਿੱਧੂ ਤੇ ਮੂਸੇ ਵਾਲੇ ਦਾ ਐਲਾਨ ਕਿ ਕਿਸਾਨ ਜਥੇਬੰਦੀਆਂ ਉਹਨਾਂ ਦੇ ਝੰਡੇ ਹੇਠ ਆਉਣ ਤਾਂ ਉਹ ਕੇਂਦਰ ਨਾਲ ਲੜਾਈ ਲੜਨਗੇ। ਹਕੂਮਤ ਹੁਣ ਨਵੀਂ ਚਾਲ ਚੱਲ ਰਹੀ ਹੈ। ਅਕਾਲੀ, ਭਾਜਪਾ, ਕਾਂਗਰਸ ਸਭ ਇੱਕ ਨੇ ਤੇ ਅੰਦਰੋਂ ਚਾਹੁੰਦੇ ਨੇ ਕਿ ਇਹ ਬਿੱਲ ਪਾਸ ਹੋਣ ਤਾਂ ਕਿ ਇਹ ਵੀ ਆਪਣੇ ਮੇਰੇ ਖਿਆਲ ਸ਼ਾਇਦ ਵਿੱਚੋਂ ਕੱਟੀ ਜਾ ਰਿਹਾ ਜੀ। ਹਾਂ, ਤੁਸੀਂ ਉਹਨਾਂ ਨੂੰ ਪੁੱਛੋ ਅਗਰ ਆਵਾਜ਼ ਸੁਣ ਰਹੀ ਉਹਨਾਂ ਤੋਂ। ਮੇਰਾ ਨਹੀਂ ਖਿਆਲ ਜੀ, ਨਹੀਂ ਸੁਣ ਰਹੀ। ਮੇਰੇ ਖਿਆਲ ਨੂੰ ਜੀ ਤੁਸੀਂ ਇੱਕ ਗੀਤ ਚਲਾ ਕੇ ਅਸੀਂ ਦੁਬਾਰਾ ਕਾਲ ਕਰਦੇ ਹਾਂ। ਹੈਲੋ ਹਾਂਜੀ ਸਾਥੀ ਜੀ। ਹਾਂ ਵਿੱਚ ਦੀ ਫੋਨ ਆ ਜਾਂਦਾ। ਹਾਂ ਵਿੱਚ ਹਾਂ ਤੁਹਾਨੂੰ ਮੇਰੇ ਖਿਆਲ ਫੋਨ ਆ ਰਿਹਾ ਵਿੱਚ। ਕੱਟਤਾ ਜੀ ਨੇ। ਹਾਂ ਠੀਕ ਹੈ। ਮੈਨੂੰ ਲੱਗਿਆ ਸ਼ਾਇਦ ਇੱਧਰ ਕੋਈ ਪ੍ਰੋਬਲਮ ਆ। ਸੋ ਸਾਥੀ ਜੀ ਮੈਂ ਬਸ ਫੋਨ ਆ ਗਿਆ ਸੀ ਜੀ, ਮੈਂ ਕੱਟਿਆ। ਠੀਕ ਹੈ। ਸੋ ਮੈਂ ਗੱਲ ਉਹ ਖਤਮ ਕਰਨ ਲੱਗਿਆ। ਉਹ ਕਹਿ ਰਹੇ ਨੇ ਕਿ ਉਧਰ ਲੱਖਾ ਸਿਧਾਣਾ, ਦੀਪ ਸਿੱਧੂ ਤੇ ਮੂਸੇ ਵਾਲੇ ਦਾ ਐਲਾਨ ਹੈ ਕਿ ਕਿਸਾਨ ਜਥੇਬੰਦੀਆਂ ਉਹਨਾਂ ਦੇ ਝੰਡੇ ਹੇਠ ਆਉਣ ਤਾਂ ਕਿ ਉਹ ਕੇਂਦਰ ਨਾਲ ਲੜਾਈ ਲੜਨਗੇ। ਹਕੂਮਤ ਹੁਣ ਨਵੀਂ ਚਾਲ ਚੱਲ ਰਹੀ ਹੈ। ਅਕਾਲੀ, ਭਾਜਪਾ, ਕਾਂਗਰਸ ਸਭ ਨੇ ਅੰਦਰੋਂ ਚਾਹੁੰਦੇ ਨੇ ਕਿ ਬਿੱਲ ਪਾਸ ਹੋਣ ਤਾਂ ਕਿ ਇਹ ਵੀ ਆਪਣੇ ਫਾਰਮ ਬਣਾਉਣ। ਇੱਕ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਮੂਸੇਵਾਲਾ ਕਾਂਗਰਸ ਦਾ ਬੰਦਾ ਹੈ, ਦੀਪ ਸਿੱਧੂ ਭਾਜਪਾ ਦਾ ਹੈ, ਲੱਖਾ ਸਿਧਾਣਾ ਮਨਪ੍ਰੀਤ ਬਾਦਲ ਦਾ ਕਰੀਬੀ ਹੈ। ਸੰਘਰਸ਼ ਹਮੇਸ਼ਾ ਸੰਗਠਿਤ ਹੋ ਕੇ ਕੀਤੇ ਜਾਂਦੇ ਹਨ ਤੇ ਅਗਵਾਈ ਉਹਨਾਂ ਦੀ ਕਬੂਲਣੀ ਪੈਂਦੀ ਹੈ ਜਿਨ੍ਹਾਂ ਨੇ ਸੰਘਰਸ਼ ਦੇ ਮੈਦਾਨਾਂ 'ਚ ਜ਼ਿੰਦਗੀ ਲਾਈ ਹੋਵੇ। ਮੌਜੂਦਾ ਸੰਘਰਸ਼ ਦੌਰਾਨ ਜੇ ਤੁਹਾਨੂੰ ਲੱਗਦਾ ਹੈ ਕਿ ਉੱਪਰਲੇ ਕਿਸਾਨ ਆਗੂਆਂ ਨਾਲੋਂ ਵਧੀਆ ਅਗਵਾਈ ਮੂਸੇਵਾਲਾ, ਲੱਖਾ ਤੇ ਦੀਪ ਸਿੱਧੂ ਕਰ ਸਕਦੇ ਹਨ ਤਾਂ ਹਾਂ। ਸੋ ਬੇਸਿਕਲੀ ਸਾਥੀ ਜੀ ਜੋ ਮੈਂ ਸ਼ਬਦ ਵਰਤਣਾ ਚਾਹੂੰਗਾ, ਮੈਨੂੰ ਇਹ 'ਚ ਕੋਈ ਉਹ ਨਹੀਂ ਹੈ ਕਿ ਜੋ ਸ਼ੰਭੂ ਬਾਰਡਰ ਦੇ ਵਿੱਚ ਉਹ ਇੱਕ ਅਖਾੜਾ ਸੀਗਾ, ਉਹਨੂੰ ਅਸੀਂ ਰੈਲੀ ਜਿਹੜੀ ਜਥੇਬੰਦਕ ਰੈਲੀ ਨਹੀਂ ਕਰ ਸਕਦੇ। ਸੋ ਇਹ ਜਿਹੜੇ ਨੌਜਵਾਨ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਔਰ ਹਰ ਇੱਕ ਤਰੀਕੇ ਦੇ ਨਾਲ ਜਿਹੜੇ ਅਸਲ ਦੇ ਵਿੱਚ ਜਿਹੜੇ ਜਥੇਬੰਦੀਆਂ ਦੇ ਸੰਘਰਸ਼ ਨੇ ਉਹਨਾਂ ਨੂੰ ਤਾੜ-ਪੀੜੋ ਇਹ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਾਰੀਆਂ ਪਾਰਟੀਆਂ ਦਾ
ਜਿਹੜੇ ਕੋਈ ਹੋਰ ਇਸ ਕਿਸਮ ਦੇ ਦਾਅ ਲਾਉਂਦੇ ਆ ਉਹਨਾਂ ਦੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਆ ਵੀ ਜੇ ਕੋਈ ਲੋਕਾਂ ਦੀ ਸਹੀ ਅਗਵਾਈ ਕਰਦਾ ਹੈ, ਇਮਾਨਦਾਰੀ ਨਾਲ ਕਰਦਾ, ਸਿੱਧੀ ਕਿਵੇਂ ਲਾਈ ਜਾਵੇ ਉਹ ਉਸ ਧਿਰ ਨੂੰ, ਉਸ ਲਹਿਰ ਨੂੰ। ਇਹ ਪਿੱਛੇ ਤੋਂ ਹੁੰਦਾ ਹੈ ਤੇ ਹੁਣ ਵੀ ਇਹਨਾਂ ਨੇ ਕੀਤਾ ਹੈ। ਅਸੀਂ ਬਾਦਲ ਬੈਠੇ ਆ, ਇਸੇ ਦਾ ਆਪਣੇ ਦਾ ਲੱਖਾ ਸਿਧਾਣੇ ਦਾ ਫੋਨ ਆਇਆ ਸਾਡੇ ਆਗੂ ਨੂੰ, ਆਪਣੇ ਸੰਘਰਸ਼ ਸਮਾਨ ਨੂੰ ਜੀ, ਕਿ ਅਸੀਂ ਤੁਹਾਡੇ ਵਿੱਚ 200-250 ਨੌਜਵਾਨ ਲੈ ਕੇ ਆਉਣਾ ਚਾਹੁੰਦੇ ਆ। ਇਹਨਾਂ ਨੇ ਕਿਹਾ ਵੀ ਕੋਈ ਮਤਲਬ ਨਹੀਂ, ਤੁਹਾਡਾ ਜੋ ਤੁਹਾਡਾ ਪਿਛਲਾ ਕਿਰਦਾਰ ਆ ਸਾਡੇ ਗੱਠ ਚ ਨਾ ਆਇਓ। ਹਾਂਜੀ, ਤੁਹਾਡਾ ਹੈਗਾ, ਤੁਸੀਂ 200-250 ਹੈਗਾ ਤੁਹਾਡੇ ਕੋਲ ਨੌਜਵਾਨ, ਤੁਸੀਂ ਆਪਦਾ ਅੱਡ ਲਾ ਲਓ ਕਿਤੇ। ਹਾਂਜੀ, ਕਿਉਂਕਿ ਆਪਦੀ ਗਿਣਤੀ ਤਾਂ ਉਹਨਾਂ ਦੀ ਇੰਨੀ ਕਹਿ ਜਾਏਗਾ ਨਾ ਹੋਵੇ ਤਾਂ। ਹਾਂਜੀ 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 ਹਾਂਜੀ। ਉਦੋਂ ਗਾਹਾਂ ਜਿਹੜੇ ਇਹ ਆਪਣੇ ਤੁਸੀਂ ਦੂਜੇ ਗਾਇਕ ਦਾ ਨਾਮ ਲਿਆ ਸੀਗਾ ਆਪਣਾ ਮੂਸੇ ਵਾਲੇ ਦਾ। ਹਾਂਜੀ ਹਾਂ, ਜਿਹਾ ਜਿਹਾ ਦੇਖੋ ਇਹਨਾਂ ਦਾ ਵਿਹਾਰ ਹੈਗਾ, ਜਿਹਾ ਜਿਹਾ ਕੁਛ ਇਹ ਪਹਿਲਾਂ ਗਾਉਂਦੇ ਰਹੇ ਆ, ਕਰਦੇ ਰਹੇ ਆ, ਹਥਿਆਰਾਂ ਨੂੰ ਪ੍ਰਮੋਟ ਕਰਨ ਦੀ ਗੱਲ ਆਉਂਦੀ ਰਹੀ ਹੈ। ਹੁਣ ਇਹਨਾਂ ਨੂੰ ਲੱਗਦਾ ਇਹ ਸੀਗਾ ਵੀ ਸਾਰੇ ਜਿਹੜੇ ਨੌਜਵਾਨ ਸਾਡੇ ਮਗਰ ਲੱਗੇ ਆ। ਮੈਂ ਇੱਕ ਗਾਇਕ ਦਾ ਨਾਮ ਭੁੱਲ ਗਿਆ, ਉਹ ਆਪਣੇ ਪਟਿਆਲੇ ਆਏ, ਇਹ ਹਰਭਜਨ ਮਾਨ ਜੀ। ਹਰਭਜਨ ਮਾਨ ਤੇ ਦੂਸਰਾ ਹਰਭਜਨ ਮਾਨ ਨਹੀਂ ਜੀ, ਦੂਸਰਾ ਜੀ ਨੌ ਤਾਂ ਗਿਆ ਉਹਨਾਂ ਦਾ, ਉਹ ਵੀ ਆਏ ਜੋ ਸਟੇਜ ਤੇ, ਉਹ ਕਹਿੰਦੇ ਵੀ ਅਸੀਂ ਆਏ ਆ, ਅਸੀਂ ਆ ਕਰਨੇ ਆ। ਬਾਵਾ ਜੀ, ਬਾਵਾ ਤੁਸੀਂ ਦਾ ਹਮਦਰਦ ਹੈਗੇ, ਤੁਸੀਂ ਬਾਈ ਉਹ ਪਿੱਛੇ ਜਾ ਕੇ। ਹਾਂਜੀ ਹਾਂਜੀ। ਉਹ ਕਹਿੰਦੇ ਵੀ ਨੌਜਵਾਨ ਸਾਡੇ ਨਾਲ ਆਏ ਆ, ਤੁਹਾਡੀ ਜਥੇਬੰਦੀ ਨਾਲ ਨਹੀਂ ਆਏ। ਜੇ ਸਾਨੂੰ ਇੱਥੇ ਬਹਿਣ ਨਹੀਂ ਦੇਣਾ, ਟਾਈਮ ਨਹੀਂ ਦੇਣਾ, ਅਸੀਂ ਆਪਦੇ ਨੌਜਵਾਨ ਠਾ ਕੇ ਲੈ ਜਾਂਦੇ। ਪ੍ਰਧਾਨ ਜੀ ਨੇ ਸਾਫ਼ ਕਿਹਾ ਵੀ ਫਿਰ ਜਿਹੜੇ ਸੁੱਥੋਂ ਭਾਈ ਠਾ ਕੇ ਜਾਂਦੇ ਲੈ ਜਾਓ ਨੌਜਵਾਨ ਠਾ ਕੇ। ਤੇ ਗਿਆ ਕੋਈ ਨਹੀਂ ਉਹਨਾਂ ਨਾਲ। ਉੱਥੇ ਲੱਖਾ ਸਿਧਾਣਾ ਵੀ ਸਾਡਾ ਜਾ ਕੇ ਜਥੇਬੰਦਾ ਬੈਜ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ। ਇੱਕ ਇਹਨਾਂ ਦੇ ਨਾਲ ਕੋਈ ਕਲਾਕਾਰ ਸੀਗਾ, ਮੈਨੂੰ ਨਾਂ ਨਹੀਂ ਆਉਂਦਾ ਉਹਨਾਂ ਦਾ, ਫਿਰ ਮੁੜ ਕੇ ਪਿੱਛੇ ਕੱਠ ਦੇ ਪਿੱਛੇ ਬੈਠ ਕੇ ਇੱਕ ਚੈਨਲ ਵਾਲੇ ਨੂੰ ਇੰਟਰਵਿਊ ਦੇ ਰਹੇ। ਦੇਖੋ ਜਿੰਨੇ ਕੋਈ ਕਲਾਕਾਰ ਹੈਗੇ ਆ, ਸਹਿਰਦ ਹੈਗੇ ਆ, ਜਿੰਨਾ ਕੁ ਉਹਨਾਂ ਨੂੰ ਕਿਸਾਨੀ ਦਾ ਉੱਠਿਆ, ਲਹਿਰ ਦਾ ਉੱਠਿਆ, ਇਹਦੇ ਲਈ ਗੀਤ ਗਾਏ ਹੈ, ਕਿਹਾ ਵੀ ਅਸੀਂ ਲੋਕਾਂ ਦੇ ਨਾਲ, ਸਾਨੂੰ ਦੱਸੋ ਕਿੱਥੇ ਹੈ, ਅਸੀਂ ਉਹਨਾਂ ਨੂੰ ਜੀ ਆਇਆ ਕਹਿੰਦੇ ਆ। ਤੇ ਜਿਹੜਿਆਂ ਨੂੰ ਐ ਹੁੰਦਾ ਵੀ ਹੁਣ ਇਹ ਦਾਲ ਆ ਗਿਆ, ਆਪਦੀ ਕੋਈ ਮਹਿਮਾ ਖੱਟ ਲੋ, ਕਰ ਲੋ। ਬਿਲਕੁਲ ਬਿਲਕੁਲ। ਦੇਖੋ ਜੇ ਇਧਰ ਪੰਜਾਬ 'ਚ ਸੱਦਾ ਦਿੱਤਾ ਹੋਇਆ, ਉਹਦੇ ਮੁਕਾਬਲੇ ਅੱਡ ਸੱਦਾ ਦੇਣਾ ਸੰਭੂ ਬਾਰਡਰ ਤੇ ਕਿੱਡੀ ਉਹ ਚੰਗੀ ਗੱਲ ਹੈਗੀ ਹੈ। ਆਏ ਅਸੀਂ ਅਕਾਲੀ ਦਲ ਨੂੰ ਕਹਿੰਦੇ ਆ ਵੀ ਉਹਨਾਂ ਨੇ 2 ਘੰਟੇ ਦਾ ਜਾਮ ਦਿੱਤਾ, ਉਸ 2 ਘੰਟੇ ਦੇ ਜਾਮ ਦਾ ਕੀ ਅਰਥ ਹੈਗਾ ਜੇ ਪੰਜਾਬ ਬੰਦ ਦਾ ਸੱਦਾ ਹੈਗਾ। ਤੇ ਹੁਣ ਸ਼ਾਇਦ ਜਿਹੜੇ ਕੈਪਟਨ ਸਾਹਿਬ ਦੇ ਸਾਨੂੰ ਸੁਨੇਹੇ ਆ ਰਹੇ ਹੈ, ਉਹ ਵੀ ਸ਼ਾਇਦ ਐ ਕਹਿਣ ਵੀ ਮੈਂ ਮੂਹਰੇ ਲੱਗਦਾ, ਆਓ ਆਪਾਂ ਸੈਂਟਰ ਨੂੰ ਚੱਲੀਏ। ਇਸ ਕਿਸਮ ਦੀ ਵੀ ਕਿਸਾਨਾਂ ਤੋਂ ਅਗਵਾਈ ਹੋ ਕੇ, ਸਹੀ ਲੀਡਰਸ਼ਿਪ ਤੋਂ ਅਗਵਾਈ ਹੋ ਕੇ, ਹਾਂਜੀ, ਦੂਜਿਆਂ ਦੇ ਘਨੇਰੇ ਕਿਵੇਂ ਚੜਾ ਲਈਏ, ਸਾਰਿਆਂ ਨੂੰ ਅੰਦਰੋਂ ਖੱਤੀ ਜ਼ੋਰ ਲੱਗਿਆ ਹੋਇਆ ਤੇ ਸਾਰਿਆਂ ਨੂੰ ਫਿਕਰ ਉੱਠਿਆ ਹੋਇਆ ਵੀ ਜੇ ਪੰਜਾਬ ਸਾਰਾ ਐ ਉੱਠ ਕੇ ਇਹਨਾਂ ਦੇ ਮਗਰ ਲੱਗ ਗਿਆ, ਫਿਰ ਇੱਥੇ ਖੜਦਾ ਕੋਈ ਨਹੀਂ ਹੋਰ। ਹਾਂਜੀ ਬਿਲਕੁਲ ਬਿਲਕੁਲ। ਪੂਰਾ ਜ਼ੋਰ ਲੱਗਿਆ ਹੋਇਆ ਇਹਨੂੰ ਢਾਹ ਲਾਉਣ ਦੇ, ਇਹਨੂੰ ਕਿੱਥੋਂ ਸੱਟ ਵੱਜੇ। ਹਾਂਜੀ ਹਾਂਜੀ ਬਿਲਕੁਲ ਸਾਥੀ ਜੀ। ਉਹ ਇੱਕ ਇੰਟਰਵਿਊ ਦੇ ਵਿੱਚ ਲੱਖਾ ਸਿਧਾਣਾ ਕਹਿ ਰਿਹਾ ਹੈ, ਕਹਿੰਦਾ ਕਿ ਮੈਂ ਫੋਨ ਕੀਤਾ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਨੂੰ, ਭਈ ਅਸੀਂ ਰਲ ਕੇ ਲੜਾਈ ਲੜਨੀ ਹੈ। ਤੇ ਸਾਥੀ ਜੀ ਨੇ ਕਿਹਾ ਭਈ ਅਸੀਂ ਮੁੱਦਿਆਂ ਤੇ ਇਕੱਠੇ ਹੋ ਸਕਦੇ ਹਾਂ, ਪਰ ਨੀਤੀ ਤੇ ਨਹੀਂ। ਸੋ ਕਹਿਣ ਦਾ ਭਾਵ ਇਹ ਹੈ ਕਿ ਨੀਤੀ ਸਾਡੀ ਜਥੇਬੰਦੀ ਦੀ ਹੋਊਗੀ, ਹਾਂ ਮੁੱਦਿਆਂ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਇਹਦੇ ਵਿੱਚ ਕੋਈ ਰੌਲਾ ਨਹੀਂ। ਸੋ ਇਹ ਮਤਲਬ ਕੱਲ ਨਾਲ ਤੁਰ ਕੇ ਇਹ ਕਹਿ ਰਹੇ ਨੇ ਕਿ ਅਸੀਂ ਨੀਤੀ ਵੀ ਤੁਹਾਡੀ ਅਸੀਂ ਤੈਅ ਕਰਾਂਗੇ, ਜਿਹੜੀ ਇੱਕ ਬੜੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਆ। ਇਹਨਾਂ ਦੀ ਗੱਲ ਹੈਗੀ ਆਪਣੇ ਲੱਖੇ ਸਿਧਾਣ ਦੀ ਜਾਂ ਉਹਨਾਂ ਦੀ ਹੈਗੀ ਹੈ, ਜੋਗਿੰਦਰ ਗਰਾਹਾਂ ਇਹ ਕੋਈ ਗੱਲ ਸਾਬਤ ਨਹੀਂ ਕਰ ਸਕਦੀ, ਜੋਗਿੰਦਰ ਗਰਾਹਾਂ ਕੋਈ ਗੱਲ। ਇਹਨਾਂ ਦੀ ਜੇ ਲੱਖੇ ਦੀ ਗੱਲ ਹੋਈ ਤਾਂ ਸਿਰਫ ਸਗਾਰਾ ਮਾਰਨ ਨਾਲ ਹੋਈ ਆਪਣੇ ਨਾਲ। ਅੱਛਾ, ਝੂਠ ਬੋਲ ਰਿਹਾ ਜੀ ਫਿਰ। ਹਾਂ ਹਾਂ ਬਿਲਕੁਲ ਨੰਗਾ ਜਿੱਦਾਂ ਝੂਠਾ ਜੀ। ਜੇ ਉਹਨਾਂ ਨਾਲ ਗੱਲ ਹੁੰਦੀ ਸਾਡੀ ਆਪਸ ਵਿੱਚ ਸਾਂਝੀ ਹੁੰਦੀ ਰਹਿੰਦੀ ਹੈ। ਸਾਨੂੰ ਜੋਗਿੰਦਰ ਸਿੰਘ ਦੱਸ ਦੇ, ਕਿਉਂਕਿ ਸੁਬਾਹ ਸ਼ਾਮ ਦਾ ਵਾਹ ਸਾਡਾ। ਹਾਂਜੀ ਬਿਲਕੁਲ, ਇਹ ਬਣਾਈ ਹੋਈ ਗੱਲ ਹੈ। ਹਾਂਜੀ ਬਿਲਕੁਲ ਸਾਥੀ ਜੀ। ਅਸੀਂ ਤੁਹਾਡੇ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ, ਜਿਹੜੇ ਲੋਕ ਇਹਨੇ ਜਦ ਲੜਦੇ ਆ, ਲੋਕਾਂ ਨੇ ਭਰੋਸਾ ਕੀਤਾ ਹੈ, ਜਿਹਨੂੰ ਲੱਗਦਾ ਵੀ ਇਹ ਲਹਿਰ ਗਾਹਾਂ ਆਵੇ, ਉਸ ਲਹਿਰ ਦੇ ਮਗਰ ਲੱਗ ਲੈਣ, ਉਹਨੂੰ ਲੋਕਾਂ ਨੂੰ ਕਹਿਣ ਵੀ ਭਾਈ ਠੀਕ ਹੈ, ਲੜਦੇ ਆ, ਵਧੀਆ ਲੜਦੇ ਆ, ਸਪੋਰਟ ਤਾਂ ਫੇਰ ਬਣਦੀ ਹੈ। ਜੀ ਜੀ ਬਿਲਕੁਲ। ਇਹ ਲੋਕਾਂ ਨੂੰ ਭੰਬਲ ਭੂਸੇ ਚ ਪਾਉਣਾ ਵੀ ਗਰਾਹਾਂ ਨਹੀਂ ਠੀਕ, ਟਿਕਾਉਂਦੇ ਵਾਲੇ ਨਹੀਂ ਠੀਕ, ਜਾਂ ਕੋਈ ਹੋਰ ਜਥੇਬੰਦੀਆਂ ਨਹੀਂ ਠੀਕ, ਸਾਡੇ ਮਗਰ ਲੱਗੋ, ਅਸੀਂ ਆ ਗਿਆ, ਸਾਡੀ ਸੁਣੀ ਨਹੀਂ ਫਲਾਨਿਆਂ ਨੇ, ਇਹ ਲੋਕਾਂ ਨੂੰ ਭੰਬਲ ਭੂਸਾ ਪਾਉਣਾ ਚਾਹੁੰਦੇ ਆ। ਇਹਦੇ ਵਿੱਚ ਸਾਥੀ ਜੀ ਅਸੀਂ ਥੋੜੀ ਜਿਹੀ ਵੀਡੀਓ ਵੀ ਬਾਅਦ ਚਲਾਉਣੀ ਹੈ। ਜਿਹੜਾ ਇਹ ਇਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਦੀਪ ਸਿੱਧੂ ਜਿਹੜਾ ਗਾਇਕ ਹੈ, ਉਹਨੇ ਬਕਾਇਦਾ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਜਦੋਂ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ, ਉਹਦੀ ਬਕਾਇਦਾ ਉਹਦੀ ਡਟ ਕੇ ਉਹਦੀ ਹਮਾਇਤ ਕੀਤੀ ਬੀਜੇਪੀ ਦੇ ਵਾਸਤੇ।
ਹਾਂਜੀ ਹਾਂਜੀ। ਸੋ ਇਹ ਇਹਨਾਂ ਦਾ ਕਿਰਦਾਰ ਹੈ ਆ। ਸੋ ਬਿਲਕੁਲ ਜੀ, ਅਸੀਂ ਆਪਣੇ ਵੱਲੋਂ ਵੀ ਤੁਸੀਂ ਵੀ ਬੇਨਤੀ ਕਰਨਾ ਚਾਹਾਂਗੇ ਕਿ ਜਿਹੜੇ ਨੌਜਵਾਨ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਸਿਰਫ ਤੇ ਸਿਰਫ ਜਥੇਬੰਦੀਆਂ ਦੇ ਨਾਲ ਜੁੜਨ। ਇਹਨਾਂ ਜਿਹੜਾ ਲੋਕਾਂ ਦਾ ਇਹਨਾਂ ਦਾ ਕਿਰਦਾਰ ਹੈ ਆ, ਇਹਨਾਂ ਜਿਹੜਾ ਇਤਿਹਾਸ ਆ ਉਹ ਬਿਲਕੁਲ ਠੀਕ ਨਹੀਂ ਹੈ। ਇਹ ਸਿਰਫ ਤੇ ਸਿਰਫ ਗੁੰਮਰਾਹ ਹੀ। ਔਰ ਸਾਥੀ ਜੀ ਇੱਕ ਹੋਰ ਵੀ ਗੱਲ ਜਿਹੜਾ ਵੈਸੇ ਤੇ ਇੱਕ ਇੰਟਰਵਿਊ ਦੇ ਵਿੱਚ ਸਾਥੀ ਜੋਗਿੰਦਰ ਸਿੰਘ ਗੁਰਾਹਾਂ ਨੇ ਉਹਦਾ ਜਵਾਬ ਵੀ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਆ ਕਿ ਇੱਕ ਕੋਝੀ ਜਿਹੜੀ ਚਾਲ ਚੱਲੀ ਜਾ ਰਹੀ ਹੈ ਕਿ ਇਹਨੂੰ ਇੱਕ ਕਿੱਤੇ ਦਾ ਮਸਲਾ ਆ, ਇਹ ਧਰਮ ਦਾ ਮਸਲਾ ਨਹੀਂ ਹੈ। ਇਹਨੂੰ ਇੱਕ ਸਿੱਖ ਧਰਮ ਦਾ ਇੱਕ ਮਸਲਾ ਜਿਹੜਾ ਬਣਾਇਆ ਜਾ ਰਿਹਾ ਹੈ। ਤੁਸੀਂ ਵੀ ਉਹਦੇ ਬਾਰੇ ਆਪਣੀ ਕਮੈਂਟਰੀ ਕਰੋ ਕਿ ਇੱਕ ਕਿੱਤੇ ਇੱਕ ਕਿਸਾਨੀ ਦਾ ਮਸਲਾ ਆ, ਇਹਨੂੰ ਆਪਾਂ ਉਹਦੇ ਵਿੱਚ ਧਰਮ ਨੂੰ ਨਾ ਲੈ ਕੇ ਆਈਏ। ਦੇਖੋ ਜੀ, ਜਿਹੜਾ ਜੀ ਕਿੱਤਾ ਖੇਤੀ ਦਾ, ਕਿਸਾਨੀ ਦਾ, ਮਤਲਬ ਖੇਤੀ ਦਾ ਕਿੱਤਾ ਹੈਗਾ, ਇਹ ਸਾਨੂੰ ਇਹ ਦੱਸ ਦੇਣ ਕਿ ਕਿਹੜੇ ਧਰਮ ਦਾ ਬੰਦਾ ਖੇਤੀ ਨਹੀਂ ਕਰਦਾ, ਕਿਹੜੇ ਜਾਤ ਦਾ ਬੰਦਾ ਜੇ ਖੇਤੀ ਨਹੀਂ ਕਰਦਾ, ਕਿਹੜੀ ਪਾਰਟੀ ਹੈ ਜਿਹੜਾ ਉਹਦੇ ਨਾਲ ਜੁੜੇ ਖੇਤੀ ਨਹੀਂ ਕਰਦੀ। ਇਸ ਕਰਕੇ ਜੇ ਅਸੀਂ ਖੇਤੀ ਨੂੰ ਬਚਾਉਣਾ ਹੈ, ਫਿਰ ਖੇਤੀ ਪਹਿਲਾਂ ਮੁੱਖ ਹੋ ਗਈ ਹੈ। ਇਹਨੂੰ ਲੀਹੋਂ ਲਾਉਣ ਖਾਤਰ ਜਦੋਂ ਨਰਮੇ ਦਾ ਮਸਲਾ ਆਇਆ, ਮਤਲਬ ਸਾਰਾ ਨਰਮਾ ਮਰ ਗਿਆ ਸੀਗਾ, ਤੋਤਾ ਸੌ ਪੈਸੇ ਲੈ ਗਿਆ ਸੀਗਾ, ਅਕਾਲੀਆਂ ਦਾ ਰਾਜ ਸੀ, ਬਠਿੰਡੇ ਮੋਰਚੇ ਸੱਤ ਨੇ ਰੇਲਾਂ ਰੁਕੀਆਂ, ਪੰਜਾਬ ਦਾ ਮਾਹੌਲ ਜਿਹੋ ਜਿਹਾ ਹੋਣਾ ਉਦੋਂ ਵੀ ਉਹਨੂੰ ਉਹੋ ਜਿਹਾ ਬਣਨ ਜਾ ਰਿਹਾ ਸੀ। ਉਸ ਮੌਕੇ ਲਿਆ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ, ਬੇਅਦਬੀ ਕਰਨੀ ਸਾਹਿਬ ਦੀ। ਉਹ ਲੋਕਾਂ ਨੂੰ ਜਿੰਨਾ ਧਾਰਮਿਕ ਗੱਲਾਂ ਲੋਕਾਂ ਦੇ ਮਨਾਂ 'ਚ ਬੜੀਆਂ ਹੁੰਦੀਆਂ, ਉਹ ਗੱਲ ਸੁਰਤੀ ਦੂਜੇ ਪਾਸੇ ਲਾਈ ਗਈ। ਤੇ ਹੁਣ ਉਹ ਸ਼ਾਇਦ 276 ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਹੀ ਗਾਇਬ ਹੈ। ਬਿਲਕੁਲ ਇਸ ਕਿਸਮ ਦੀ ਚਾਲ ਚੱਲੀ ਜਾਂਦੀ ਹੈ। ਹੁਣ ਵੀ ਜਦੋਂ ਇੱਧਰ ਕੋਈ ਅੰਮ੍ਰਿਤਸਰ ਉਸ ਗੱਲ ਤੇ ਇਕੱਠੇ ਹੋਣ ਦੀ ਗੱਲ, ਜਾਂ ਮਤਲਬ ਵੀ ਸਿੱਖ ਰਾਜ ਜਾਂ ਖਾਲਿਸਤਾਨ ਨੂੰ ਲਿਆਉਣ ਦੀ ਗੱਲ, ਇਹ ਗੱਲਾਂ ਵੀ ਆ ਰਹੀਆਂ ਵੀ ਇਹ ਸਾਰੇ ਸਾਡੇ ਮਗਰ ਲੱਗਣ, ਅਸੀਂ ਖਾਲਿਸਤਾਨ ਹੀ ਲਿਆ ਜਾਾਂਗੇ। ਬਿਲਕੁਲ ਬਿਲਕੁਲ, ਉਹਦੀ ਅਸੀਂ ਬਾਅਦ ਚ ਗੱਲ ਕਰਨੀ ਹੈ। ਅਸੀਂ ਖਾਲਿਸਤਾਨ ਲਿਆਉਣਾ, ਲਾ ਲਓ ਲੋਕਾਂ ਨੂੰ ਮਗਰ ਕੌਣ ਠਾਉਂਦਾ ਹੈ, ਜਾਓ ਲੋਕਾਂ ਦੀ ਮਿਹਨਤ ਕਰੋ, ਲਾ ਲਓ। ਇਸ ਕਰਕੇ ਜਿਹੜਾ ਖੇਤੀ ਕੀਤਾ ਉਹ ਸਾਰੇ ਧਰਮਾਂ ਦਾ, ਸਾਰੇ ਗੋਤਾਂ ਦਾ ਹੈਗਾ, ਸਾਰੀਆਂ ਜਾਤਾਂ ਦਾ ਹੈਗਾ, ਸਾਰੀ ਪਾਰਟੀਆਂ ਦਾ ਸੰਬੰਧ ਉਹਦੇ ਕਰਦੇ ਆ। ਇਸ ਕਰਕੇ ਜਿਹਦਾ ਮਤਲਬ ਧਰਮ ਵਾਲੀ ਗੱਲ ਤੋਂ, ਜਾਤ ਵਾਲੀ ਗੱਲ ਤੋਂ, ਗੋਤ ਵਾਲੀ ਗੱਲ ਤੋਂ, ਪਾਰਟੀਆਂ ਵਾਲੀ ਗੱਲ ਤੋਂ ਉੱਤੇ ਉੱਠ ਕੇ ਖੇਤੀ ਨੂੰ ਬਚਾਉਣ ਦੇ ਲਈ ਆਉਣਾ ਚਾਹੀਦਾ ਹੈ। ਉਹ ਅਸੀਂ ਸਮਝਦੇ ਭਾਈ ਉਹ ਕਿਸਾਨਾਂ ਦਾ ਵਫਾਦਾਰ ਹੈ। ਸਾਥੀ ਜੀ ਇਹਦੇ ਵਿੱਚ ਕੋਈ ਜਾਤ ਦੀ ਗੱਲ ਲਿਆਉਂਦਾ, ਕੋਈ ਪਾਰਟੀ ਦੀ ਗੱਲ ਲਿਆਉਂਦਾ, ਕੋਈ ਧਰਮ ਦੀ ਗੱਲ ਲਿਆਉਂਦਾ ਹੈ, ਅਸੀਂ ਸਮਝਦੇ ਉਹ ਨੁਕਸਾਨ ਕਰ। ਜੀ ਬਿਲਕੁਲ 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 ਜੀ। ਬਾਹਰ ਜਿਹੜੀਆਂ ਬੈਠੀਆਂ ਤਾਕਤਾਂ ਨੇ ਉਹ ਕਹਿ ਰਹੀਆਂ ਨੇ ਕਿ ਅਸਲ ਦੇ ਵਿੱਚ ਇਹ ਖਾਲਿਸਤਾਨ ਬਣਿਆ ਲਓ। ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਸੰਘਰਸ਼ ਨੇ, ਇਹ ਇੱਕ ਉਹ ਸਾਡੇ ਸੰਘਰਸ਼ ਨੂੰ ਤਾਰ ਪੀਟੋ ਕਰ ਰਹੀਆਂ ਨੇ। ਇਹੋ ਜਿਹਾ ਵੀ ਪ੍ਰੋਪੇਗੈਂਡਾ, ਇੱਕ ਬਕਵਾਸ ਕਿਸਮ ਦਾ ਜਿਹੜਾ ਕਿ ਉਹਨਾਂ ਨੂੰ ਜਿੰਨਾ ਉਹਨਾਂ ਨੂੰ ਲੱਗਦਾ ਜੀ, ਇਸੇ ਕਰਕੇ ਸਾਡੇ ਸੇਵੇ ਵਾਲੇ ਚ 18 ਬੰਦੇ ਮਾਰੇ ਇਹਨਾਂ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਜਦੋਂ ਉਦੋਂ ਵੀ ਅਸੀਂ ਵੀ ਜੋ ਪੁਲਿਸ ਦਾ ਵਾਧਾ ਹੁੰਦਾ ਸੀ, ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਸੀ, ਅਸੀਂ ਜੱਜ ਕੇ ਉਹਦਾ ਵਿਰੋਧ ਕਰਦੇ ਰਹੇ। ਬਿਲਕੁਲ ਬਿਲਕੁਲ ਜੀ। ਜਿੱਥੇ ਆ ਕੇ ਇਹ ਘਰਾਂ 'ਚ ਜਾ ਕੇ ਨਜਾਇਜ਼ ਕਰਦੇ ਸੀ, ਬੱਸਾਂ ਤੋਂ ਲਾਲਾ ਮਾਰਦੇ ਸੀ, ਅਸੀਂ ਇਹਨਾਂ ਦਾ ਵਿਰੋਧ ਵੀ ਕਰਦੇ ਸੀ। ਜਿਵੇਂ ਸਾਡੇ ਦੋਨੇ ਮਗਰ ਪਏ ਉਦੋਂ, ਕੋਈ ਸ਼ੱਕ ਨਹੀਂ ਸਾਥੀ। ਉਹਦੀ ਦੇਣ ਹੈ ਜਿਹੜੇ 18 ਕਤਲ ਕੀਤੇ ਇਹਨਾਂ ਨੇ ਇੱਕੇ ਦਿਨ ਚ ਛੇਵੇ ਵਾਲੀ ਦੀ ਧਰਤੀ ਤੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਸਾਨੂੰ ਯਾਦ ਹੈ ਜੀ, ਸਾਰਾ ਕੁਝ ਯਾਦ ਹੈ। ਤੋ ਸਾਥੀ ਜੀ ਇਹਦੇ ਵਿੱਚ ਗੱਲਬਾਤ ਦੇ ਵਿੱਚ ਤੁਸੀਂ ਕੁਝ ਹੋਰ ਤੁਸੀਂ ਐਡ ਕਰਨਾ ਚਾਹੋ, ਜਾਂ ਜਿਹੜੀ ਅਗੇਤਰੀ ਸਾਡੀ ਜਿਹੜੀ ਸੰਘਰਸ਼ ਕਿਹੜੇ ਪਾਸੇ ਨੂੰ ਜਾਊਗਾ, ਕੀ ਆਪਣੇ ਵਿਸ਼ੇਸ਼ ਤੌਰ ਤੇ ਜਿਹੜੀ ਨੌਜਵਾਨਾਂ ਵਾਸਤੇ ਐਡ ਕਰਨਾ ਚਾਹੁੰਦੇ ਆ ਜੀ। ਅੱਜ ਭਗਤ ਸਿੰਘ ਦਾ ਜਨਮ ਦਿਨ ਹੈ ਜੀ। ਜੀ ਬਿਲਕੁਲ। ਅੱਜ 6-7 ਜ਼ਿਲ੍ਹਿਆਂ ਦੇ, ਇੱਕ ਮੋਗੇ ਜ਼ਿਲ੍ਹੇ ਦੇ ਅੱਡ ਨੌਜਵਾਨ ਇਕੱਠੇ ਹੋ ਰਹੇ ਹੈ ਇੱਧਰਲੀ ਅਗਵਾਈ ਚ। ਦੂਜੇ ਜ਼ਿਲ੍ਹਿਆਂ ਦੇ ਸਾਰੇ ਲੌਂਗੋਵਾਲ ਦੇ ਵਿੱਚ ਦਾਣਾ ਮੰਡੀ ਚ ਨੌਜਵਾਨ ਇਕੱਠੇ ਆ ਇਸ ਵੇਲੇ। ਅਸੀਂ ਉਹਨਾਂ ਨੌਜਵਾਨਾਂ ਨੂੰ ਸੱਦਾ ਇਹ ਦੇਣਾ ਵੀ ਜੋ ਭਗਤ ਸਿੰਘ ਕਹਿੰਦਾ ਸੀਗਾ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝੋ, ਉਹ ਨੌਜਵਾਨਾਂ ਨੂੰ ਕੀ ਕਹਿੰਦਾ ਹੈ ਉਹਦੇ ਲੜ ਲੱਗੋ। ਭਗਤ ਸਿੰਘ ਜਿਹੜਾ ਵਰਕਾ ਮੋੜ ਕੇ ਗਿਆ ਸੀ ਜਾਣ ਵੇਲੇ ਵੀ ਭਾਈ ਆ ਕੇ ਨੌਜਵਾਨ ਖੋਲਣ, ਇਸ ਕਿਤਾਬ ਨੂੰ ਪੜ੍ਹ ਕੇ ਤੁਰਨ, ਉਹ ਸਾਡੀ ਕੋਸ਼ਿਸ਼ ਹੈ ਜੀ। ਉਦੋਂ ਅਸੀਂ ਨੌਜਵਾਨਾਂ ਨੂੰ ਜਿਹੜਾ ਹੈਗਾ ਇਸ ਕਿਸਮ ਦਾ ਸੱਦਾ ਦੇਣਾ ਚਾਹੁੰਦੇ ਆ। ਦੇਖੋ ਜਿਹੜੇ ਨੌਜਵਾਨ ਹੈ, ਨੌਜਵਾਨ ਭਾਰਤ ਸਭਾ ਬਣੀਆਂ ਹੋਈਆਂ, ਭਗਤ ਸਿੰਘ ਦੇ ਵਿਚਾਰਧਾਰਾ ਦੇ ਆਧਾਰ ਤੇ ਬਣੀਆਂ ਹੋਈਆਂ ਜੀ। ਬਿਲਕੁਲ। ਉਹਦੇ ਚ ਹੋ ਸਕਦੇ ਵਿਦਿਆਰਥੀ ਹੈਗੇ ਜਿਹੜੇ ਪੜ੍ਹੇ ਲਿਖੇ, ਉਹ ਵੀ ਨੌਜਵਾਨ ਹੈ, ਉਹਨੂੰ ਤਕੜਿਆ ਕਰਨ। ਇੱਧਰ ਸਾਡੇ ਵੱਲੋਂ ਕਿਸਾਨੀ ਵੱਲੋਂ ਨੌਜਵਾਨ ਤੋਂ ਮੰਗ ਇਹ ਹੈ ਕਿ ਸਾਡੇ ਜਿਹੜੇ ਆਗੂ ਜ਼ਿੰਮੇਵਾਰੀਆਂ ਸਾਂਭਣ ਸਕਦੇ ਆ ਨੌਜਵਾਨ, ਉਹ ਆਗੂ ਜ਼ਿੰਮੇਵਾਰੀਆਂ ਸਾਂਭਣ ਦੇ ਲਈ ਹੁਣ ਭਾਰਤ ਕਿਸਾਨ ਏਕਤਾ ਗ੍ਰਾਂਟ ਚ ਤਾਂ ਜੀ। ਬਿਲਕੁਲ। ਹਾਂ, ਸਾਡੇ ਵਾਰਸ ਬਣਨ ਉਹ
ਇਹ ਮੰਗ ਆ ਸਾਡੀ ਨੌਜਵਾਨਾਂ ਤੋਂ। ਬਹੁਤ ਵਧੀਆ ਸਾਥੀ ਜੀ, ਬਹੁਤ ਵਧੀਆ, ਬਹੁਤ ਵਧੀਆ। ਔਰ ਜਿਹੜਾ ਮੇਰੇ ਖਿਆਲ ਸਾਥੀ ਜੀ 30 ਅਕਤੂਬਰ ਨੂੰ ਜਿਹੜਾ ਸੰਘਰਸ਼ ਆਪਾਂ ਮੇਰੇ ਕੋਲ ਡੇਟ ਮੇਰੇ ਦਿਮਾਗ 'ਚ ਭੁੱਲ ਚੁੱਕਿਆ ਮੈਂ। ਹਾਂਜੀ। ਸੋ ਜਿਹੜਾ ਅਗਲੇਰਾ ਜਿਹੜਾ ਸੰਘਰਸ਼ ਹੈਗਾ, ਜਿਹੜਾ ਮੇਰੇ ਖਿਆਲ ਜਿਹੜਾ ਰੇਲਵੇ ਗੱਡੀਆਂ ਰੁਕਣ ਦਾ ਹੈ ਆ, ਉਹ ਹੈਗਾ ਜੀ 1 ਤੋਂ ਹਾਂਜੀ, ਸੌਰੀ 1 ਤੋਂ 99 ਸਮੇਂ ਲਈ ਜਿਹੜੀ 31 ਜਥੇਬੰਦੀਆਂ ਇਕੱਠੀਆਂ ਉਹਨਾਂ ਦਾ 1 ਤੋਂ 99 ਸਮੇਂ ਲਈ ਰੇਲਾਂ ਰੋਕਣ ਦਾ ਜੀ। ਦੂਜਾ ਉਹਨਾਂ ਦਾ ਸੱਦਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਦਾ ਕੋਈ ਕਿਤੇ ਲੀਡਰ ਹੈ ਹੋਰ ਹੈ, ਇਹਦੇ ਵੱਲ ਸਿਹਤ ਕਰੋ। ਇਹ ਸੱਦਾ ਦਿੱਤਾ ਹੋਇਆ ਕੱਤਿਆਂ ਵੱਲੋਂ। ਇੱਕ ਉਧਰ ਕੱਲੀ ਜਥੇਬੰਦੀ ਅੱਡ ਲੜ ਰਹੀ ਆਪਣਾ ਸਤਨਾਮ ਪੰਨੂ ਜੀ, ਉਹਦਾ 29 ਪਹਿਲਾਂ 26 ਤੇ ਕਰੇਲਾ ਦਾ ਉਹਦਾ ਕੀਤਾ ਸੀ 24 ਤੋਂ 26 ਦੀ। ਹਾਂਜੀ, ਉਹਨਾਂ ਨੇ 26 ਤੋਂ ਵਧਾ ਕੇ 29 ਤੇ ਕਰੇਲਾ ਦਾ ਕਰਤਾ ਗਾਹਾਂ। ਉਦੋਂ ਗਾਹਾਂ ਉਹ ਕੀ ਦਿੰਦੇ ਹੈ, ਸਾਡੀ ਕੋਸ਼ਿਸ਼ ਆ ਉਹਨਾਂ ਨੂੰ ਵੀ ਭਾਈ ਇਹਦੇ ਵਿੱਚ ਆਪਾਂ ਸਾਂਝੀ ਬਣੀਏ, ਨਹੀਂ ਕਿਸੇ ਨਾਲ ਇਕੱਠਾ ਚੱਲਿਆ ਜਾਂਦਾ, ਤਾਲਮੇਲ ਨਾਲ ਚੱਲਿਆ ਜਾਂਦਾ ਹੁੰਦਾ। ਹਾਂਜੀ, ਅਸੀਂ ਵੀ ਉਹ ਸਾਰੀਆਂ ਜਥੇਬੰਦੀਆਂ ਨਾ ਤਾਲਮੇਲ ਨਾਲ ਚਲਾ ਰਹੇ ਹਾਂ। ਸਾਡੇ ਹੈ ਜਿਹਦੇ ਐਕਸ਼ਨ ਸਾਂਝਾ ਹੋਊਗਾ ਐਕਸ਼ਨ ਸਾਂਝਾ ਕਰ ਲੈਣੇ ਆ, ਜੇ ਨਹੀਂ ਹੋਇਆ ਤਾਂ ਦੂਜਿਆਂ ਨਾਲ ਕੋਈ ਤਾਲਮੇਲ ਕਰ ਲੈਣੇ ਆ ਜੀ। ਹੁਣ ਲੱਖੋ ਵਾਲਾ ਰਾਜੇ ਵਾਲੇ ਨਾਲ ਸਾਡਾ ਬਹੁਤ ਜ਼ਿਆਦਾ ਵੱਡਾ ਬਖਰੇਮ ਹੈ ਸ਼ੁਰੂ ਤੋਂ। ਹਾਂਜੀ, ਹੁਣ ਅਸੀਂ ਉਹਨਾਂ ਨਾਲ ਵੀ ਕਹਿੰਦੇ ਵੀ ਗੱਲ ਨਹੀਂ, ਜੇ ਕੋਲਾ ਹੈ ਇੱਕ ਵਜਨ ਵੱਜਵਾ ਪੈਂਦਾ ਹੈ, ਉਹਨਾਂ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਹਾਂਜੀ, ਬਿਲਕੁਲ ਸਾਥੀ ਜੀ। ਐਕਚੁਅਲੀ ਇੱਕ ਇਹਦੇ ਵਿੱਚ ਹੋਰ ਇੱਕ ਸਵਾਲ ਜਿਹੜਾ ਬਾਰ-ਬਾਰ ਸਾਹਮਣੇ ਆ ਰਿਹਾ ਹੈ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਜਾਣ ਤੇ ਫਿਰ ਅਸੀਂ ਤੁਹਾਡਾ ਸਾਥ ਦਿਆਂਗੇ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਸ ਲੈਵਲ ਤੇ ਇਕੱਠੀਆਂ ਹੋ ਸਕਦੀਆਂ ਤੇ ਕਿਸ ਲੈਵਲ ਤੇ ਜਾ ਕੇ ਸਾਡੇ ਆਪਸ ਦੇ ਵਿੱਚ ਵਿਚਾਰਧਾਰਕ ਵਖਰੇਵੇਂ ਵੀ ਹੈ ਆ? ਦੇਖੋ ਜੀ, ਇਸ ਵਕਤ ਕਿਸਾਨ ਜਥੇਬੰਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਲਗਭਗ ਸਾਰਿਆਂ ਦੀ ਕਿਸਾਨ ਜਥੇਬੰਦੀਆਂ ਬਣਾਈਆਂ, ਉਹਨਾਂ ਨੇ ਪਾਰਟੀ ਦੇ ਹਿਸਾਬ ਨਾਲ ਚੱਲਣਾ, ਆਪਣੇ ਹਿਸਾਬ ਨਾਲ। ਉਹਨਾਂ ਨਾਲ ਸਾਂਝ ਕਿਵੇਂ ਪੁੱਗੂਗੀ? ਉਹ ਤਾਂ ਆਪਦੀ ਪਾਰਟੀ ਕਹਿੰਦੇ ਨੂੰ ਖਿੱਚਦਾ ਕਿਸਾਨਾਂ। ਉਦੋਂ ਗਾਹਾਂ ਕਿਸੇ ਦੀ ਇਰਾਦਾ ਕੀ ਹੈ ਲੜਨ ਦਾ, ਇਸ ਗੱਲ ਦਾ ਫਰਕ ਪੈਂਦਾ ਹੈ। ਕੁਛ ਆਗੂ ਹੈਗੇ ਉਹ ਕਹਿੰਦੇ ਇਸ ਤਾਂ ਝਰੀਟ ਨਹੀਂ ਆਉਣ ਦਿੰਦੇ, ਅਸੀਂ ਕਹਿੰਦੇ ਆ ਭਾਈ ਕੁਰਬਾਨੀਆਂ ਬਣਾ ਗਾਹਾਂ ਗੱਲ ਨਹੀਂ ਚੱਲਣੀ। ਬਿਲਕੁਲ, ਹੁਣ ਇਹ ਦੋ ਕੇਸ ਹਿਸਾਬ ਨਾਲ ਇਕੱਠੇ ਹੋਣ ਜੀ, ਉਹ ਹੁੰਦਾ ਵੀ ਭਾਈ ਉਹੀ ਸਾਂਝ ਬਣ ਗਈ, ਕੋਈ ਗੁੰਜਾਇਸ਼ ਨਹੀਂ ਕਿ ਸਾਰੀਆਂ ਜਥੇਬੰਦੀਆਂ ਇੱਕ ਪ੍ਰਧਾਨ ਇੱਕ ਵਿਧਾਨ ਤੇ ਇਕੱਠੀਆਂ ਹੋ ਜਾਣਗੀਆਂ। ਮੁੱਦਿਆਂ ਦੀ ਸਾਂਝ ਬਣਦੀ ਹੈ, ਉਹ ਤੇ ਇਕੱਠੇ ਆਵਾਜ਼ ਉਠਾਉਂਦੇ ਆ, ਇਹ ਵੀ ਬਹੁਤ ਵੱਡੀ ਗੱਲ ਬਣਦੀ ਹੈ। ਜੇ ਸਾਰੀਆਂ ਪੰਜਾਬ ਦੀਆਂ 31 ਜਥੇਬੰਦੀਆਂ ਇਕੱਠੀਆਂ ਅਸੀਂ ਦੂਜੇ ਨੂੰ 32 ਨੂੰ ਨਾਲ ਲਾਉਣਾ ਚਾਹੁੰਦੇ ਆ ਸਤਨਾਮ ਪੰਨੂ ਨੂੰ, ਇੱਕ ਪਾਸੇ ਨੂੰ ਵਜਨ ਪੈਂਦਾ ਸਾਰਿਆਂ ਦਾ, ਤੇ ਇਸ ਕੁੱਲ ਗੱਲ ਨੇ ਮਾਹੌਲ ਬਦਲਿਆ ਤੇ ਲੜਨਾ ਹਰ ਇੱਕ ਨੇ ਕਿਸੇ ਦਾ ਇਰਾਦਾ ਕੀ, ਉਹਦੀ ਸਮਰੱਥਾ ਕੀ, ਲੜੇ ਤਾਂ ਉਸ ਹਿਸਾਬ ਨਾਲ ਜਾਂਦਾ। ਹਾਂ, ਜਿਹਨੇ ਝੀਟ ਨਹੀਂ ਆਉਣ ਦੇਣੀ, ਉਹਨੇ ਕੇਸ ਨਹੀਂ ਪਾਣਾ, ਉਹਦੇ ਤੇ ਵੰਡ ਦੇਣਾ। ਹਾਂਜੀ, ਤੇ ਫਿਰ ਸਰਕਾਰ ਖਿਲਾਫ ਕਿੰਨਾ ਕੁ ਲੜੂਗਾ ਉਹ? ਜੀ ਬਿਲਕੁਲ, ਜੀ ਬਿਲਕੁਲ, ਜੀ ਬਿਲਕੁਲ, ਜੀ ਬਿਲਕੁਲ। ਤੇ ਸਰਕਾਰ ਦੇ ਖਿਲਾਫ ਜਿਹੜਾ ਉਹ ਲੜਦਾ, ਸਰਕਾਰ ਮਗਰ ਵੀ ਉਹਦੇ ਪੈਂਦੀ ਹੈ। ਜੇ ਅਸੀਂ ਸਰਕਾਰ ਨਾਲ ਬਿਨਾਂ ਸਮਝੌਤੇ ਹੋ ਕੇ ਲੜਦੇ ਆ, ਇਸੇ ਕਰਕੇ ਸਰਕਾਰ ਨੂੰ ਤਕਲੀਫ ਹੈ, ਸਾਡੇ ਤੇ ਕੇਸ ਹੈ। ਸਾਥੀ ਜੀ, ਇੱਕ ਮੈਂ ਸਰੋਤਿਆਂ ਦੇ ਨਾਲ ਤੁਸੀਂ ਇਹ ਵੀ ਗੱਲ ਸਾਂਝੀ ਕਰੋ ਕਿ ਵੇਖੋ, ਜਿੱਦਾਂ ਹਜ਼ਾਰਾਂ ਲੋਕਾਂ ਦਾ ਇੱਕ ਜਗ੍ਹਾ ਤੇ ਇਕੱਠ ਹੋਣਾ, ਉਹਦੇ ਵਿੱਚ ਟੈਂਟ, ਉਹਦੇ ਵਿੱਚ ਲੰਗਰ ਦਾ, ਇਹ ਜਿਹੜਾ ਇਹ ਸਾਰਾ ਐਡਾ ਵੱਡਾ ਪ੍ਰਬੰਧ ਹੁੰਦਾ ਹੈ, ਮਤਲਬ ਸਰੋਤਿਆਂ ਨਾਲ ਸਾਂਝਾ ਕਰੋ ਵੀ ਇਹ ਸਾਰਾ ਪ੍ਰਬੰਧ ਕਰਨ ਵਾਸਤੇ ਸਰਮਾਇਆ ਲੱਗਦਾ, ਉਹਦੇ ਵਾਸਤੇ ਮਿਹਨਤ, ਜਿਹੜੀ ਵਲੰਟੀਅਰ ਦੀ ਜਿਹੜੀ ਮਿਹਨਤ ਆ, ਉਹ ਕਿਸ ਹੱਦ ਤੱਕ ਉਹ ਮਿਹਨਤ ਲੱਗਦੀ ਹੈ ਤੇ ਇਹ ਸੰਘਰਸ਼ ਜਿਹੜੇ ਨੇ ਇਹ ਕਾਮਯਾਬ ਹੁੰਦੇ ਨੇ? ਦੇਖੋ ਵੀ ਅਸੀਂ ਇਹ ਮੰਨਦੇ ਹਾਂ ਵੀ ਲੋਕ ਜਿਹੜੇ ਹੈਗੇ ਇਤਿਹਾਸ ਦੇ ਸਿਰਜਣਹਾਰ ਹੈ, ਤੇ ਜਿੱਥੇ ਲੋਕ ਆ ਗਏ ਜੀ ਉੱਥੇ ਕਿਸੇ ਪ੍ਰਬੰਧ ਦੀ ਘਾਟ ਨਹੀਂ ਰਹਿੰਦੀ। ਸਾਡੇ ਨਾਲ ਲੋਕ ਜੁੜਿਆ, ਸਾਡੇ ਕੋਲ ਕਿਤੇ ਫੰਡ ਦਾ ਤੋੜਾ ਨਹੀਂ ਰਿਹਾ। ਇਸ ਮਸਲੇ ਜਿਹੜਾ ਪਟਿਆਲੇ ਮੋਰਚਾ ਲੱਗਿਆ, ਸਾਡੇ ਦੀ ਵੀ ਤੁਸੀਂ ਉਹ ਸੁਣੀ ਹੋਵੇ, ਵੀਡੀਓ ਪਾਈ ਹੋਈ ਹੈ। ਬਿਲਕੁਲ ਬਿਲਕੁਲ ਜੀ, ਮੈਂ ਉਹਦਾ ਮੈਨੂੰ ਲੱਗਦਾ ਵੀ ਏਡਾ ਵੱਡਾ ਇਕੱਠ ਹੈ ਵੀ ਅਸੀਂ ਮਦਦ ਕਰੀਏ, ਇੱਥੇ ਲੰਗਰ ਵੱਧ ਪਕਾਓ। ਹਾਂਜੀ ਹਾਂਜੀ ਹਾਂਜੀ, ਮੈਂ ਉਹਨਾਂ ਦੀ ਆਪਦੀ ਵੀਡੀਓ ਦੇ ਵਿੱਚ ਹੈ ਵੀ ਕੋਈ ਉਹਨਾਂ ਜੋ 2-4% ਭਾਵੇਂ ਆ ਕੇ ਬੈਠ ਕੇ ਉਹਨੂੰ ਰੋਟੀ ਖਾਣ, ਨਹੀਂ ਸਾਡੇ ਉੱਥੇ ਗੁਰਦੁਆਰੇ ਖੜੇ ਪਾਣੀ ਪੀਤਾ, ਛਕਿਆ ਤੇ ਗਾਹਾਂ ਪਾ। ਬਹੁਤ ਕਮਾਲ ਵੱਡਾ ਪ੍ਰਬੰਧ ਉਹਨਾਂ ਦਾ ਆਪਦਾ ਉੱਥੇ ਸੀਗਾ ਜੀ। ਬਿਲਕੁਲ, ਹਾਂ ਹਾਂ ਹਾਂ, ਢੱਡੀ ਵਾਲਿਆਂ ਨੂੰ ਵੀ ਕਹਿਣਾ ਪਿਆ। ਬਿਲਕੁਲ ਬਿਲਕੁਲ ਬਿਲਕੁਲ, ਜਿੱਥੇ ਲੋਕ ਆਉਂਦੇ ਆ ਜੀ ਉੱਥੇ ਰੋਟੀ ਦਾ ਕੀ ਹੈਗੀ ਗੱਲ ਹੈਗੀ ਹੈ, ਜਨ ਦੀ ਦੁੱਧ ਦੇ ਸਮੁੰਦਰ ਚੱਲਦਾ ਹੈ। ਐਡੇ ਇਕੱਠ ਨੂੰ ਖੀਰਾਂ ਬਣਦੇ ਆ ਜੀ ਉੱਥੇ। ਬਹੁਤ ਬਹੁਤ ਵਧੀਆ ਸਾਥੀ ਜੀ, ਬਹੁਤ ਵਧੀਆ। ਹਾਂਜੀ ਹਾਂ, ਅਸੀਂ ਪਿਛਲੇ ਸਾਲ ਪਰਾਲੀ ਵਾਲੇ ਮਸਲੇ ਤੇ ਜੀ ਬਰਨਾਲੇ ਦੀ ਦਾਣਾ ਮੰਡੀ 'ਚ ਇਕੱਠ ਕਰਿਆ, ਲਗਭਗ 50,000 ਦੀ ਗਿਣਤੀ ਆਈ ਹੋਣੀ ਹੈ।
ਤੇ ਉੱਥੇ ਦੁੱਧ ਚ ਪੱਤੀ ਪਾਈਏ, ਪਾਣੀ ਪਾਉਣ ਦੀ ਲੋੜ ਨਹੀਂ ਪਈ ਚਾਹ ਬਣਾਉਣ ਦੀ। ਜੀ ਬਿਲਕੁਲ। ਹਾਂ ਗੱਲ ਤਾਂ ਜਿੱਥੇ ਲੋਕ ਆਉਂਦੇ ਆ, ਦੇਖੋ ਜੀ ਹਾਂਜੀ ਹੁਣ ਜੇ ਲੋਕ ਐਡੇ ਵੱਡੇ ਇਹ ਗੁਰਦੁਆਰੇ ਸਾਰੇ ਆ, ਉਹਦੇ ਨਾਲ ਭਾਵਨਾ ਜੁੜੀ ਹੋਈ ਹੈ, ਉੱਥੇ ਕਾਹਦਾ ਤੋੜਾ ਹੈ। ਤੇ ਜਦੋਂ ਲੋਕਾਂ ਦੀ ਭਾਵਨਾ ਕਿਸੇ ਅੰਦੋਲਨ ਨਾਲ ਜੁੜ ਜੇ ਫਿਰ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਜੀ ਬਿਲਕੁਲ ਬਿਲਕੁਲ। ਤੇ ਦੂਜਾ ਜਿਹੜਾ ਲੋਕਾਂ ਤੇ ਭਰੋਸਾ ਕਰਕੇ ਤੁਰਦਾ ਉਹਦਾ ਫਰਕ ਪੈਂਦਾ। ਇਸ ਦਾ ਲੋਕਾਂ ਤੇ ਭਰੋਸਾ ਕਰਦਾ, ਕਿਤੇ ਕਿਸੇ ਚੀਜ਼ ਦੀ ਘਾਟ ਨਹੀਂ ਪਈ। ਜੀ ਬਿਲਕੁਲ ਬਿਲਕੁਲ ਸਾਥੀ ਜੀ। ਭਰੋਸੇ ਤੋਂ ਹੀ ਗਾਹਾਂ ਸਾਥੀ ਜੀ, ਮੇਰਾ ਇੱਕ ਹੋਰ ਸਵਾਲ ਆ, ਅਸੀਂ ਤੁਹਾਡੇ ਤੋਂ ਬਾਅਦ ਅਸੀਂ ਡਿਟੇਲ 'ਚ ਗੱਲ ਕਰਦੀ ਹਾਂ। ਜਿਹੜੇ ਗਰੁੱਪ ਗੁਰਾਹਾਂ ਦਾ ਨਾਂ ਲੈ ਕੇ ਭੰਡੀ ਪ੍ਰਚਾਰ ਕਰ ਰਹੇ ਨੇ, ਉਹਨਾਂ ਦੀ ਡਿਟੇਲ 'ਚ ਅਸੀਂ ਬਾਅਦ 'ਚ ਗੱਲ ਕਰਨੀ ਆ। ਇੱਕ ਇਹ ਬਾਰ-ਬਾਰ ਸਾਥੀ ਜੀ ਇਹ ਕਰ ਰਹੇ ਨੇ ਕਿ ਜਿਹੜੇ ਇਹ ਕਿਸਾਨੀ ਆਗੂ ਨੇ ਇਹ ਲੋਕਾਂ ਨੂੰ ਵਰਤਣਗੇ ਤੇ ਇਹਨਾਂ ਨੇ ਬਾਅਦ ਸਰਕਾਰ ਨਾਲ ਹੱਥ ਮਿਲਾ ਲੈਣਾ ਤੇ ਇਹਨਾਂ ਨੇ ਇਹ ਸੰਘਰਸ਼ ਆਪਣੇ ਆਪ ਹੀ ਖਤਮ ਕਰ ਦੇਣੇ ਆ। ਸੋ ਇਹਨਾਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਦੇਖੋ ਜੀ, ਤਾਂ ਕਿਸੇ ਨੇ ਲੋਕਾਂ ਨੂੰ ਵਹਿਮ ਭਰਮ ਫੈਲਾਉਣਾ, ਧੋਖਾ ਦੇਣਾ ਹੈ, ਲੋਕਾਂ ਦਾ ਵਿਸ਼ਵਾਸ ਜਥੇਬੰਦੀ ਤੋੜਨਾ ਹੈ, ਉਹ ਇਹੋ ਜਿਹਾ ਕੁਛ ਕਰਦੇ ਆ। ਕਿਉਂਕਿ ਜਿੰਨੇ ਹੁਣ ਤੱਕ ਵੱਡੇ ਲੀਡਰ ਆਏ ਆ, ਪਾਰਟੀਆਂ ਦੇ ਆਏ ਆ, ਜਥੇਬੰਦੀਆਂ ਦੇ ਆਏ, ਉਹਨਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨੂੰ ਲੱਗਦਾ ਵੀ ਇਹ ਗੱਲ ਚੱਲ ਸਕਦੀ ਹੈ। ਪੰਜਾਬ ਦੇ ਵਿੱਚ ਜੇ ਸਾਰੀਆਂ ਜਥੇਬੰਦੀਆਂ ਨੂੰ ਵੱਧ ਰਹੇ ਆ, ਅਸੀਂ ਲੋਕ ਸਾਡੇ ਤੇ ਭਰੋਸਾ ਕਰ ਰਹੇ ਹੈ, ਇਸ ਗੱਲ ਦੀ ਬਹੁਤ ਸਾਰਿਆਂ ਨੂੰ ਤਕਲੀਫ ਹੈ। ਬਿਲਕੁਲ ਜੀ ਬਿਲਕੁਲ। ਉਸ ਤਕਲੀਫ ਚੋਂ ਗਰਾਹਾਂ ਦੇ ਖਿਲਾਫ ਵੀ ਉਹ ਬੋਲਦੇ ਹੈ, ਦੂਜੇ ਆਗੂ ਦੇ ਖਿਲਾਫ ਵੀ ਬੋਲਦੇ, ਜਥੇਬੰਦੀ ਦੇ ਖਿਲਾਫ ਵੀ ਬੋਲਦੇ ਹੈ। ਜਿੱਥੋਂ ਤੱਕ ਕਿਸੇ ਨੂੰ ਲੱਗਦਾ ਵੀ ਭਾਈ ਇਹ ਵਿਕ ਜਾਣਗੇ, ਰਹਿ ਜਾਣਗੇ, ਅਸੀਂ ਤਾਂ ਉਹਦਾ ਇਹੀ ਕਹਿ ਸਕਦੇ ਹਾਂ ਵੀ ਸਾਡਾ ਘੱਟੋ ਘੱਟ 40 ਸਾਲ ਦੀ ਮਤਲਬ ਤਜਰਬਾ ਹੋ ਗਿਆ ਜਥੇਬੰਦੀ 'ਚ ਕੰਮ ਕਰਦਿਆਂ ਦਾ ਜੀ। ਜੇ ਵਿਕਣਾ ਹੁੰਦਾ ਇਹ ਤੋਂ ਪਹਿਲਾਂ ਵਿਕ ਜਾਂਦੇ ਜੀ। ਬਿਲਕੁਲ। ਵਿਕਣਾ ਹੁੰਦਾ ਤਾਂ ਟਰਾਈਡੈਂਟ ਨੂੰ ਅਸੀਂ ਗੁੱਡ ਨਹੀਂ ਲਵਾਈਏ, ਟਰਾਈਡੈਂਟ ਵਾਲੇ ਦੀ। ਬਿਲਕੁਲ ਸਾਥੀ ਜੀ। ਹਾਂਜੀ, ਉਹਨੂੰ 23 ਕਰੋੜ ਰੁਪਇਆ ਵੱਧ ਦੇਣਾ ਪਿਆ। ਫਿਰ ਵਿਕਣਾ ਹੁੰਦਾ ਉਹ ਤੋਂ ਲੈ ਲੈਂਦੇ ਜਿਹੜਾ ਕੁਝ ਲੈਣਾ ਸੀ, ਜੋ ਮਰਜ਼ੀ ਮੰਗ ਲਾਂਦੇ। ਤੇ ਸਿਰੇ ਦਾ ਸਰਕਾਰ ਨੇ ਜ਼ਬਰ ਕਰਕੇ ਦੇਖ ਲਿਆ। ਜਦੋਂ ਸਾਡੀ ਜਥੇਬੰਦੀ ਦੀ ਲੈਣ ਨੀਤੀ ਹੈ, ਨਾ ਅਸੀਂ ਕਿਸੇ ਦੀ ਦਵਾਈਆਂ ਦਬਦੇ ਜੋ ਮਰਜ਼ੀ ਕੋਈ ਸਰਕਾਰ ਜ਼ਬਰ ਕਰੇ, ਤੇ ਨਾ ਕੋਈ ਮਤਲਬ ਅਸੀਂ ਕਿਸੇ ਲਾਲਚ ਚ ਆਉਂਦੇ। ਸਾਡੇ ਜਿੰਨੇ ਸਾਰੇ ਹੁਣ ਤੱਕ ਆਗੂ ਹੈ, ਕਿਸੇ ਦੀ ਜਾਇਦਾਦ ਘਟੀ ਤਾਂ ਅਸੀਂ ਸਾਰਿਆਂ ਦੀ ਸਾਬਤ ਹੋ ਜੂ, ਵਧੀ ਕਿਸੇ ਦੀ ਨਹੀਂ ਸਾਬਤ ਹੋਊਗੀ। ਜੇ ਕੋਈ ਇਹੋ ਜਿਹਾ ਕੁਛ ਕਰੋ, ਉਹਦੀ ਜਾਇਦਾਦ ਤਾਂ ਵੱਧਦੀ ਹੋਈ ਹੈ। ਤੇ ਦੂਜੀ ਇਧਰ ਜਥੇਬੰਦੀ ਸਾਡਾ ਫੈਸਲਾ ਜਿਹੜਾ ਹੈਗਾ ਵੀ ਜੇ ਅਸੀਂ ਵੋਟਾਂ ਦੇ ਵਿੱਚ ਆਪ ਹਿੱਸਾ ਨਹੀਂ ਲੈਣਾ, ਸਾਡਾ ਕੋਈ ਆਗੂ ਕਿਸੇ ਦੀ ਸਪੋਰਟ ਨਹੀਂ ਕਰ ਸਕਦਾ, ਉਹ ਵੇਚ ਕਿਵੇਂ ਦਿਓ ਲੋਕਾਂ ਨੂੰ? ਜੀ ਬਿਲਕੁਲ ਬਿਲਕੁਲ। ਵੇਚੋਗੇ ਤਾਂ ਹੀ ਨਾ, ਪਾਰਟੀ ਨੂੰ ਖਰੀਦੂ ਵੀ ਕੋਈ ਤਾਂ ਹੀ, ਨਿਹਾਇ ਦੇ ਮਗਰ ਵੋਟਾਂ ਪੈ ਕੇ ਆ ਜਾਣਗੀਆਂ। ਸਾਡਾ ਤਾਂ ਫੈਸਲਾ ਹੈ ਵੀ ਜੇ ਕਿਸੇ ਨੇ ਕੋਈ ਜਾਣਾ ਹੈ, ਇਧਰੋਂ ਅਸਤੀਫਾ ਦੇ ਵਿੱਚ ਜਾ ਬੜੇ ਜਿਹੜੇ ਮਰਜ਼ੀ ਖੋਜ ਡਿੱਗਣਾ ਡਿੱਗ ਪਏ। ਜੀ ਬਿਲਕੁਲ 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 ਸਾਥੀ ਜੀ, ਬਿਲਕੁਲ ਬਿਲकुल। तो साथी जी मेरे ख्याल अपनी लगभग गलबात हो चुकी है, पर ਅਸੀਂ ਅੱਜ ਰਹਿੰਦੇ ਬੇਬੁਨਿਆਦ ਗੱਲਾਂ ਨਹੀਂ, ਬੇਬੁਨਿਆਦ ਦੋਸਤ ਆ ਜੇ ਕੋਈ ਲਾਉਂਦਾ ਹੈ। ਹਾਂਜੀ ਹਾਂਜੀ। तो साथी जी गल कर रहे थे कि मेरे ख्याल लगभग अपनी गलबात हो चुकी है। सो बिल्कुल फिर तो ਤੁਹਾਡੀ ਜਥੇਬੰਦੀ ਤੇ ਤੁਹਾਡੀਆਂ ਹੋਰ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ, ਅਸੀਂ ਉਹਨਾਂ ਨੂੰ ਸਾਡਾ ਸਿਰ ਝੁਕਦਾ ਜੀ। ਇੰਨਾ ਵੱਡਾ ਜਿਹੜਾ ਸੰਘਰਸ਼, ਔਰ ਅਗਲੇ ਆਉਂਦੇ ਸਮੇਂ ਦੇ ਵਿੱਚ ਵੀ ਮੈਨੂੰ ਪੱਕਾ ਯਕੀਨ ਹੈ ਕਿ ਜਿਹੜੀਆਂ ਸਹੀ ਜਥੇਬੰਦੀਆਂ ਨੇ ਉਹਨਾਂ ਨੇ ਹੀ ਲੰਬੇ ਘੋਲ ਲੜਨੇ ਆ, ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਹੋ ਜਾਣਾ। ਜਿਹੜੀਆਂ ਜਥੇਬੰਦੀਆਂ ਨਾਲੋਂ ਵੀ ਝੜਨਗੀਆਂ, ਪਰ ਸਾਨੂੰ ਪੱਕਾ ਯਕੀਨ ਆ ਵੀ ਘੱਟੋ ਘੱਟ ਤੁਹਾਡੀ ਜਥੇਬੰਦੀ ਇਹ ਸੰਘਰਸ਼ ਨੂੰ ਲੰਬੇ ਸਮੇਂ ਤੱਕ ਲੜੂਗੀ। ਤਾਂ ਸਾਥੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰੇਡੀਓ ਤੇ ਆਉਣ ਲਈ। ਇਨਕਲਾਬ ਰੇਡੀਓ ਰਾਹੀਂ ਮਾਧਿਅਮ ਰਾਹੀਂ ਸਾਰਿਆਂ ਨੂੰ ਇਸ ਗੱਲ ਦੀ ਪਰਜੋਰ ਅਪੀਲ ਕਰਦੇ ਹਾਂ ਜੀ। ਬਿਲਕੁਲ ਕਿ ਉਹ ਜਿਵੇਂ ਗੁਰੂਆਂ ਨੇ 22 ਮੰਜੀਆਂ ਇਕੱਠੀਆਂ ਡੇ ਗਏ ਸੀ, ਉਹਦੇ ਪਛਾਣਿਆ ਸੀ ਵੀ ਸੱਚ ਕੀ ਹੈ ਜੀ। ਬਿਲਕੁਲ। ਇਹ ਤਾਂ ਲੋਕ ਆਪਦੇ ਕੰਨ ਤੇ ਅੱਖਾਂ ਖੋਲਣ, ਸੱਚ ਪਛਾਣਨ। ਅਸੀਂ ਤਾਂ ਇੰਨਾ ਹੀ ਭਰੋਸਾ ਲੋਕਾਂ ਨੂੰ ਦੇ ਸਕਦੇ ਹਾਂ ਵੀ ਇਦੋਂ ਪਹਿਲਾਂ ਉਹ ਸਾਡੀਆਂ ਕਿੰਨੀਆਂ ਕੁਰਬਾਨੀਆਂ ਹੋ ਗਈਆਂ, ਕਿੰਨੇ ਸਾਡੇ ਤੇ ਪਰਚੇ ਬਣ ਗਏ। ਸਾਡੀ ਕਿਤੇ ਵੀ ਉਹ ਇਦੋਂ ਪਹਿਲਾਂ ਵਾਲੀ ਪੋਲ ਦਿਖਾ ਦੇਣ, ਜਲਦੀ ਸਿਰ ਸਾਡਾ 70 ਲੋਕਾਂ ਨੇ ਜੀ। ਇਧਰ ਮੇਰੇ ਵੇਲੇ ਜੇਠੂਗੇ ਜਦੋਂ ਘੋਲ ਚੱਲਿਆ, ਮੇਰੇ ਤੇ 7 ਲੱਖ ਦਾ ਦੋਸ਼ ਲੱਗਿਆ। ਉਹ ਕਹਿੰਦੇ ਵੀ ਉਹਦੀਆਂ ਕੋਠੀਆਂ ਵੀ ਪਾਈਆਂ ਹੋਈਆਂ। ਕੋਠੀ ਅਸੀਂ ਹੁਣ ਵਿੱਢੀ 9-10 ਸਾਲ ਹੋ ਗਏ ਬੇਟੇ ਨੂੰ ਬਾਹਰ ਅਮਰੀਕਾ 'ਚ ਭੱਜਿਆ ਇਹਨੂੰ। ਹਾਂਜੀ ਹਾਂ। ਜਦੋਂ ਲੋਕ ਜਿਹੜਾ ਕੁਛ ਕਹਿੰਦੇ ਆ ਵੀ ਆਹ ਫਲਾਨਾ ਇਹ ਕਰ ਗਿਆ ਤਾਂ ਹੋਏ ਕਰ ਗਿਆ, ਉਹਦੇ ਪ੍ਰਚਾਰ ਨੂੰ ਤਾਂ ਕਿਸੇ ਨੇ ਕੀ ਕਹਿ ਸਕਣਾ। ਕਹਿੰਦੇ ਹਕੀਕੀ ਰੂਪ 'ਚ ਦੇਖਣ ਦਾ ਮਾਮਲਾ ਹੁੰਦਾ ਹੈ। ਹੁਣ ਟਰਾਈਡੈਂਟ ਨਾਲ ਲੜਾਈ ਲੜੇ,
ਕਹਿੰਦੇ ਜੀ ਅਗਰਾਹਾਂ ਦਾ ਮੁੰਡਾ ਤਾਂ ਉੱਥੇ 1.5 ਲੱਖ ਤਨਖਾਹ ਲੈ ਰਿਹਾ, ਉਹਦਾ ਮੁੰਡਾ ਮੁਲਾਜ਼ਮ ਲੱਗਿਆ ਹੋਇਆ ਹੈ। ਹੁਣ ਜਿਹਨੂੰ ਇਹ ਨਹੀਂ ਪਤਾ ਵੀ ਗਰਾਹਾਂ ਦੇ ਤਾਂ ਮੁੰਡੇ ਹੀ ਨਹੀਂ, ਕੁੜੀਆਂ ਗਰਾਹਾਂ ਦੇ ਤੋਂ ਜਿਹੜੀ ਗੱਲ ਸਾਬਤ ਹੀ ਨਹੀਂ ਕਰ ਸਕਦੇ, ਜਮੀ ਬੇਬੁਨਿਆਦ। ਹੁਣ ਜਿਹੜਾ ਕੋਈ ਗਰਾਹਾਂ ਨੂੰ ਜਾਣਦਾ ਉਹਦਾ ਸਾਰੇ ਹੋਰ ਕਰਕੇ ਭਾਈ ਹੋ ਸਕਦਾ ਗਰਾਹਾਂ ਦਾ ਮੁੰਡਾ ਵੀ ਉੱਥੇ ਲੰਘਿਆ ਹੋਊ, ਹਾਲਾਂਕਿ ਗਰਾਹਾਂ ਦੇ 2 ਬੇਟੀਆਂ। ਇਹ ਤਾਂ ਦੋਸਤ ਇਹੋ ਜਿਹੇ ਚੱਕ ਕੇ ਲਾਉਂਦੇ ਆ ਲੋਕ। ਜੀ ਬਿਲਕੁਲ। ਜੇਠੂ ਨੇ ਮੈਨੂੰ ਕਿਹਾ ਵੀ 7 ਲੱਖ ਆ ਗਿਆ, ਉਹ ਸਾਡੇ ਨਾਲ ਦੇ ਸਾਥੀਆਂ ਨੇ ਪ੍ਰਚਾਰ ਕੀਤਾ, ਉਹਨਾਂ ਨੂੰ ਅਸੀਂ ਹੁਣ ਪੁੱਛਦੇ ਯਾਰ ਤੁਸੀਂ ਸਾਬਤ ਹੁਣ ਤਾਂ ਕਰ ਦਿਓ, ਹਜੇ ਤੱਕ ਕਿਸੇ ਤੋਂ ਸਾਬਤ ਨਹੀਂ ਹੋਇਆ, ਕਿਸੇ ਨੇ ਕੋਈ ਸਾਬਤ ਨਹੀਂ ਕੀਤਾ। ਹਾਂਜੀ ਹਾਂ ਜੀ ਬਿਲਕੁਲ। ਜੇ ਤੁਸੀਂ ਵੀਡੀਓ ਕਾਲ ਕਰੋ ਤਾਂ ਤੁਹਾਡੀ ਮੈਂ ਪਹਿਲਾਂ ਵਾਲੀ ਕੋਠੀ ਹੁਣ ਦਿਖਾ ਦੇਣਾ ਵੀ ਕਿੰਨੀ ਵਧੀਆ ਪਈ ਹੋਈ ਹੈ। ਹਾਂਜੀ ਜੀ ਬਿਲਕੁਲ ਸਾਥੀ ਜੀ। ਤਾਂ ਸਾਥੀ ਜੀ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ ਰੇਡੀਓ ਤੇ ਆਉਣ ਲਈ, ਤੇ ਫਿਰ ਵੀ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਬਾਕੀ ਸਾਥੀਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ ਚੱਲਦੇ ਸੰਘਰਸ਼ਾਂ ਦੇ ਬਾਰੇ ਜੀ। ਧੰਨਵਾਦ ਸਤਿ ਸ੍ਰੀ ਅਕਾਲ। ਮੈਂ ਵੀ ਵੱਲੋਂ ਵੀ ਸਾਰੇ ਸਰੋਤਿਆਂ ਦਾ ਜੀ ਧੰਨਵਾਦ ਸਾਥੀ, ਧੰਨਵਾਦ। ਸਤਿ ਸ੍ਰੀ ਅਕਾਲ ਜੀ। तो दोस्तों ਇਹ ਸਨ ਸਾਥੀ ਝੰਡਾ ਸਿੰਘ ਜੇਠੂ ਕੇ ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ, ਔਰ ਇਸ ਵਕਤ ਜਿਹੜੀਆਂ 31 ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਸੰਘਰਸ਼ ਲੜ ਰਹੀਆਂ ਨੇ। ਉਗਰਾਹਾਂ ਜਥੇਬੰਦੀ ਉਹ ਮੋਰਲੀਆਂ ਸਫਾਂ 'ਚ ਹਮੇਸ਼ਾ ਹੀ ਰਹੀ ਹੈ। ਤੋ ਹਾਂਜੀ ਸਾਥੀ ਹੋਰਾਂ ਨਾਲ ਬਹੁਤ ਵਾਰੀ ਪਹਿਲੇ ਵੀ ਸਾਡੀ ਗੱਲਬਾਤ ਹੋਈ ਹੈ। ਤੋ ਭਾਰਤੀ ਜੀ ਅਗਲਾ ਜਿਹੜਾ ਇਸੇ ਵਿਸ਼ੇ ਤੇ ਹੀ ਆਪਾਂ ਰਵਾਂਗੇ, ਔਰ ਬਹੁਤ ਕੁਛ ਪਿਛਲੇ 2-4 ਦਿਨਾਂ 'ਚ ਬਹੁਤ ਕੁਛ ਦੇਖਣ ਨੂੰ ਮਿਲਿਆ ਆ। ਮੈਂ ਤੇ ਪੂਰਾ ਤਪਿਆ ਪਿਆ ਜੀ। ਹਾਂਜੀ ਸੋ ਜਿਸ ਤਰੀਕੇ ਦੇ ਨਾਲ ਜਿਹੜੀਆਂ ਲੱਤਾਂ ਜਿਹੜੀਆਂ ਖਿੱਚੀਆਂ ਜਾਂਦੀਆਂ ਨੇ, ਇਹ ਬੜੀ ਇੱਕ ਮਤਲਬ ਇਹ ਆਪਣੇ ਅਸੀਂ ਪਿੰਡੇ ਤੇ ਇਹ ਗੱਲ ਹੰਡਾਈ ਹੈ ਇੱਥੇ ਜਿਹੜਾ ਅਸੀਂ ਕੰਮ ਕਰਦੇ ਹਾਂ ਯੂਨੀਅਨ ਦੇ ਵਿੱਚ, ਔਰ ਬਿਲਕੁਲ ਇਹ ਦੁਨੀਆ ਦੇ ਵਿੱਚ ਮੇਰੇ ਖਿਆਲ ਇਵੇਂ ਹੀ ਲਾਗੂ ਹੁੰਦੀ ਹੈ। ਜਦੋਂ ਸਾਥੀ ਲੈਨਨ ਸਟੇਟ ਐਂਡ ਰੈਵੋਲੂਸ਼ਨ ਜਿਹੜੀ ਕਿਤਾਬ ਲਿਖਦੇ ਆ, ਉਹ ਸਾਰੀ ਦੀ ਸਾਰੀ ਕਿਤਾਬ ਉਹ ਓਪਰਚੁਨਿਸਟ ਨੇ ਜਿਹੜੇ ਮੌਕਾ ਪ੍ਰਸਤ ਉਹਨਾਂ ਨੂੰ ਹੀ ਡੈਡੀਕੇਟਡ ਆ ਵੀ ਇਨਕਲਾਬ ਦੇ ਵਿੱਚ ਜਿਹੜੇ ਅੜੀ ਪਾਉਣੇ ਵਾਲੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਔਰ ਕਿਵੇਂ ਉਹਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ। ਅਨੂ ਜੀ ਮੈਂ ਇੱਕ ਸਰੋਤਿਓ ਮੈਂ ਤੁਹਾਨੂੰ ਅਸੀਂ ਗੱਲ ਲੰਬੀ ਕਰਨੀ ਆ। ਇਹ ਜਿਹੜਾ ਇੱਕ ਨਵਾਂ ਜਿਹੜਾ ਹੀਰੋ ਇਹਨਾਂ ਦੇ ਵਿੱਚ ਉੱਠਾਇਆ ਦੀਪ ਸਿੱਧੂ ਕਰਕੇ ਸਿੰਗਰ ਹੈ ਆ, ਇਹ ਅਨੂ ਜੀ ਕੈਂਪੇਨ ਕਰ ਰਿਹਾ ਬੀਜੇਪੀ ਦੀ। ਹਾਂਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਦੋਂ ਸਨੀ ਦਿਓਲ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜਦੋਂ ਇਲੈਕਸ਼ਨ ਇਹ ਥੋੜੀ ਜਿਹੀ ਵੀਡੀਓ ਚਲਾ ਦਿਓ ਤੇ ਸਰੋਤੇ ਖੁਦ ਹੀ ਸੁਣ ਸਕਦੇ ਆ ਕਿ ਇਹ ਇਹਨਾਂ ਦਾ ਕੀ ਕਿਰਦਾਰ ਹੈ। ਠੀਕ 2019 ਦੀਆਂ ਲੋਕ ਸਭਾ ਚੋਣਾਂ ਤੇ ਜੇ ਗੱਲ ਕਰੀਏ ਬੀਜੇਪੀ ਦੀ, ਤੇ ਬੀਜੇਪੀ ਵੱਲੋਂ ਸਨੀ ਦਿਓਲ ਉਮੀਦਵਾਰ ਨੇ ਤੇ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਕੈਂਪੇਨ ਦੇ ਵਿੱਚ ਜੁੜੇ ਉਹਨਾਂ ਦੇ ਬਹੁਤ ਹੀ ਕਰੀਬੀ ਦੀਪ ਸਿੱਧੂ। ਗੱਲ ਕਰਾਂਗੇ ਉਹਦੇ ਨਾਲ। ਸਰ ਕਾਦੀਆਂ ਦੇ ਵਿੱਚ ਤੁਹਾਡਾ ਦੌਰਾ ਹਾਂਜੀ ਕਿਸ ਤਰ੍ਹਾਂ? ਮੈਂ ਬਸ ਜੀ ਦੇਖਣ ਆ ਗਿਆ ਕਿਵੇਂ ਚੱਲ ਰਹੀਆਂ ਚੋਣਾਂ, ਸਾਰੀਆਂ ਅੰਡਰ ਕੰਟਰੋਲ ਆ, ਬਹੁਤ ਵਧੀਆ ਮਾਹੌਲ ਆ ਜੀ, ਲੋਕਾਂ 'ਚ ਉਤਸ਼ਾਹ ਬੜਾ, ਤੇ ਹਰ ਬੰਦਾ ਲੱਗਿਆ ਹੋਇਆ ਆਪਦੀ ਵਿਚਾਰਧਾਰਾ ਨਾਲ ਜੁੜ ਕੇ, ਹਰ ਬੰਦਾ ਲੱਗਿਆ ਹੋਇਆ, ਬਹੁਤ ਪੀਸਫੁਲ ਢੰਗ ਨਾਲ ਲੱਗਿਆ ਹੋਇਆ, ਤੇ ਇਹਦੀ ਬੜੀ ਖੁਸ਼ੀ ਆ। ਸਿੱਧੂ ਭਾਈ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਕਿਤੇ ਕੋਈ ਏਦਾਂ ਦੀ ਮੰਦਭਾਗੀ ਘਟਨਾ ਹੋ ਸਕਦੀ, ਤੁਸੀਂ ਕਾਫੀ ਹੋਰ ਵੀ ਘੁੰਮ ਕੇ ਆਏ ਹੋਵੋਗੇ, ਕਿੱਦਾਂ ਦਾ ਬੰਦੋਬਸਤ ਹੈ? ਬੰਦੋਬਸਤ ਬਹੁਤ ਵਧੀਆ ਜੀ, ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਆ, ਇੰਤਜ਼ਾਮਾਤ ਆ, ਉਹ ਵੀ ਬੜੇ ਵਧੀਆ, ਤੇ ਬਾਕੀ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਕੋਈ ਘਟਨਾ ਹੋਊਗੀ, ਤਾਂ ਕਿਉਂਕਿ ਲੋਕਾਂ 'ਚ ਲੋਕ ਜਾਗਰੂਕ ਵੀ ਬਹੁਤ ਆ ਹੁਣ, ਹਨਾ, ਲੋਕਾਂ ਨੇ ਮਨ ਬਣਾਇਆ ਹੋਇਆ ਹੁਣ ਕਿੱਥੇ ਅਸੀਂ ਆਪਦਾ ਜਾ ਕੇ ਬਟਨ ਦਬਣਾ, ਤੇ ਕੋਈ ਇਹੋ ਜਿਹੀ ਗੱਲ ਨਹੀਂ, ਬੜਾ ਪੀਸਫੁਲ ਮਾਹੌਲ ਆ। ਬਸ ਸਰੋਤਿਓ ਇੰਨੀ ਕੀ ਤੁਹਾਨੂੰ ਗੱਲ ਬਸ ਸੁਣਾਉਣੀ ਸੀਗੀ। ਔਰ ਇਹ ਬੰਦਾ ਉੱਥੇ ਸ਼ੰਭੂ ਬਾਰਡਰ ਦੇ ਅਖਾੜੇ ਦੇ ਵਿੱਚ ਜਾ ਕੇ ਕਹਿੰਦਾ ਵੀ ਫਿਰ ਸਾਨੂੰ ਖਾਲਿਸਤਾਨ ਤੇ ਸਾਨੂੰ ਮੰਗਣਾ ਹੀ ਪਊਗਾ ਨਾ, ਹਨਾ। ਔਰ ਇੱਕ ਪਾਸੇ ਇਹੋ ਜੀ, ਸੋ ਇਹਨਾਂ ਤੋਂ ਆਪਾਂ ਨੂੰ ਕਿੰਨਾ ਕੁ ਸਾਵਧਾਨ ਉਹਨੂੰ ਜੀ ਰਹਿਣਾ ਪਊਗਾ। ਬਾਕੀ ਸੋ ਇਹਦੇ ਵਿੱਚ ਇਹ ਆ ਕਿ ਮੈਂ ਕਿਸੇ ਨੇ ਸਾਡੇ ਐਕਟਿਵਿਸਟ ਸਾਥੀ ਨੇ, ਵਿਦਿਆਰਥੀ, ਉਹਨਾਂ ਨੇ ਇੱਕ ਮੈਪ ਸ਼ੇਅਰ ਕੀਤਾ ਸੀਗਾ ਭਾਰਤ ਦਾ ਕਿ ਜਿੱਥੇ 25 ਤਰੀਕ ਨੂੰ ਬੰਦ ਹੋਣ ਜਾ ਰਿਹਾ। ਮੈਂ ਉਸ ਤੋਂ ਬਾਅਦ ਵੈਸੇ ਖਬਰਾਂ ਚੈੱਕ ਨਹੀਂ ਕੀਤੀਆਂ, ਉਹਦੇ ਵਿੱਚ ਮਹਾਰਾਸ਼ਟਰ, ਤੇਲੰਗਾਨਾ, ਹੋਰ ਵੀ 4-5 ਸਟੇਟਸ ਉਹਦੇ ਵਿੱਚ ਸੀਗੀਆਂ ਕਿ ਜਿੱਥੇ ਇਹ ਬੰਦ ਹੋਊਗਾ ਉਹ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਭਾਰਤ ਦਾ 1/4 ਹਿੱਸਾ ਸ਼ਾਇਦ ਇਹਦੇ 'ਚ ਸ਼ਾਮਲ ਹੋਊਗਾ। ਤੋ ਉਹ
ਬਾਕੀ ਜਿਸ ਤਰ੍ਹਾਂ ਸਾਥੀ ਜੀ ਵੀ ਕਹਿ ਕੇ ਗਏ ਨੇ, ਇਹ ਖੇਤੀ ਦਾ ਜਿਹੜਾ ਇੱਕ ਕਿੱਤਾ ਆ, ਇਹਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਆ। ਸੋ ਉਹ ਜਿਹੜੇ ਆਰਡੀਨੈਂਸ ਜਿਹੜੇ ਪਾਸ ਕੀਤੇ ਗਏ ਨੇ, ਮਤਲਬ ਕਿ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਬਣਾਏ ਗਏ ਨੇ, ਉਹ ਭਾਰਤ ਭਰ ਲਈ ਬਣਾਏ ਗਏ ਨੇ। ਹਾਂ, ਸੋ ਉਹ ਹਰ ਇੱਕ ਕਿਸਾਨ ਲਈ ਉਹ ਨੁਕਸਾਨ ਦੇ ਸਾਬਤ ਹੋਣਗੇ। ਤੋ ਉਹਦੇ ਵਿੱਚ ਉਹ ਕੋਈ ਕਨੈਕਸ਼ਨ ਬਣਦਾ ਨਹੀਂ ਆ ਧਰਮ ਦਾ ਉਸ ਚੀਜ਼ ਨਾਲ, ਔਰ ਨਾ ਹੀ ਉਹ ਖਾਲਿਸਤਾਨ ਦੀ ਮੰਗ ਦਾ ਕੋਈ ਉਹਦੇ ਨਾਲ ਕਨੈਕਸ਼ਨ ਬਣਦਾ ਆ। ਖੋਲਾਂਗੇ ਜੀ ਇਹਦੇ ਵਿੱਚ ਹਜੇ ਜਿਹੜੀ ਰੈਫਰੈਂਡਮ 2020 ਵਾਲੇ ਉਹਨਾਂ ਦੀ ਵੀ ਗੱਲ ਕਰਨੀਆਂ ਸੀ। 2020 ਆਲਮੋਸਟ ਖਤਮ ਹੋਣ ਵਾਲਾ ਹੈ, ਸੋ ਪਤਾ ਨਹੀਂ ਉਹ ਕਿਵੇਂ ਇਹ ਸਾਰੀ ਗੱਲਬਾਤ ਦੇ ਵਿੱਚ ਸ਼ਾਮਲ ਨੇ। ਹਾਂਜੀ, ਪਰ ਇਹਦੇ ਨਾਲ ਦੇ ਨਾਲ ਅਸੀਂ ਜਦੋਂ ਅਨੁਜ ਜੀ ਜਿਹੜਾ ਜਸਪਾਲ ਸਿੰਘ ਦਾ ਕਤਲ ਹੋਇਆ ਸੀ, ਜ਼ਿਲ੍ਹਾ ਫਿਰੋਜ਼ਪੁਰ ਸੀਗਾ ਜੀ, ਜਿੱਥੇ ਗੁਰਦਾਸਪੁਰ ਨਹੀਂ ਜੀ, ਜਿਹੜਾ ਅੱਛਾ ਨਹੀਂ ਹਾਂ ਦੂਸਰਾ ਠੀਕ ਹੈ, ਉਹ ਹਾਂ ਸ਼ਾਇਦ ਫਿਰੋਜ਼ਪੁਰੀ ਸੀਗਾ। ਹਾਂ, ਜਿੱਥੇ ਰਜਿੰਦਰ ਸਿੰਘ ਹੋਰਾਂ ਦੀ ਜਥੇਬੰਦੀ ਨੇ ਲੀਡ ਲਈ ਸੀ, ਸ਼ਾਮਲ ਸੀਗਾ। ਔਰ ਇਹਦਾ ਕਿਰਦਾਰ ਜਿਹੜਾ ਸੀ ਖੁੱਲ ਕੇ ਸਾਹਮਣੇ ਆਇਆ ਸੀਗਾ ਲੋਕਾਂ ਨੂੰ। ਬਸ ਉਹ ਸਾਰਾ ਸੰਘਰਸ਼ ਬਿਲਕੁਲ ਇਹਨਾਂ ਨੇ ਉਹ ਖਤਮ ਕਰ ਦਿੱਤਾ ਸੀਗਾ। ਉਹ ਪਰ ਜਿਹੜੇ ਸੰਘਰਸ਼ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਇੱਕਦਮ ਬਦਲ ਕੇ, ਤੇ ਉਹ ਠੀਕ ਹੈ ਗਰੀਬ ਪਰਿਵਾਰ ਸੀਗੀਆਂ, ਉਹਨਾਂ ਦੀਆਂ ਲੋੜਾਂ ਜੋ ਵੀ ਕੁਝ ਵੀ ਹੋ ਸਕਦਾ ਆ, ਤਾਂ ਉਹ ਬਿਲਕੁਲ ਹਾਂ ਹਾਈਜੈਕ ਕਰ ਲਿਆ ਸੀਗਾ ਇਹਨਾਂ ਨੇ। ਔਰ ਅਨੂ ਜੀ ਇਹ ਪਹਿਲਾਂ PPP ਜਿਹੜੀ ਸੀਗੀ, ਪੰਜਾਬ ਪੀਪਲਸ ਪਾਰਟੀ, ਮੇਰਾ ਖਿਆਲ ਨਹੀਂ ਜੀ ਨਹੀਂ, PPP ਜਿਹਦੇ ਵਿੱਚ ਬਾਅਦ ਚ ਕਾਂਗਰਸ ਚਲੇ ਗਿਆ ਉਹ ਬਾਦਲ, ਮਨਪ੍ਰੀਤ ਬਾਦਲ, ਇਹ ਸੀ ਪੰਜਾਬ ਪੀਪਲਸ ਪਾਰਟੀ। ਹਾਂ, PPP ਦੇ ਵਿੱਚ ਇਹ ਇਲੈਕਸ਼ਨ ਦੇ ਵਿੱਚ ਖੜਾ ਸੀ। ਹਾਂਜੀ, ਉਸ ਤੋਂ ਬਾਅਦ ਫਿਰ ਲੋਕ ਇਨਸਾਫ ਪਾਰਟੀ ਦੇ ਨਾਲ, ਮਤਲਬ ਕਿਤੋਂ ਨਾ ਕਿਤੋਂ ਗੱਲ ਬਣੇ ਸਹੀ, ਬਣ ਜਾਵੇ, ਕਿਤੋਂ ਗੱਲ ਬਣ ਜਾਵੇ ਸਹੀ। ਸੋ ਇਹਦਾ ਨਾਲ ਇਹ ਸਿਧਾਂਤਕ ਲੋਕ ਜਾਂ ਅਸੂਲਾਂ ਵਾਲੇ ਲੋਕ ਸ਼ਾਇਦ ਇਹਨਾਂ ਨੂੰ ਅਸੀਂ ਨਹੀਂ ਕਵਾਂਗੇ। ਔਰ ਵੈਸੇ ਵੀ ਜਦੋਂ ਉਹ 31 ਜਥੇਬੰਦੀਆਂ ਨੇ, ਉਹ ਪੂਰਨ ਤੌਰ ਤੇ ਉਹਨਾਂ ਦੇ ਵਿੱਚ ਇਹ ਸੰਘਰਸ਼ਾਂ ਦਾ ਕਈ ਸਦੀਆਂ ਦਾ, ਜੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ, ਕਈ ਸਦੀਆਂ ਦਾ ਐਕਸਪੀਰੀਅੰਸ ਆ ਉਹ ਪਿਆ ਇੱਕ ਜਗ੍ਹਾ ਤੇ। ਤਾਂ ਉਹਨੂੰ ਤੁਸੀਂ ਓਵਰਲੁੱਕ ਕਰਕੇ ਲੋਕਾਂ ਨੂੰ ਕਹਿੰਦੇ ਹੋ ਕਿ ਇੱਕ ਉਹ ਮਤਲਬ ਇਹੋ ਜਿਹੀ ਜਗ੍ਹਾ ਤੇ ਆ ਜਾਓ ਜਿੱਥੇ ਕੋਈ ਉਹ ਸੇਧ, ਕੋਈ ਦਿਸ਼ਾ ਨਿਰਦੇਸ਼ ਨਹੀਂ ਆ, ਕੋਈ ਉਹ ਲੋਕੀ ਖੁਦ ਹੀ ਵੈਸੇ ਫੁਟੇਜ ਦੇਖ ਲੈਣ। ਇਹ ਜਿਹੜੇ 31 ਜਥੇਬੰਦੀਆਂ ਵਾਲੇ ਦੇ ਸੰਘਰਸ਼ ਨੇ ਸ਼ਹਿਰ ਲੱਗੇ, ਔਰ ਜਿਹੜਾ ਉਹ ਇੱਕ ਜਗ੍ਹਾ ਤੇ ਲੱਗਿਆ ਹੋਇਆ, ਉਹਨੂੰ ਤੁਸੀਂ ਖੁਦ ਕੰਪੇਅਰ ਕਰਕੇ ਦੇਖ ਲਓ ਕਿ ਕਿਸ ਤਰ੍ਹਾਂ ਦੇ ਉਹ ਪ੍ਰੈਪਰੇਸ਼ਨ ਹੈ, ਔਰ ਕਿਸ ਤਰ੍ਹਾਂ ਦਾ ਡਿਸਪਲਿਨ ਹੈ, ਔਰ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ। ਬਿਲਕੁਲ ਅਨੂ ਜੀ, ਆਪੇ ਲੋਕ ਅਗਰ ਕਰਨ ਕੰਪੇਅਰ ਤਾਂ ਵਧੀਆ ਰਹੂਗਾ। ਔਰ ਦੂਸਰੀ ਜਿਹੜੀ ਸਭ ਤੋਂ ਨਖੇਦੀ ਕਰਨੀ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਜਿਹੜਾ ਸੰਘਰਸ਼ ਚਰਮ ਸੀਮਾ ਤੇ ਹੁੰਦਾ, ਸਹੀ ਸੰਘਰਸ਼, ਉਦੋਂ ਧਰਮ ਨੂੰ ਕਿਵੇਂ ਵਰਤਿਆ ਜਾਂਦਾ ਹੈ, ਹਰ ਇੱਕ ਦੁਰਵਰਤੋਂ ਕੀਤੀ ਜਾਂਦੀ ਹੈ ਧਰਮ ਦੀ। ਔਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਭਾਈਓ, ਜੋਗਿੰਦਰ ਸਿੰਘ ਉਗਰਾਹਾਂ ਨੂੰ ਜਾਂ ਝੰਡਾ ਸਿੰਘ ਜੇਠੂਕੇ ਨੂੰ, ਇਹਨਾਂ ਨੂੰ ਤੁਹਾਡੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਸਿੱਖ ਧਰਮ ਉਹ ਹੈਗੇ ਕਿ ਨਹੀਂ। ਉਹਨਾਂ ਦੇ ਕੰਮ ਬੋਲਦੇ ਨੇ। ਸਾਡੀ ਗੱਲਬਾਤ ਬਾਬਾ ਨਾਨਕ ਨਾਲ ਸਿੱਧੀ ਹੈ, ਸਾਨੂੰ ਤੁਹਾਡੇ ਵਰਗੇ ਵਿਚੋਲੇ ਨਹੀਂ ਚਾਹੀਦੇ ਜਿਹੜੇ ਸਾਨੂੰ ਸਰਟੀਫਿਕੇਟ ਦੇਣਗੇ ਵੀ ਤੁਸੀਂ ਵਰਤ ਰਹੇ ਨੇ ਜੀ, ਡਟ ਕੇ ਵਰਤ ਰਹੇ ਨੇ। ਹੁਣ ਤੱਕ ਇਹਨਾਂ ਨੇ ਇਹੀ ਕੰਮ ਕੀਤਾ ਹੈ। ਔਰ ਜਿਹੜੀ ਤੁਸੀਂ ਡਿਸਿਪਲਿਨ ਦੀ ਗੱਲ ਕੀਤੀ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਇਨੇ ਰੱਖਦੀ ਹੈ। ਭਾਈ ਢੰਡਰੀਆਂ ਵਾਲਿਆਂ ਨੇ ਵੀ, ਮੈਂ ਉਹਨਾਂ ਦੀ ਮੈਂ ਇਹ ਸਰਾਹਨਾ ਕਰਨਾ ਚਾਹੂੰਗਾ। ਉਹਨਾਂ ਨੇ ਕਿਸਾਨਾਂ ਦੇ ਮਾਮਲੇ ਵਿੱਚ ਬਹੁਤ ਵਧੀਆ ਬਿਆਨ ਦਿੱਤਾ ਹੈ, ਔਰ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਧਰਮ ਦਾ ਮਸਲਾ ਨਹੀਂ ਹੈ, ਇਹ ਘੁਸਪੈਠ ਕਰ ਰਹੇ ਨੇ ਤੁਹਾਡੇ ਦੇ ਵਿੱਚ, ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਔਰ ਜਿਹੜੀ ਇੱਕ ਹੋਰ ਉਹਨਾਂ ਨੇ ਬਹੁਤ ਕਮਾਲ ਦੀ ਗੱਲ ਇਹ ਕੀਤੀ ਹੈ ਕਿ ਜਦੋਂ ਵੀ ਕਈ ਵਾਰੀ ਇਹੋ ਜਿਹੇ ਧਰਨੇ ਲੱਗਦੇ ਨੇ, ਕਿ ਕਿਉਂਕਿ ਪਟਿਆਲੇ ਉਹਨਾਂ ਦਾ ਹੈ ਆ ਪਰਮੇਸ਼ਰ ਦਵਾਰ, ਠੀਕ ਹੈ, ਤੇ ਉਹਦੇ ਵਿੱਚ ਉਹ ਕਹਿੰਦੇ ਵੀ 5-7 ਹਜ਼ਾਰ ਬੰਦੇ ਦੀ ਵੱਧ ਜਿਹੜੀ ਰੋਟੀ ਬਣਾ ਲਿਓ। ਉਹਨਾਂ ਨੇ ਬਕਾਇਦਾ ਉਗਰਾਹਾਂ ਦਾ ਨਾਂ ਲੈ ਕੇ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਉਗਰਾਹਾਂ ਦੇ ਉੱਥੋਂ ਟਰੱਕ ਜਾਂ ਬੱਸ ਜੋ ਵੀ ਲੰਘੇ, ਟਰਾਲੀਆਂ ਲੰਘੀਆਂ, ਉਹਨਾਂ ਨੇ ਪਾਣੀ ਜ਼ਰੂਰ ਪੀਤਾ ਹੈ, ਪਰ ਉਹਨਾਂ ਨੇ ਲੰਗਰ ਨਹੀਂ ਖਾਧਾ। ਕਹਿੰਦੇ ਸਾਡਾ ਆਪਣਾ ਪ੍ਰਬੰਧ ਹੈ। ਇਹ ਗੱਲਾਂ ਮੈਨੇ ਰੱਖਦੀਆਂ ਨੇ। ਇਹ ਸੰਘਰਸ਼ ਬੜੀ ਇੱਕ ਅਰੇਂਜਮੈਂਟ ਜਿਹੜਾ ਉਹਨਾਂ ਦਾ ਆਪਣਾ ਜਿਹੜਾ ਆ, ਔਰ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ। ਔਰ ਜਿਹੜੀ ਉਸੇ ਰੈਲੀ ਦੇ ਵਿੱਚ ਆਪਣੇ ਮਾਝੀ, ਉਹਨਾਂ ਦਾ ਮੈਂ ਨਾਮ ਭੁੱਲ ਜਾਂਦਾ, ਹਰਜਿੰਦਰ ਸਿੰਘ ਮਾਝੀ, ਉਗਰਾਹਾਂ ਦੀ ਰੈਲੀ ਦੇ ਵਿੱਚ ਜਾ ਕੇ ਬੋਲੇ ਨੇ 25 ਤਰੀਕ ਜਾਂ ਉਸ ਤੋਂ ਪਹਿਲਾਂ ਵਾਲੀ, ਜਿਹੜੇ ਪਟਿਆਲੇ ਵਾਲਾ ਜਿਹੜਾ ਧਰਨਾ ਲੱਗਿਆ ਸੀਗਾ, ਤੇ ਉਹਦੇ ਵਿੱਚ ਵੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਸਾਡੇ ਵੀ ਪਹਿਲਾਂ ਧਰਨੇ ਲੱਗ ਚੁੱਕੇ ਨੇ ਧਰਮ ਦੇ ਬੇਸ ਤੇ, ਪਰ ਇਹੋ ਜਿਹਾ ਧਰਨਾ
ਔਰ ਮੈਂ ਅੱਜ ਕਹਿੰਦੇ ਮੈਂ ਜੋਗਿੰਦਰ ਸਿੰਘ ਗੁਰਾਹਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਸੋ ਮਿੱਤਰੋ, ਕਿਤੇ ਇਹ ਗੱਲ ਜਿਹੜੀ ਆ ਕਿਸੇ ਪਾਸੇ ਲੱਗਣ ਡਈ ਆ, ਇਹਨਾਂ ਦੇ ਆਪਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਮਗਰ ਹਾਂ। ਸੋ ਇਹਦੇ ਵਿੱਚੋਂ ਜਿਹੜਾ ਕਿ ਨੌਜਵਾਨੀ ਹੈ ਜਿਹੜੀ, ਮੇਰਾ ਖਿਆਲ ਉਹਨਾਂ ਨੂੰ ਥੋੜਾ ਜ਼ਿਆਦਾ ਸਾਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਕਿੰਨਾ ਕੋਲੋਂ ਸਿੱਖਿਆ ਲੈਣੀ ਹੈ। ਸੋ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਗਾਈਆਂ ਨੇ ਇਸ ਚੀਜ਼ 'ਚ, ਔਰ ਉਹ ਜਿਨ੍ਹਾਂ ਨਾਲ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ, 45 ਕੇਸ ਨੇ ਉਹਨਾਂ ਦੇ ਉੱਪਰ। ਸੋ ਉਹ ਕੋਈ ਮਾਨੇ ਰੱਖਦੀ ਹੈ ਚੀਜ਼। ਔਰ ਜਿਹੜੇ ਆਪ ਬੜੇ ਸੈਲਫ ਪ੍ਰੋਫੈਸਡ ਲੀਡਰ ਨੇ, ਜਿਹੜੇ ਆਗੂ ਨੇ ਜਾਂ ਸੈਲੀਬ੍ਰਿਟੀ ਨੇ, ਲੱਖੇ ਸਿਧਾਣੇ ਨੂੰ ਪੁੱਛੋ ਕਿ ਇਹਦੇ ਤੇ ਕਤਲਾਂ ਦੇ ਕੇਸ ਨੇ, ਤੈਨੂੰ ਕਿਹੜੀਆਂ ਸ਼ਰਤਾਂ ਦੇ ਉੱਪਰ ਰਿਹਾ ਕੀਤਾ ਗਿਆ ਭਾਈ? ਤੂੰ ਹੁਣ ਵੀ ਸਰਕਾਰੀ ਬੰਦਾ ਤਾਂ ਨਹੀਂ ਕਿਤੇ, ਤੂੰ ਉਹਨਾਂ ਦੇ ਹੱਕ ਦੇ ਵਿੱਚ ਭੁਗਤਦਾ ਹੈ, ਤੂੰ ਗੁੰਡਾ ਸੀਗਾ, ਤੂੰ ਕਿਹੜੀਆਂ ਸ਼ਰਤਾਂ ਤੇ ਤੈਨੂੰ ਰਿਹਾ ਕੀਤਾ ਗਿਆ ਹੈ ਵੀ ਤੂੰ ਕਿਹੜੇ ਕੰਮ ਕਰਨੇ ਬਾਹਰ ਜਾ ਕੇ। ਔਰ ਦੂਸਰਾ ਅਨੂ ਜਿਹੜਾ ਇਨਸੀਡੈਂਟ ਜਿਹੜੀ ਉਹ ਰਣਜੀਤ ਬਾਵੇ ਦੀ ਹੈ, ਉੱਥੇ ਹਰਭਜਨ ਮਾਨ ਵੀ ਹੈ, ਰਣਜੀਤ ਬਾਵਾ ਵੀ ਹੈ, ਉਹ ਇਹ ਗੁਰਾਹਾਂ ਦੇ ਇਕੱਠ ਦੇ ਵਿੱਚ ਗਏ ਆ। ਤੁਸੀਂ ਮੂਹਰੇ ਆ ਕੇ ਪਹਿਲਾਂ ਬਹਿੰਦੇ ਹੋ, ਉਹ ਜਿਹੜੇ ਉਹ ਪ੍ਰੈਸ ਵਾ ਉਹਨਾਂ ਦਾ ਸਾਰਾ ਵਾਲਾ ਧਿਆਨ ਉਹਦੇ ਵੱਲ ਚਲਾ ਗਿਆ। ਤੁਹਾਨੂੰ ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸਾਡੀ ਇੱਥੇ ਮਤਲਬ ਸਾਡੀ ਸਪੋਰਟ ਦੇ ਵਿੱਚ ਆਓ, ਕੋ ਆਰਾਮ ਨਾਲ ਬਹਿ ਜਾਓ। ਉਹ ਮਿੰਤਾਂ ਦੀ ਐਵੇਂ ਡਰਾਮਾ ਜਿਹਾ ਉੱਥੇ ਕਰੀ ਜਾਂਦੇ ਨੇ ਮਤਲਬ। ਔਰ ਫਿਰ ਰਣਜੀਤ ਬਾਵਾ ਉੱਠ ਕੇ ਸਟੇਜ ਤੇ ਜਾਂਦਾ ਬੋਲਣ ਨੂੰ, ਮਤਲਬ ਤੁਸੀਂ ਕੱਲ ਦੇ ਤੁਸੀਂ ਯੂ ਸ਼ੁਡ ਵੇਟ ਯੋਰ ਟਰਨ। ਅਗਰ ਜਿਹੜੇ ਸੰਚਾਲਕ ਨੇ ਉਹਨਾਂ ਨਾਲ ਤੁਸੀਂ ਅਗਰ ਪਹਿਲਾਂ ਗੱਲ ਕੀਤੀ ਹੈ ਤਾਂ ਅਗਰ ਉਹਨਾਂ ਦੇ ਬੁਲਾਰਿਆਂ ਦੀ ਲਿਸਟ 'ਚ ਤੁਸੀਂ ਹੈਗੇ ਹੋ ਤਾਂ ਤੁਹਾਨੂੰ ਬੁਲਾਇਆ ਜਾਏਗਾ। ਜਿਸ ਤਰ੍ਹਾਂ ਬਾਕੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਆ, ਤੁਸੀਂ ਇੰਤਜ਼ਾਰ ਕਰੋ। ਪਰ ਉਹ ਮੇਰਾ ਖਿਆਲ ਹੈ ਕਿ ਜਦੋਂ ਇਹਨਾਂ ਲੋਕਾਂ ਨੂੰ ਇੱਕ ਆਦਤ ਪੈ ਜਾਂਦੀ ਹੈ ਕਿ ਅਸੀਂ ਸੈਲੀਬ੍ਰਿਟੀ, ਅਸੀਂ ਸਟਾਰ ਆ, VIP ਆ, ਸੋ ਉਹ ਜਿੰਨੀ ਦੇਰ ਤੱਕ ਉਹ ਮਾਨਸਿਕਤਾ ਚੋਂ ਨਹੀਂ ਨਿਕਲਦੇ ਉਨੀ ਦੇਰ ਤੱਕ ਕਿ ਜ਼ਮੀਨੀ ਪੱਧਰ ਤੇ ਲਿਟਰਲੀ ਹੋਣਾ ਪਊਗਾ ਜ਼ਮੀਨੀ ਸੰਘਰਸ਼ ਕਰਨ ਲਈ। ਸਿੱਧੀ ਜਿਹੜੀ ਗੱਲ ਆ। ਨਹੀਂ, ਉਸ ਤੋਂ ਪਹਿਲਾਂ ਵੀਡੀਓ ਆਪਣਾ ਜਿਹੜਾ ਦੂਸਰਾ ਹੈ, ਮੈਨੂੰ ਨਾਂ ਯਾਦ ਭੁੱਲ ਜਾਂਦਾ ਜੀ ਉਹਦਾ, ਵਧੀਆ ਸਿੰਗਰ ਉਹ ਵੀ, ਹਰਭਜਨ ਮਾਨ ਨਹੀਂ ਜੀ, ਨਹੀਂ ਕਾਨੂੰ, ਉਹ ਅੱਛਾ ਹਾਂ ਹਰਜੀਤ ਹਰਮਨ, ਉਹਨੇ ਵੀਡੀਓ ਪਾਈ ਸੀ। ਉਹਨੇ ਪਹਿਲਾਂ ਮੁਜ਼ਾਹਰੇ ਸ਼ਾਮਲ ਸੀ 3-4 ਦਿਨ ਪਹਿਲਾਂ ਦੀ ਸੀ ਕਿਉਂ। ਹਾਂ, ਔਰ ਕੋਈ ਉਹਨੇ ਸਟੇਜ ਤੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਆਰਾਮ ਨਾਲ ਜਿੱਦਾਂ ਬਾਕੀ ਲੋਕ ਬੈਠੇ ਸੀਗੇ ਉਦਾਂ ਜਾ ਕੇ ਬਹਿ ਗਿਆ ਤੇ ਉਹਨੇ ਹੱਥ ਖੜ ਕੇ ਉਹਨੇ ਬਕਾਇਦਾ ਲੋਕਾਂ ਦੇ ਨਾਲ ਨਾਰੇ ਲਾਏ ਆ। ਤੁਹਾਨੂੰ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਔਰ ਉਹ ਜਿਹੜੀ ਇੰਟਰਵਿਊ ਚੱਲ ਰਹੀ ਹੈ ਉੱਥੇ ਸ਼ੰਭੂ ਵਾਲੇ ਅਖਾੜੇ ਦੇ ਵਿੱਚ, ਉੱਥੇ ਖੁਦ ਉਹਨਾਂ ਨੂੰ ਜਰਨਲਿਸਟ ਪੁੱਛਦਾ ਹੈ ਵੀ ਤੁਸੀਂ ਕਦੋਂ ਤੋਂ ਸ਼ਾਮਲ ਹੋ? ਕਹਿੰਦੇ ਸਾਨੂੰ 2 ਹਫ਼ਤੇ ਹੋ ਗਏ ਚੰਡੀਗੜ੍ਹ ਤੋਂ ਤੁਰਿਆ ਸਾਨੂੰ। ਜਿਹੜੇ ਲੋਕਾਂ ਨੇ ਆਪਣੀਆਂ ਉਮਰਾਂ ਗਾਲੀਆਂ ਨੇ, ਜਿਨ੍ਹਾਂ ਨੇ ਤੁਸੀਂ ਉਹ 5-6 ਜਿਹੜੀ ਲਿਸਟ ਪੜ੍ਹ ਕੇ ਹਟੇ ਹੋ, ਸੋ ਮਤਲਬ ਕਿ ਉਹਨਾਂ ਨਾਲ ਸੋ ਇਹਨਾਂ ਦੇ ਸਟੈਮਿਨੇ ਦਾ ਇੱਥੋਂ ਤੁਹਾਨੂੰ ਪਤਾ ਲੱਗ ਜਾਣਾ। ਜਿਹਨਾਂ ਨੂੰ 2 ਹਫ਼ਤਾ ਦਾ ਅਰਸਾ ਬਹੁਤ ਲੰਬਾ ਲੱਗਦਾ ਕਿ ਅਸੀਂ ਤਾਂ 2 ਹਫ਼ਤਿਆਂ ਦੇ ਤੁਰੇ ਹੋਏ ਆ ਇਸ ਸੰਘਰਸ਼ 'ਚ। ਤੇ ਉੱਥੇ ਬਾਰ-ਬਾਰ ਜਿਹੜੀ ਗੱਲ ਇਹ ਸਾਹਮਣੇ ਆ ਰਹੀ ਹੈ ਕਿਉਂਕਿ ਓਬਵੀਅਸਲੀ ਜਿਹੜੇ ਕਿਸਾਨੀ ਮਰਦੀ ਹੈ ਉਹਦੇ ਨਾਲ ਆੜਤੀਆ ਮਰਦਾ ਹੈ, ਉਹਦੇ ਨਾਲ ਮਜ਼ਦੂਰ ਮਰਦਾ ਹੈ, ਉਹਦੇ ਨਾਲ ਜਿਹੜਾ ਛੋਟਾ ਦੁਕਾਨਦਾਰ ਮਰਦਾ ਹੈ। ਉੱਥੇ ਆਪੂ ਖੁਦ ਕਹਿ ਰਹੇ ਨੇ ਭਈ ਸਾਨੂੰ ਅਖਾੜਿਆਂ ਤੇ ਕੌਣ ਸੱਦੂਗਾ। ਹਾਂ, ਇੱਕ ਬੜੀ ਵੈਸੇ ਇਹਦੇ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਸਹੀ ਮਾਨਿਆਂ 'ਚ ਸੈਲਫਲੈਸ ਹੋ ਕੇ ਉੱਥੇ ਸਮਰਥਨ ਦੇਣ ਨਹੀਂ ਆਏ। ਇਹਨਾਂ ਨੂੰ ਉਹ ਆਪਣੇ ਜਿਹੜਾ ਇਹਨਾਂ ਦਾ ਕੀਤਾ ਆ ਉਹ ਮਰਦਾ ਨਜ਼ਰ ਆਉਂਦਾ ਹੈ। ਹਰਭਜਨ ਮਾਨ ਨੇ ਤੇ ਇੱਥੋਂ ਤੱਕ ਵੀ ਕਹਿਤਾ ਕਿ ਪਹਿਲਾਂ ਸਾਨੂੰ ਕਰੋਨਾ ਦੇ ਲੋਕਡਾਊਨਾਂ ਨੇ ਮਾਰ ਲਿਆ ਤੇ ਹੁਣ ਜੇ ਕਾਨੂੰਨ ਆ ਜਾਂਦੇ ਆ ਵੀ ਇਹ ਜਿਹੜੇ ਕਿਸਾਨ ਵਿਆਹ ਕਰਦੇ ਆ ਇਹਨਾਂ ਦੇ ਅਖਾੜੇ ਕੌਣ ਲਾਊਗਾ ਨਾ, ਵਿਆਹਾਂ ਦੇ ਪ੍ਰੋਗਰਾਮ ਕੌਣ ਕਰੂਗਾ। ਸੋ ਇਹ ਸਿਰਫ ਇਹਨਾਂ ਨੂੰ ਆਪਣਾ ਜਿਹੜਾ ਇਹਨਾਂ ਦਾ ਰੁਜ਼ਗਾਰ ਆ ਉਹ ਮਰਦਾ ਨਜ਼ਰ ਆਉਂਦਾ ਆ। ਸੋ ਇਹ ਬੇਸ਼ੱਕ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜੇ ਇੱਕ ਗੱਲੋਂ ਤੇ ਵੈਸੇ ਚੰਗਾ ਕਿ ਉਹ ਓਨੈਸਟਲੀ ਇਹਨਾਂ ਦੇ ਬਾਹਰ ਆ ਗਈ ਗੱਲ, ਤਾਂ ਇਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਉਹ ਕਲੀਅਰ ਕਰਤੀ ਇਹਨਾਂ ਨੇ ਆਪਣੀ। ਇਹ ਆਪਣੇ ਜਿਹੜੇ ਟੁਕੜਾਂ ਦੇ ਵਾਸਤੇ ਬਸ। ਔਰ ਮੈਂ ਅਨੂ ਜੀ, ਮੈਨੂੰ ਰਣਜੀਤ ਬਾਵੇ ਦਾ ਮੈਨੂੰ ਹੁਣ ਗਾਣਿਆਂ ਦਾ ਯਾਦ ਨਹੀਂ, ਉਹ ਜੇ ਉਹ ਬੇਸਿਕਲੀ ਜਿਹੜੇ ਸ਼ਾਇਦ ਲੰਗਰ ਵਰਤਾਏ ਜਾਂਦੇ ਨੇ, ਰੱਜਾਂ ਨੂੰ ਰਜਾਇਆ ਜਾਂਦਾ, ਤੇ ਇੱਕ ਭੁੱਖੇ ਦੀ ਉਹਨੇ ਗਾਣਾ ਇੱਕ ਗਾਇਆ ਸੀਗਾ। ਮੇਰੇ ਖਿਆਲ 1 ਹਫ਼ਤਾ ਨਹੀਂ ਟਿਕਿਆ ਤੇ ਉਸ ਤੋਂ ਬਾਅਦ ਮਾਫੀ ਮੰਗ ਗਿਆ, ਗੋਡੇ ਟੇਕ ਗਿਆ। ਸੋ ਇੰਨਾ ਕੁ ਇਹ ਸੰਘਰਸ਼ ਆਪਣੇ ਆਪ ਦੇ। ਔਰ ਆ ਜਿਹੜਾ ਅਨੂ ਜੀ ਸਿੱਧੂ ਮੂਸੇ ਵਾਲਾ, ਇੱਕ ਪਾਸੇ ਕਿਸਾਨਾਂ ਦੀ ਜਥੇਬੰਦੀ ਦਾ ਮੁਜ਼ਾਹਰਾ ਚੱਲ ਰਿਹਾ ਹੈ, ਦੂਜੇ ਪਾਸੇ ਆਪਣਾ ਜਿਹੜਾ ਬਿਲਕੁਲ ਬਰਾਬਰ ਉਸੇ ਜਗ੍ਹਾ ਤੇ ਮੁਜ਼ਾਹਰਾ ਲਾ ਕੇ ਬੈਠਾ ਹੈ। ਔਰ ਜਿਹੜੇ ਉੱਥੇ ਸਾਥੀ ਜਿਹੜੇ ਆ ਰਹੇ ਨੇ ਉਹਨਾਂ ਦੇ ਵਿੱਚ ਅੜਚਣ ਬਣਿਆ ਹੋਇਆ ਹੈ। ਸੋ ਬਹੁਤ ਇਹ ਤੇ ਸਿੱਧੀ ਘੁਸਪੈਠ ਹੈ ਔਰ ਢਾਲ ਲਾਉਣ ਵਾਲੀ ਗੱਲ ਹੈ ਸਿੱਧੀ
ਔਰ ਇਹਨਾਂ ਦਾ 100% ਇਹਨਾਂ ਦਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਨਾਲ ਇਹਨਾਂ ਦਾ ਬਿਲਕੁਲ ਕੋਈ ਨਾ ਕੋਈ ਇਹਨਾਂ ਦਾ ਜ਼ਰੂਰ ਸੰਬੰਧ ਹੈ ਆ। ਸੋ ਅਨੂ ਜੀ ਦੂਸਰੇ ਪਾਸੇ ਵੀ ਜੇ ਗੱਲ ਕਰੀਏ ਮੈਂ ਉਸ ਤੋਂ ਪਹਿਲਾਂ ਕੁਝ ਮੈਂ ਪੜ੍ਹਨਾ ਚਾਹੁੰਦਾ ਅਨੂ ਜੀ ਜ਼ਰੂਰ ਇਹੀ ਮਸਲੇ ਦੇ ਵਿੱਚ ਕਿਉਂਕਿ ਇਹ ਵੀ ਸਾਥੀ ਗੁਰੀ ਕੁਸਲਾ ਹੀ ਲਿਖਦੇ ਨੇ ਨਾਲ ਉਹਨਾਂ ਨੇ ਬਹੁਤ ਵਧੀਆ ਫੋਟੋ ਵੀ ਪਾਈ ਹੋਈ ਸੀਗੀ। ਉਹ ਲਿਖਦੇ ਨੇ ਕਿ ਰੇਲ ਦੀਆਂ ਲਾਈਨਾਂ ਦੇ ਧਰਨੇ ਤੇ ਹਾਲੇ ਵੀ ਚਾਲੂ ਹੈ। 26 ਸਤੰਬਰ ਤੱਕ ਲਗਾਤਾਰ ਦਿਨ ਰਾਤ ਚੱਲਣਾ ਹੈ, ਪਰ ਹੁਣ ਲਾਈਨਾਂ ਤੇ ਸਿਰਫ ਬੁੱਢੇ ਬਾਬੇ ਬਚੇ ਨੇ। 10 ਪੁਲਿਸ ਮੁਲਾਜ਼ਮ ਵੀ ਚੱਕ ਕੇ ਲਾਈਨਾਂ ਖਾਲੀ ਕਰਵਾ ਸਕਦੇ ਹਨ। ਮੂਸੇਵਾਲਾ, ਬੱਬੂ ਮਾਨ, ਦੀਪ ਸਿੱਧੂ, ਲੱਖਾ ਸੁਧਾਣਾ, ਸੁਖਬੀਰ ਬਾਦਲ, ਕਾਂਗਰਸੀਏ, ਝੰਡਾ ਸ਼ਰਾਬੀ, ਸੁਖਪਾਲ ਖਹਿਰਾ, ਢੀਂਡਸਾ ਹੋਰ ਸਭ ਦੁੱਕੀ ਤਿੱਕੀ ਕਦੋਂ ਦੇ ਘਰ ਚ ਜਾ ਬੜੇ ਨੇ। ਦੋ ਪੈਗ ਲਾ ਕੇ ਬਿਸਰੇ ਚ ਵੜ ਗਏ ਹੋਣਗੇ। ਨੌਜਵਾਨਾਂ ਨੇ ਮੂਸੇ ਵਾਲੇ ਦੇ ਲਾਈਵ ਸ਼ੋਅ ਦੇ ਸਟੇਟਸ ਲਾਏ ਨੇ। ਅੱਜ ਦੀ ਰਾਤ ਇਸ ਗੱਲ ਦਾ ਸਬੂਤ ਹੈ ਕਿ ਕੌਣ ਕਿਸਾਨਾਂ ਲਈ ਲੜ ਰਿਹਾ ਹੈ ਤੇ 2022 ਦੀਆਂ ਵੋਟਾਂ ਲਈ ਤਿਆਰੀ ਕਰ ਰਿਹਾ ਸੀ ਤੇ ਕੌਣ 2022 ਦੀਆਂ ਵੋਟਾਂ ਦੀ ਤਿਆਰੀ ਕਰ ਰਿਹਾ ਸੀ। ਜੇ ਤੁਹਾਨੂੰ ਲੱਗਦਾ ਹੈ ਕਿ ਆਹ 2 ਘੰਟਿਆਂ ਦੀ ਹੁੱਲੜਬਾਜ਼ੀ ਨਾਲ ਬਿੱਲ ਵਾਪਸ ਹੋ ਜਾਣਗੇ ਤਾਂ ਤੁਸੀਂ ਹੈਡਫੋਨ ਲਾ ਕੇ ਬੰਬੀਹਾ ਬੋਲੇ ਤੇ ਅੜਬ ਪੰਜਾਬੀ ਸੁਣ ਸਕਦੇ ਹੋ। ਲੱਖਾਂ ਨੰਬਰਦਾਂ ਦੀ ਭੀੜ ਨਾਲੋਂ ਸੈਂਕੜੇ ਕੁ ਬਾਬੇ ਕਿੰਨੇ ਤਾਕਤਵਰ ਨੇ ਜਿਹੜੇ ਲਾਈਨਾਂ ਤੇ ਬੈਠੇ ਆ। ਬਿਲਕੁਲ ਇਹ ਗੱਲ ਤੇ ਸਾਨੂੰ ਆਪਣੇ ਗਦਰੀ ਬਾਬੇ ਵੀ ਯਾਦ ਆ ਰਹੇ ਨੇ। ਸੱਤਾਂ ਨੂੰ ਡਰ ਅੱਜ ਦੁਪਹਿਰੇ ਇਕੱਠੇ ਹੋਏ ਗਿੱਦੜਾਂ ਦੀ ਭੀੜ ਦਾ ਰਤਾ ਵੀ ਨਹੀਂ। ਸੱਤਾ ਇਹਨਾਂ ਬਾਬਿਆਂ ਤੋਂ ਡਰਦੀ ਮਾਫ ਕਰਨਾ ਸਾਥੀਓ, ਸੱਤਾ ਨੂੰ ਡਰ ਅੱਜ ਦੁਪਹਿਰੇ ਇਕੱਠੇ ਹੋਏ ਗਿੱਦੜਾਂ ਦੀ ਭੀੜ ਦਾ ਰਤਾ ਵੀ ਨਹੀਂ। ਸੱਤਾ ਇਹਨਾਂ ਬਾਬਿਆਂ ਤੋਂ ਡਰਦੀ ਹੈ ਜੋ ਹਾਲੇ ਵੀ ਰੇਲ ਦੀਆਂ ਲਾਈਨਾਂ ਤੇ ਬੈਠੇ ਨੇ। ਸ਼ਾਹ ਮੁਹੰਮਦ ਦੀ ਲਾਈਨ 'ਚ ਤਿਆਰ ਰਹੀ ਹੈ। ਘਰੋਂ ਗਏ ਫਿਰੰਗੀ ਦੇ ਮਾਰਨੇ ਨੂੰ ਬੇੜੇ ਤੋਪਾਂ ਦੇ ਸਭ ਖੁਆਏ ਆਏ। ਛੇੜ ਆਫਤਾਂ ਨੂੰ ਮਗਰ ਲਿਆਏ ਨੇ, ਸਗੋਂ ਆਪਣਾ ਆਪ ਵੀ ਗਵਾਏ ਆਏ। ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹੱਥ ਫੜਾਏ ਆਏ। ਸ਼ਾਹ ਮੁਹੰਮਦਾ ਕਹਿੰਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾ ਆਏ। ਸੋ ਇਹ ਇੱਕ ਇਹਨਾਂ ਦਾ ਹੈ ਆ ਜੀ। ਸੋ ਦੋਸਤੋ ਇਹ ਤੇ ਔਰ ਇੱਕ ਅਨੂ ਜੀ ਇੱਕ ਬਹੁਤ ਨਮੋਸ਼ੀ ਵਾਲੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਇੱਕ SFS ਜਿਹੜੀ ਵਿਦਿਆਰਥੀਆਂ ਦੀ ਜੁਝਾਰੂ ਜਥੇਬੰਦੀ ਪੰਜਾਬ ਯੂਨੀਵਰਸਿਟੀ ਔਰ ਜਿਨ੍ਹਾਂ ਨੇ ਉਹਨਾਂ ਨੇ ਵੀ ਇੱਕ ਛੋਟੇ ਸਮੇਂ ਦੇ ਵਿੱਚ ਮਾਣਮੱਤਾ ਉਹਨਾਂ ਨੇ ਇਤਿਹਾਸ ਬਣਾਇਆ। ਬਿਲਕੁਲ ਉਹਦੀ ਐਕਸ ਜਿਹੜੀ ਪ੍ਰੈਜ਼ੀਡੈਂਟ ਵਾ ਕਾਨੂੰਪ੍ਰਿਆ ਬੀਬੀ, ਹਾਂ ਉਹ ਇਸ ਵਕਤ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਜਥੇਬੰਦੀ ਹੈ ਉਹਦੀ ਪ੍ਰੈਜ਼ੀਡੈਂਟ ਹੈ ਇਸ ਵਕਤ। ਹਜੇ ਤੱਕ ਵੀ ਹੈ ਆ? ਨਹੀਂ SFS ਦੀ ਤੇ ਮੈਂਬਰ ਉਹ ਹੈ ਹੀ ਹੈ ਆ, ਪਰ ਜਿਹੜੀ ਚੁਣੀ ਹੋਈ ਜਿਹੜੀ ਇਲੈਕਟਿਡ ਸਟੂਡੈਂਟਸ ਦੀ ਐਸੋਸੀਏਸ਼ਨ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ, ਉਹਦੀ ਇਲੈਕਟਿਡ ਪ੍ਰੈਜ਼ੀਡੈਂਟ ਹੈ ਉਹ। ਸੋ ਅਲੱਗ-ਅਲੱਗ ਪੋਲੀਟੀਕਲ ਜਥੇਬੰਦੀਆਂ ਨੇ ਜਾਂ ਸਟੂਡੈਂਟ ਜਥੇਬੰਦੀਆਂ ਨੇ ਉਹ ਇਲੈਕਸ਼ਨ ਤੋਂ ਬਾਅਦ ਜਿਹੜੀ ਚੋਣ ਹੋਈ ਹੈ, ਸੋ ਉਹ ਸਾਰੇ ਸਟੂਡੈਂਟਸ ਦੀ ਪ੍ਰੈਜ਼ੀਡੈਂਟ ਆ ਪਲੱਸ SFS ਦੀ ਮੈਂਬਰ ਆ। ਸੋ ਉਹ ਵੀ ਚੰਬੂ ਵਾਲੇ ਅਖਾੜੇ 'ਚ ਪਹੁੰਚੇ ਹੋਏ ਨੇ। ਹਾਂਜੀ ਹਾਂ, ਮੈਂ ਉਹਦਾ ਵੈਸੇ ਲੈਕਚਰ ਸੁਣਿਆ ਨਹੀਂ ਹੈ ਕਿ ਉਹਨਾਂ ਨੇ ਕੀ ਗੱਲ ਕੀਤੀ ਹੈ। ਉਹਨਾਂ ਦੀ ਠੀਕ ਹੀ ਹੁੰਦੀ ਹੈ, ਪਰ ਇਹ ਇੱਕ ਕਾਫੀ ਹਾਂ ਤੁਸੀਂ ਕਿਹੜੇ ਕੈਂਪ 'ਚ ਜਾ ਕੇ ਖੜੇ ਹੁੰਦੇ ਹੋ ਉਹ ਜਨਰਲੀ ਉਹ ਜਿਹੜਾ ਕਿ ਸਭ ਯਾਦ ਰੱਖਾ ਜਾਏਗਾ। ਉਹ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਉਹ ਸ਼ਾਇਦ ਨਹੀਂ ਭੁੱਲਣਗੇ ਇਹ ਕਿ ਤੁਸੀਂ ਹਾਂ ਇਹ ਵੀ ਇੱਕ ਆਰਗੂਮੈਂਟ ਹੋ ਸਕਦਾ ਕਿ ਜਿਹੜੇ ਸਾਡੇ ਵਿਰੋਧੀ ਨੇ ਜਾਂ ਜਿਹੜੇ ਸਾਡੇ ਵਾਲੀ ਸਾਈਡ ਤੇ ਨਹੀਂ ਨੇ ਉਹਨਾਂ ਨਾਲ ਅਸੀਂ ਜਾ ਕੇ ਅਗਰ ਵਾਰਤਾਲਾਪ ਨਹੀਂ ਕਰਾਂਗੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਉਹ ਸਾਰੀ ਆਪਣੀ ਗੱਲ ਸਮਝਾਵਾਂਗੇ। ਇਹ ਵੀ ਆਰਗੂਮੈਂਟ ਵਰਤਿਆ ਜਾ ਸਕਦਾ ਆ, ਪਰ ਮੈਂ ਉਹਨਾਂ ਦੀ ਸਪੀਚ ਜੀ ਬਿਲਕੁਲ ਜੀ। ਇਹਦੇ ਵਿੱਚ ਮੈਂ ਹੋਰ ਵੀ ਇੱਕ ਥੋੜੀ ਜਿਹੀ ਗੱਲ ਸਾਹਮਣੇ ਆਈ ਹੈ ਜਦੋਂ ਉਹ ਰਣਜੀਤ ਬਾਵਾ ਉਹ ਸਭ ਚੱਲ ਰਿਹਾ ਸੀਗਾ, ਕਿਉਂਕਿ ਅਸੀਂ ਅਨੂ ਜੀ ਵੇਖੋ ਜਿੰਨੇ ਮਰਜ਼ੀ ਤੁਸੀਂ ਸਾਨੂੰ ਫਤਵੇ ਦੇਵੋ ਕਿ ਜਦੋਂ ਅਸੀਂ ਜਿਹੜੀਆਂ ਅਖੌਤੀ ਸਿੱਖ ਜਥੇਬੰਦੀਆਂ ਤੇ ਅਸੀਂ ਸਵਾਲ ਕਰਦੇ ਹਾਂ, ਅਸੀਂ ਉਹਨਾਂ ਤੇ ਸਵਾਲ ਕਰਦੇ ਹਾਂ, ਸਾਡਾ ਸਿੱਖ ਫਿਲਾਸਫੀ ਨਾਲ ਸਿੱਖ ਵਿਚਾਰਧਾਰਾ ਨਾਲ ਕੋਈ ਰੌਲਾ ਨਹੀਂ,
ਨਾ ਹੀ ਸਾਨੂੰ ਕਿਸੇ ਤੋਂ ਸਰਟੀਫਿਕੇਟ ਚਾਹੀਦਾ। ਅਸੀਂ ਪਹਿਲਾਂ ਕਹਿ ਚੁੱਕੇ ਹਾਂ, ਜਿਹੜੀ ਅਸੀਂ ਸ਼ੱਕ ਦੀ ਨਜ਼ਰ ਨਾਲ ਖਾਲਸਾ ਏਡ ਨੂੰ ਵੇਖਦੇ ਹਾਂ, ਉਹ ਵੀ ਮਤਲਬ ਉਗਰਾਹਾਂ ਦਾ ਧਰਨਾ ਚੱਲ ਰਿਹਾ ਹੋਵੇ, ਜਿੱਥੇ ਰੋਟੀ ਪਾਣੀ ਦਾ ਸਾਰਾ ਉਹਨਾਂ ਦਾ ਆਪਣਾ ਪ੍ਰਬੰਧ ਹੋਵੇ, ਉੱਥੇ ਉਹ ਬੋਤਲਾਂ ਉਹਨਾਂ ਨੂੰ ਕਹਿ ਰਹੇ ਵੀ ਬਹਿ ਜਾਓ ਤੁਸੀਂ, ਪਾਣੀ ਦੀਆਂ ਬੋਤਲਾਂ ਕਿਸੇ ਨੂੰ ਇੱਧਰ ਸੁੱਟ ਕਿਸੇ ਨੂੰ ਉੱਧਰ ਸੁੱਟ, ਉਹ ਸਾਰਾ ਡਿਸਟਰਬ ਕਰਦਾ। ਵੈਸੇ ਵੀ ਉਹ ਜਿਹੜਾ ਇੱਕ ਹੁਣ ਤਾਂ ਕਾਫੀ ਕੁਝ ਸਾਡੇ ਸਰੋਤਿਆਂ ਨੂੰ ਆਨਲਾਈਨ ਮਿਲ ਜੂਗਾ ਪੜ੍ਹਨ ਨੂੰ ਰੈਪਿਊਟੇਬਲ ਸੋਰਸਿਸ ਤੋਂ। ਉਹ ਜਿਹੜਾ ਇੱਕ ਇੰਟਰਨੈਸ਼ਨਲ NGOਇਜ਼ਮ ਦਾ ਵਰਤਾਰਾ ਆ, ਉਹ ਕਾਫੀ ਹੱਦ ਤੱਕ ਜਿਹੜੀਆਂ ਸਹੀ ਕੈਂਪੇਨਸ ਨੇ ਲੋਕ ਹਿੱਤਾਂ ਵਾਸਤੇ ਉਹਨੂੰ ਢਾਹ ਲਾਉਂਦਾ ਆ ਉਹ ਸਾਰਾ ਕੁਝ। ਔਰ ਉਹ ਜਿਹੜੀ NGOਇਜ਼ਮ ਕਿ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਇਹੋ ਜਿਹੀਆਂ, ਉਹ ਜਿਹੜੇ ਇੱਕ ਜਿਨ੍ਹਾਂ ਨੂੰ ਅਸੀਂ ਲਿਬਰਲ ਕਹਿੰਦੇ ਆ, ਆਮ ਸਧਾਰਨ ਲੋਕ ਨੇ, ਸੁਹਿਰਦ ਨੇ, ਉਹ ਮੇਰਾ ਖਿਆਲ ਹੈ ਕਿ ਉਹਨਾਂ ਦੀ ਇੱਕ ਤਰ੍ਹਾਂ ਦੀ ਸੋਲ ਕਲੈਂਜ਼ਿੰਗ ਦਾ ਕੰਮ ਕਰਦੇ ਕਿ ਹਾਂ ਅਸੀਂ ਇਹਨਾਂ ਨੂੰ ਡੋਨੇਟ ਕਰਤਾ ਜਾਂ ਇਹਨਾਂ ਦੇ ਥਰੂ ਮਦਦ ਕਰਾ ਦਿੱਤੀ। ਔਰ ਜਿਹੜੇ ਜ਼ਮੀਨੀ ਪੱਧਰ ਦੇ ਸੰਘਰਸ਼ ਨੇ ਉਹਨਾਂ ਵਿੱਚ ਉਹ ਕੋਈ ਖਾਸ ਕਿਸਮ ਦਾ ਯੋਗਦਾਨ ਨਹੀਂ ਹੁੰਦਾ, ਸਗੋਂ ਨੁਕਸਾਨ ਨਹੀਂ ਹੁੰਦਾ ਆ ਕਈ ਵਾਰੀ। ਮੈਂ ਇਸ ਤੋਂ ਗਾਂਹ ਜਾਊਂਗਾ, NGO ਦਾ ਬਹੁਤ ਖਤਰਨਾਕ ਜਿਹੜਾ ਰੋਲ ਨਿਭਾਉਂਦੇ ਨੇ। ਹੁਣ ਇਹ ਖਾਲਸਾ ਏਡ ਹੁਣ ਤੱਕ ਜੋ ਕੇਰਲਾ ਦੇ ਵਿੱਚ ਹੜ੍ਹ ਆਏ ਜਾਂ ਜਿੱਥੇ ਮਦਦ ਕੀਤੀ ਆ, ਪਹਿਲਾਂ ਆਪਣਾ ਨਾਂ ਬਣਾਇਆ ਜਾਂਦਾ ਹੈ, ਪਰ ਹੁਣ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਜਿਹੜੀ 3 ਆਰਡੀਨੈਂਸ ਨੇ WTO ਦੇ ਮੁੱਦੇ ਨੇ, ਇਹ ਵਰਲਡ ਬੈਂਕਾਂ ਦੇ ਮੁੱਦੇ ਨੇ, ਇੰਟਰਨੈਸ਼ਨਲ ਜਿਹੜੀਆਂ ਤਾਕਤਾਂ ਨੇ ਉਹਦੇ ਪਿੱਛੇ ਸ਼ਾਮਲ ਨੇ। ਇਹ ਵੀ ਜਿਹੜੀਆਂ NGO ਨੇ ਉਹ ਵੀ ਬਾਹਰੋਂ ਚੱਲ ਰਹੀਆਂ ਨੇ। ਕਦੋਂ ਇਹਨਾਂ ਨੇ ਇਹੋ ਜਿਹੇ ਮੁੱਦੇ ਤੇ ਆ ਕੇ ਇਹਨਾਂ ਨੇ ਆਪਣਾ ਜਿਹੜਾ ਕਿਰਦਾਰ ਆ ਉਹ ਬਹੁਤ ਖਤਰਨਾਕ ਤਰੀਕੇ ਨਾਲ ਨਿਭਾਉਂਦੇ ਨੇ, ਔਰ ਨਿਭਾਉਂਦੇ ਇਹੋ ਜਿਹੀਆਂ ਏਜੰਸੀਆਂ ਜਿਹੜੀਆਂ ਨੇ ਨਿਭਾਉਂਦੀਆਂ ਆਈਆਂ ਨੇ। ਸੋ ਆਪਾਂ ਨੂੰ ਇਹਨਾਂ ਤੋਂ ਕੇਅਰਫੁਲ ਰਹਿਣਾ ਚਾਹੀਦਾ ਕਿ ਨਾਲੇ ਜਿੱਥੇ ਉਹ ਜਥੇਬੰਦੀਆਂ ਦਾ ਆਪਣਾ ਪ੍ਰਬੰਧ ਹੈ ਉੱਥੇ ਤੁਸੀਂ ਹੋਰ ਉਹ ਤੇ ਇੱਕ ਤਰ੍ਹਾਂ ਦਾ ਵੇਸਟ ਹੋਏਗਾ, ਤੇ ਦੂਸਰਾ ਉਹ ਲੋਕਾਂ ਦਾ ਤੁਸੀਂ ਧਿਆਨ ਆਪਣੇ ਵੱਲ ਖਿੱਚਦੇ ਹੋ ਮੁੱਦੇ ਤੋਂ ਹਟਾ ਕੇ। ਤੋ ਹਾਂ, ਅਗਰ ਨਹੀਂ ਤੁਹਾਡੀ ਸੇਵਾ ਦੀ ਜ਼ਰੂਰਤ ਤਾਂ ਤੁਸੀਂ ਉਹ ਨਾ ਉੱਥੇ ਸੇਵਾ ਜ਼ਬਰਦਸਤੀ ਪ੍ਰੋਵਾਈਡ ਕਰੋ। ਇੱਕ ਨੂੰ ਜੀ ਇੱਕ ਜਗ੍ਹਾ ਦੇ ਉੱਪਰ ਸਾਥੀ ਹਰਨੇਕ ਸਿੰਘ ਮਹਿਮਾ ਲੈਕਚਰ ਕਰ ਰਹੇ ਨੇ, ਉੱਥੇ ਮੈਂ ਉਹਨਾਂ ਨੂੰ ਡਕੌਂਦਾ ਦੇ ਜਥੇਬੰਦਕਾਂ ਨੂੰ ਵੀ ਕਹੂੰਗਾ ਕਿ ਇਹੋ ਜਿਹਾ ਲੋਕਾਂ ਦਾ ਜਿਹੜੇ ਘੁਸਪੈਠ ਕਰ ਰਹੇ ਨੇ ਇਹਨਾਂ ਦਾ ਖਿਆਲ ਰੱਖਿਆ ਜਾਵੇ। ਇੱਕ ਨੌਜਵਾਨ ਜਿਹਨੇ ਉਹ ਕੈਮਰਾ ਤੇ ਮਾਈਕ੍ਰੋਫੋਨ ਫੜਿਆ ਹੋਇਆ, ਉਹ ਲੈਕਚਰ ਕਰ ਰਹੇ ਨੇ, ਉਹ ਉਹਨਾਂ ਨੂੰ ਉੱਥੇ ਉਹਨਾਂ ਦੀ ਇੰਟਰਵਿਊ ਲੈ ਰਿਹਾ, ਤੇ ਉਹੀ ਜਿਹੜੇ ਸਵਾਲ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਹਾਂ ਇਹ 6 ਫॉर ਜਸਟਿਸ ਵਾਲੇ, ਉਹੋ ਜਿਹੇ ਸਵਾਲ ਉਹਨਾਂ ਨੂੰ ਕਰ ਰਿਹਾ। ਉਹ ਮਤਲਬ ਸੋਚ ਰਹੇ ਨੇ ਵੀ ਇਹ ਕੀ ਹੋ ਰਿਹਾ, ਕਹਿੰਦੇ ਯਾਰ ਮੈਨੂੰ ਆਪਣੀ ਗੱਲ ਤੇ ਤੂੰ ਖਤਮ ਕਰਨ ਦੇ ਵੀ ਇਹ ਕੀ ਇਹ ਵਰਤਾਰਾ ਚੱਲ ਰਿਹਾ ਹੈ। ਔਰ ਜਿਹੜੇ ਉਹਦੇ ਪਿੱਛੇ ਜਿਹੜੇ ਉਹ ਧਰਦੇ ਨੂੰ ਚਲਾ ਰਹੇ ਸੀ ਡਕੌਂਦਾ ਨੂੰ, ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਇੱਕ ਇਹ ਜਿਹੜੇ ਇਹੋ ਜਿਹੀਆਂ ਘੁਸਪੈਠ ਹੋ ਰਹੀਆਂ ਨੇ ਉਹਨਾਂ ਦਾ, ਚਲੋ ਕਈ ਵਾਰੀ ਉਹ ਲਾਈਵ ਸਿਚੁਏਸ਼ਨ ਚ ਮੇਰਾ ਖਿਆਲ ਹੈ ਇੱਕਦਮ ਜੇ ਬਹੁਤ ਜ਼ਿਆਦਾ ਹੋਏ, ਕਈ ਵਾਰੀ ਹੋ ਵੀ ਜਾਂਦਾ, ਆਮ ਸ਼ੋਰ ਉਹ ਜ਼ਰੂਰ ਇਹਦਾ ਨੋਟਿਸ ਲੈਣਗੇ। ਉਹਨਾਂ ਨੂੰ ਸ਼ਾਇਦ ਪਤਾ ਲੱਗਿਆ ਕਿ ਇਹ ਮੈਨੂੰ ਕਹਿ ਰਿਹਾ ਵੀ ਆਪਣੀ ਤੂੰ ਗੱਲ ਖਤਮ, ਤੁਸੀਂ ਆਪਣੀ ਗੱਲ ਖਤਮ ਕਰੋ, ਕਹਿੰਦੇ ਕਿ ਨਹੀਂ ਮੈਂ ਆਪਣੀ ਗੱਲ ਮੈਂ ਕਰਕੇ ਜਾਣੀ ਹੈ। ਸੋ ਇਹ ਸਾਨੂੰ ਇਹੋ ਜਿਹੇ ਕਾਫੀ ਕੁਝ ਜਿਹੜਾ ਇਹ ਵੇਖਣ ਨੂੰ ਮਿਲਿਆ। ਸੋ ਅਨੂ ਜੀ ਆਪਾਂ ਦੂਸਰੀ ਜਿਹੜੀ ਗੱਲ ਕਰਨੀ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਹ ਕਹਿੰਦੇ ਨੇ ਵੀ ਜ਼ਖਮ ਤੇ ਹੋਵੇ ਤੇ ਜ਼ਖਮ ਤੋਂ ਗਾਂ ਜੋ ਨਸੂਰ ਜਦੋਂ ਕੈਂਸਰ ਬਣ ਜਾਵੇ ਉਸ ਤੋਂ ਪਹਿਲਾਂ ਉਹਦਾ ਇਲਾਜ ਕਰ ਲੈਣਾ ਚਾਹੀਦਾ। ਕਿਉਂਕਿ ਜਿਹੜੀਆਂ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੀ ਇਹ ਸੰਸਥਾ ਆ ਇੱਕ 6 ਫॉर ਜਸਟਿਸ ਜਿਹੜੀ ਬਾਰ-ਬਾਰ ਖਾਲਿਸਤਾਨ ਦੀ ਮੰਗ ਕਰਦੀ ਹੈ ਔਰ ਵੋਟਾਂ ਬਣਾਉਣ ਦੀ ਗੱਲ ਕਰਦੀ, ਬਹੁਤ ਇਹਨਾਂ ਨੇ ਵੱਖਰੀਆਂ ਇਹ ਪਹਿਲਾਂ ਪੈਂਤੜੇ ਵਰਤ ਚੁੱਕੇ ਨੇ, ਪਰ ਇਸ ਟਾਈਮ ਦੇ ਉੱਪਰ ਜਿੰਨਾ ਪ੍ਰੋਪੇਗੰਡਾ ਇਹ ਕਿਸਾਨ ਜਥੇਬੰਦੀਆਂ ਦੇ ਖਿਲਾਫ ਕਰ ਰਹੇ ਨੇ, ਡਟ ਕੇ ਕਰ ਰਹੇ ਨੇ, ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਔਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ, ਔਰ ਗੁੰਮਰਾਹ ਕੀ ਕਰ ਰਹੇ ਨੇ, ਬਿਲਕੁਲ ਉਹ ਸਮਾਂ ਮੁੜ ਕੇ ਲਿਆ ਸਕਦੇ ਨੇ ਜਿਹੜੇ ਸਮੇਂ ਦੇ ਵਿੱਚ ਆਪਾਂ ਜਾ ਚੁੱਕੇ ਹਾਂ। ਥੋੜਾ ਜਿਹਾ ਅਸੀਂ ਇਹਨੂੰ ਜਿਹੜੀ ਦੂਸਰੀ ਜਿਹੜੀ ਹੈਗੀ ਹੈ ਜਿਹੜੀ ਮੈਂ ਤੁਹਾਨੂੰ ਭੇਜੀ ਹੈ, ਇਹ ਤੁਸੀਂ 6 ਮੈਂ ਉਹਨਾਂ ਚਲੋ ਉਹਨਾਂ ਦੀ ਗੱਲਬਾਤ ਕਰਦਾ। ਸੋ 6 ਮਿੰਟ ਤੋਂ ਹਾਂਜੀ ਠੀਕ ਹੈ, 6:30 ਤੋਂ ਜੀ, ਠੀਕ 6:30 ਤੋਂ। ਇਹ ਜੀ ਪੱਤਰਕਾਰ ਹੈ, ਤੁਸੀਂ ਉਹਨਾਂ ਚਿਰ ਇਹਦਾ ਨਾਮ ਹੈਗਾ ਜੀ ਸੁਰਿੰਦਰ ਸਿੰਘ। ਇਹ ਟਾਕਿੰਗ ਪੰਜਾਬ ਦੇ ਵਿੱਚ ਇਹ ਕੰਮ ਕਰਦਾ ਹੁੰਦਾ, ਬੜਾ ਇੱਕ ਬੇਈਮਾਨ ਕਿਸਮ ਦਾ ਇਹ ਬੰਦਾ ਹੈ ਆ। ਔਰ ਜਿੱਥੇ ਵੀ ਇਹਨੂੰ ਪਹਿਲਾਂ ਵੀ ਇਹ ਕਈ ਜਗ੍ਹਾ ਦੇ ਉੱਪਰ ਵੱਖਰੇ ਜਗ੍ਹਾ ਦੇ ਉੱਪਰ ਇਹ ਆਪਣੇ ਇਹ ਜਿਹੜੀ ਵੀਡੀਓ ਭਾਰਤੀ ਜੀ ਤੇ ਵੀਡੀਓ ਹੀ ਟੋਟਲ 3 ਮਿੰਟ ਦੀ ਹੈ। ਸੋ ਨਹੀਂ ਜੀ, ਇਹ ਨਹੀਂ, ਫਿਰ ਇਸ ਤੋਂ ਪਹਿਲਾਂ ਵਾਲੀ ਹੋਣੀ ਹੈ। ਇਸ ਤੋਂ ਮੈਂ ਤੁਹਾਨੂੰ ਹੋਰ ਭੇਜੀ ਸੀਗੀ, ਇਸ ਤੋਂ ਪਹਿਲਾਂ ਵਾਲੀ ਇੱਕ ਹੋਰ ਉਹ ਅਸੀਂ ਹੁਣੇ ਚਲਾ ਚੁੱਕੇ 1 ਮਿੰਟ ਦੀ ਸੀਗੀ। ਇੱਕ ਇਸ ਤੋਂ ਪਹਿਲਾਂ ਮੈਂ ਹੋਰ ਭੇਜੀ ਹੋਈ ਹੈ ਜੀ, ਕੱਲ ਪਰਸੋਂ ਦੀ ਸ਼ਾਇਦ।
ਚਲੋ ਕੋਈ ਤੁਸੀਂ ਆਪਣੀ ਗੱਲ ਹਾਂਜੀ ਮੈਂ ਲੱਭ ਲੈਣਾ ਹਾਂਜੀ। ਸੋ ਦੋਸਤੋ ਇਹ ਜਿਹੜਾ ਸੁਰਿੰਦਰ ਸਿੰਘ ਇਹ ਪੱਤਰਕਾਰ ਹੈ ਤੇ ਇਹ ਟਾਕਿੰਗ ਪੰਜਾਬ ਦੇ ਵਿੱਚ ਇਹ ਜਦੋਂ ਆਮ ਆਦਮੀ ਪਾਰਟੀ ਵਗੈਰਾ ਆਈ ਸੀ ਉਹਦੇ ਵੀ ਹੱਕ ਦੇ ਵਿੱਚ ਭੁਗਤਦਾ ਰਿਹਾ ਹੈ। ਬੜੇ ਵੱਖਰੀ ਜਗ੍ਹਾ ਤੇ ਜਾ ਕੇ ਆਪਣੇ ਸਟੈਂਸ ਲਏ। ਅੱਜ ਕੱਲ੍ਹ ਇਹ ਅਮਰੀਕਾ ਪਹੁੰਚਿਆ ਹੋਇਆ ਹੈ, ਸ਼ਾਇਦ ਇਹਦੇ ਹਿੰਦੁਸਤਾਨ ਦੇ ਵਿੱਚ ਕੋਈ ਕੇਸ ਵਗੈਰਾ ਵੀ ਚੱਲਣ ਡਿਆ ਤੇ ਉੱਥੇ ਆਪਣੀ ਇਹ ਜਗ੍ਹਾ ਬਣਾ ਰਿਹਾ ਹੈ, ਆਪਣੀ ਰੋਟੀ ਪਾਣੀ ਦਾ ਇਹ ਜਿਹੜਾ ਜੁਗਾੜ ਹੈ ਇਹ ਕਰ ਰਿਹਾ ਹੈ। ਬੜੀ ਇਹ ਖਤਰਨਾਕ ਕਿਸਮ ਦਾ ਇਹਦਾ ਜਿਹੜਾ ਪੈਂਤੜਾ ਹੈ ਆ। ਸੋ ਇਹਦੀ ਅਸੀਂ ਥੋੜੀ ਜੀ ਗੱਲਬਾਤ ਅਨੂ ਜੀ ਚਲਾਉਣੀ ਹੈ। ਤੁਸੀਂ 1 ਮਿੰਟ ਤੁਸੀਂ ਜੇ ਗਾਣਾ ਚਲਾ ਦਿਓ ਤੇ ਮੈਂ ਉਹਨਾਂ ਚਿਰ ਵੀਡੀਓ ਜਿਹੜੀ ਲੱਭ ਸਕਦਾ। ਜੀ ਜ਼ਰੂਰ। ਸੋ ਇਹ ਜਿਹੜਾ ਇਹਨਾਂ ਦਾ ਆਪਣਾ ਚੈਨਲ ਹੈਗਾ ਇੱਕ 6 for Justice ਵਾਲਾ, ਉਹਦੇ ਉੱਪਰ ਇਹ ਬਹੁਤ ਹੀ ਇੱਕ ਖਤਰਨਾਕ ਕਿਸਮ ਦਾ ਜਿਹੜਾ ਭੰਡੀ ਪ੍ਰਚਾਰ ਕਿਸਾਨ ਸੰਘਰਸ਼ਾਂ ਦੇ ਉੱਪਰ ਕਰ ਰਹੇ ਨੇ। ਸੋ ਉਹਦੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹ ਇੱਕ ਗੀਤ ਤੋਂ ਬਾਅਦ ਜੀ। ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੁੱਟ ਲਿਆ ਮਾਲ ਤੇਰਾ ਹਾਲ ਬੇਹਾਲ ਹੋਏ ਪਗੜੀ ਸੰਭਾਲ ਜੱਟਾ। ਉਹਦੇ ਬਾਰੇ ਕੋਈ ਉਸ ਸੰਘਰਸ਼ ਨੂੰ ਪਹੁੰਚਦਾ ਕਿਉਂ ਪਈ ਅੱਜ ਉਸ ਵੇਲੇ ਇਹ ਅੰਦੋਲਨ ਦੀ ਜ਼ਰੂਰਤ ਕਿਉਂ ਪਈ ਜਦੋਂ 6 for Justice ਵੱਲੋਂ $1 ਮਿਲੀਅਨ ਦੀ ਜਿਹੜੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਜਿਹੜੀ ਰਕਮ ਹੈ ਸਹਾਇਤਾ ਰਕਮ ਹੈ ਉਹ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਤਾਂ ਬਿਲਕੁਲ ਇਹੋ ਜਿਹੇ ਮੌਕੇ ਤੇ ਇਹ ਅੰਦੋਲਨ ਕਿਉਂ ਬਿਲਕੁਲ ਉਹੋ ਜਿਹੇ ਸਮੇਂ ਦੇ ਉੱਤੇ ਜਦੋਂ 6 for Justice ਵੱਲੋਂ ਤੇ ਦੁਨੀਆ ਭਰ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਕੌਮਾਂਤਰੀ ਪੱਧਰ ਦੇ ਉੱਤੇ ਸਿੱਖਾਂ ਦੀ ਆਜ਼ਾਦੀ ਦਾ ਜਿਹੜਾ ਕੇਸ ਹੈ ਉਸ ਨੂੰ ਬਾਖੂਬ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਬਿਲਕੁਲ ਉਸੇ ਸਮੇਂ ਕਿਸਾਨਾਂ ਦਾ ਅੰਦੋਲਨ ਪੰਜਾਬ ਦੇ ਵਿੱਚ ਕਿਉਂ ਇਹ ਕਾਫੀ ਤਰ੍ਹਾਂ ਦੇ ਸ਼ੰਕੇ ਸਵਾਲ ਖੜੇ ਹੁੰਦੇ ਨੇ ਇਸ ਗੱਲ ਦੇ ਪਿੱਛੇ। ਮੈਂ ਦੱਸ ਦਿਆਂ ਕਿ ਤਕਰੀਬਨ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਜਿਹੜਾ ਹੈ ਜਿਹੜੀ ਗੱਲਬਾਤ ਹੋਈ ਹੈ ਕਿਸਾਨ ਆਗੂਆਂ ਨੂੰ ਬੈਠ ਕੇ ਟੇਬਲ ਦੇ ਉੱਤੇ ਬਿਠਾ ਕੇ ਇਹ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ। ਉਹਦੇ ਮੁਤਾਬਕ ਇਹ ਅੰਦੋਲਨ 2 ਤੋਂ 3 ਮਹੀਨੇ ਤੱਕ ਲੰਬਾ ਖਿੱਚਿਆ ਜਾ ਸਕਦਾ ਤੇ ਗੱਲ ਤਕਰੀਬਨ ਹੋ ਗਈ ਹੈ ਕਿਹੜੇ ਭਰੋਸੇ ਦਿੱਤੇ ਜਾਣੇ ਆ, ਕਿਹੜੀਆਂ ਗੱਲਾਂ ਨੂੰ ਮੰਨੇ ਜਾਣ ਦਾ ਭਰੋਸਾ ਦਿੱਤਾ ਜਾਣਾ ਤੇ ਕਿਹੜੀਆਂ ਚੁੰਗੀਆਂ ਹਟਾਈਆਂ ਜਾਣੀਆਂ ਨੇ ਉਹਦੇ ਬਾਰੇ ਪਹਿਲਾਂ ਤੋਂ ਹੀ ਸਾਰਾ ਕੁਝ ਤੈਅ ਹੈ। ਤੇ ਇਹ ਕਰਨਾ ਨਹੀਂ ਸੀ ਪ੍ਰੋਗਰਾਮ ਪਰ ਇੱਕ ਸੱਜਣ ਦੇ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਕੋਲੋਂ ਇਹ ਗੱਲ ਪੁਖਤਾ ਸਬੂਤਾਂ ਦੇ ਨਾਲ ਇਹ ਗੱਲ ਜਿਹੜੀ ਹੈ ਸਾਡੇ ਸਾਹਮਣੇ ਆਈ ਹੈ ਕਿ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਉਗਰਾਹਾਂ ਏਕਤਾ ਗਰੁੱਪ ਹੈ ਕਿਸਾਨ ਯੂਨੀਅਨ ਦਾ ਤੇ ਉਹਨਾਂ ਦੇ ਆਗੂਆਂ ਨੇ ਕਿਸਾਨਾਂ ਨੂੰ ਜਿਹੜੇ ਕਿ ਬੋਲੇ ਸੋ ਨਿਹਾਲ ਦੇ ਜਕਾਰੇ ਵੀ ਵਿੱਚ ਗਜਾ ਰਹੇ ਸਨ। ਇਹ ਬੜੀ ਧਿਆਨ ਦੇਣ ਵਾਲੀ ਗੱਲ ਹੈ। ਬੋਲੇ ਸੋ ਨਿਹਾਲ ਦੇ ਜਿਹੜੇ ਜਕਾਰੇ ਗਜਾ ਰਹੇ ਸਨ ਕਿਸਾਨ ਉਹਨਾਂ ਨੂੰ ਉੱਥੇ ਹੀ ਰੋਕਿਆ ਉਹਨਾਂ ਨੇ। ਉਹ ਕਹਿੰਦੇ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਨਹੀਂ ਗਜਾਉਣੇ, ਕਿਸਾਨ ਯੂਨੀਅਨ ਜ਼ਿੰਦਾਬਾਦ ਦਾ ਨਾਰਾ ਲਾਓ। ਇਹ ਗੱਲ ਦੇ ਨਾਲ ਕਾਫੀ ਤਰ੍ਹਾਂ ਦੇ ਸ਼ੰਕੇ ਕਾਫੀ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਪੈਦਾ ਹੁੰਦੇ ਨੇ ਤੇ ਇਹ ਗੱਲ ਸਪਸ਼ਟ ਹੁੰਦੀ ਹੈ ਜਿਹੜੀ ਧਾਰਨਾ ਅਸੀਂ ਪਿਛਲੇ 10 ਦਿਨਾਂ ਤੋਂ ਲਗਾਤਾਰ ਕਿਸਾਨਾਂ ਬਾਰੇ ਗੱਲਬਾਤ ਕਰਦੇ ਹੋਏ ਅਸੀਂ ਕਹਿ ਰਹੇ ਹਾਂ ਉਹਦੇ ਉੱਤੇ ਇੱਕ ਮੋਹਰ ਲੱਗਦੀ ਹੈ, ਤਸਦੀਕ ਹੁੰਦੀ ਹੈ ਉਹਦੀ ਕਿ ਇਹ ਕਿਸਾਨ ਸੰਘਰਸ਼ ਹੈ ਜਿਹੜਾ ਪੰਜਾਬ ਦੇ ਭੋਲੇ ਭਾਲੇ ਸਿੱਖ ਕਿਸਾਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਸੜਕਾਂ ਤੇ ਇਕੱਠਾ ਕਰਕੇ ਉਹਨਾਂ ਦਾ ਰੋਸ ਆ ਜਿਹੜਾ ਗੁੱਸਾ ਉਸ ਨੂੰ ਉਹ ਤੜਪ ਆ ਜਿਹੜੀ ਆਜ਼ਾਦੀ ਦੀ ਉਸ ਨੂੰ ਠੰਡਿਆ ਕਰਨ ਲਈ ਇੱਕ
ਵਰਤੋਂ ਕੀਤੀ ਜਾ ਰਹੀ ਹੈ, ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੈਂ ਤਾਂ ਕਹਾਂਗਾ ਕਿ ਉਹਨਾਂ ਦਾ ਜਿਹੜਾ ਗੁੱਸਾ ਰੋਸ ਹੈ ਤੇ ਉਹ ਕਿਤੇ ਆਜ਼ਾਦੀ ਦੀ ਤੜਪ ਦੇ ਲਈ ਭਾਰਤ ਸਰਕਾਰ ਦੇ ਲਈ ਇੱਕ ਵੱਡਾ ਜਿਹੜਾ ਉਹ ਧਮਾਕਾ ਨਾ ਹੋ ਜਾਏ, ਕਿਤੇ ਵੱਡਾ ਬਵਾਲ ਨਾ ਖੜਾ ਹੋ ਜਾਏ ਉਸ ਦੇ ਉੱਤੇ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮੇਂ-ਸਮੇਂ ਦੇ ਉੱਤੇ। ਸੋ ਇਹ ਨੇ ਜੀ ਮੈਂ ਕਹਿੰਦਾ ਪੱਤਰਕਾਰ ਸੁਰਿੰਦਰ ਸਿੰਘ ਜੀ। ਇਹ ਸੁਰਿੰਦਰ ਸਿੰਘ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਇਹਦੀ ਇੰਟਰਵਿਊ ਹੋਈ ਸੀਗੀ, ਔਰ ਜਿਹੜਾ ਇੱਥੇ ਦਾ ਜਰਨਲਿਸਟ ਸੀਗਾ ਉਹਨੇ ਅਨੂ ਜੀ ਹਜੇ ਤੱਕ ਕੋਈ ਸਵਾਲ ਨਹੀਂ ਸੀ ਕੀਤਾ ਵੀ ਖੱਬੇ ਪੱਖੀਆਂ ਦਾ ਭਾਰਤ ਦੀ ਉਹਦੇ ਪੋਲਿਟਿਕਸ ਵਿੱਚ ਕੀ ਰੋਲ ਆ। ਇਹਨੇ ਆਉਂਦੇ ਭੰਡਣਾ ਸ਼ੁਰੂ ਕਰਤਾ। ਸੋ ਦੋਸਤੋ ਇਹ ਕਹਿ ਰਿਹਾ ਹੈ ਕਿ ਅਸਲ ਦੇ ਵਿੱਚ ਸੰਘਰਸ਼ ਇਹਨਾਂ ਨੇ ਚਲਾਇਆ, ਪਰ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਤਾਲ ਪਿੱਡੋ ਕਰਕੇ ਲੈ ਗਈਆਂ ਤੇ ਉਹਨੂੰ ਜਿਹੜੀ ਆ ਉਹ ਬਿਲਕੁਲ ਜਿਹੜੇ ਕਿਸਾਨ ਆਗੂ ਨੇ ਉਹ ਸਾਰੇ ਸੈਂਟਰ ਦੇ ਨਾਲ ਮਿਲੇ ਹੋਏ ਨੇ ਤੇ ਜਿਹੜਾ ਸੰਘਰਸ਼ ਆ 2-3 ਮਹੀਨੇ ਚੱਲਣਾ ਆ। ਇਹਨਾਂ ਨੂੰ ਸਾਰੀ ਇਸ ਚੀਜ਼ ਜਿਹੜੀ ਖਬਰ ਆ ਇਹ ਤੇ ਇਹਨਾਂ ਚੋਂ ਜਿਹੜਾ ਇਹਦਾ ਚੈਨਲ ਉਹਨਾਂ ਨੂੰ ਜੀ ਇਹਦੇ ਸਿਆਣਾ ਬੰਦਾ ਹੈ, ਮਤਲਬ ਜਿਹਦੀ ਇਹਦੀ ਗੱਲ ਦਾ ਥੋੜਾ ਜਿਹਾ ਸਿਰ ਪੈਰ ਹੈ ਆ। ਬਾਕੀ ਜਿਹੜੇ ਜੱਬੜ ਜਿਹੜੇ ਹੋਰ ਉਹਨਾਂ ਨੇ ਬਿਠਾਲੇ ਹੋਏ ਨੇ ਉੱਥੇ, ਉਹਨਾਂ ਦੇ ਸਿਰ ਪੈਰ ਨਹੀਂ ਹੈਗਾ। ਪਰ ਅਨੂ ਜੀ ਇਹ ਜਥੇਬੰਦੀਆਂ ਦੇ ਕੋਲ ਪੈਸਾ ਆ, ਜਿਵੇਂ ਉਹ ਜਿਵੇਂ ਕਹਿ ਰਹੇ ਨੇ ਵੀ 4 ਘੰਟਿਆਂ ਦੇ ਵਿੱਚ ਅਸੀਂ ਅੱਜ $1 ਮਿਲੀਅਨ ਉੱਥੇ ਕਿਸਾਨਾਂ ਨੂੰ ਵੰਡਣਾ ਹੈ। ਉੱਥੇ ਕਹਿੰਦੇ ਵੀ ਅਸੀਂ ਬਹੁਤ ਵੱਡੀ ਰਿਕਰੂਟਮੈਂਟ ਹੋਰ ਵੀ ਅਸੀਂ ਕਈ ਕੁਝ ਇਹਨਾਂ ਦਾ ਚਲਾ ਸਕਦੇ ਸੀ, ਪਰ ਇਹਨੂੰ ਅਸੀਂ ਇਹਨਾਂ ਨੂੰ ਜ਼ਿਆਦਾ ਤਰਜੀਹ ਨਹੀਂ ਦੇਣਾ ਚਾਹੁੰਦੇ, ਪੋਜ਼ਿਟਿਵ ਰਹਿਣਾ ਚਾਹੁੰਦੇ। ਪਰ ਫਿਰ ਵੀ ਅਗਾਹ ਇਹਨਾਂ ਦੇ ਵਾਸਤੇ ਅਸੀਂ ਜ਼ਰੂਰ ਕਰਨਾ ਚਾਹੁੰਦੇ ਸੀਗੇ। ਦੋਸਤੋ ਇਹ ਜਿਹੜੇ ਸਵਾਲ ਨੇ ਜਿਹੜੇ ਜਿਵੇਂ ਸਾਥੀ ਜੋਗਿੰਦਰ ਸਿੰਘ ਗੁਰਾਹਾਂ ਕੋਲੋਂ ਵੀ ਪੁੱਛੇ ਗਏ ਆ ਵੀ ਇਹ ਸਿੱਖਾਂ ਦਾ ਸੰਘਰਸ਼ ਹੈ ਤੇ ਇਹੋ ਜਿਹੀਆਂ ਗੱਲਾਂ ਬਾਤਾਂ, ਇਹਨੂੰ ਜਿਹੜੀਆਂ ਫੀਡ ਕਰਨ ਵਾਲੀਆਂ ਨੇ ਇਹੋ ਜਿਹੀਆਂ ਜਥੇਬੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਹਾਲਾਂਕਿ ਤੁਸੀਂ ਮੇਰਾ ਖਿਆਲ ਹੈ ਇਹ ਜਿਹੜੀਆਂ ਝਾੜੂ ਜਥੇਬੰਦੀਆਂ ਨੇ ਉਹਨਾਂ ਦੇ ਪਿਛਲੇ 15-20 ਸਾਲਾਂ ਦੇ ਕੋਈ ਵੀ ਸੰਘਰਸ਼ ਚੁੱਕ ਕੇ ਦੇਖ ਲਓ। ਹੁਣ ਤਾਂ ਟੈਕਨੋਲੋਜੀ ਨਾਲ ਵੀਡੀਓ ਫੁਟੇਜ ਸਾਰਾ ਕੁਝ ਫੋਟੋਜ਼ ਮੌਜੂਦ ਨੇ। ਉਹ ਕਾਫੀ ਸਾਰੇ ਅੰਮ੍ਰਿਤਧਾਰੀ ਉਹ ਵਿੱਚ ਹੁੰਦੇ ਨੇ ਕਰਾਊਡ ਦੇ, ਔਰ ਸੰਘਰਸ਼ ਇਹੋ ਜਿਹੇ ਮੈਂ ਦੇਖਿਆ ਜਿੱਥੇ ਉਹ ਕਵਿਸ਼ਰੀਆਂ ਵਾਂਗੂ ਕਵਿਸ਼ਰੀਆਂ ਵੀ ਗਾਈਆਂ ਜਾਂਦੀਆਂ ਨੇ। ਔਰ ਅਸੀਂ ਪ੍ਰੇਰਣਾ ਸਰੋਤ ਮੰਨਦੇ ਆ ਸਿੱਖ ਧਰਮ ਨੂੰ, ਸਿੱਖ ਇਤਿਹਾਸ ਨੂੰ, ਬਲਕਿ ਆਪਣੇ ਸੰਘਰਸ਼ਾਂ ਦਾ ਪ੍ਰੇਰਣਾ ਸਰੋਤ ਮੰਨਦੇ ਆ, ਜਥੇਬੰਦੀਆਂ ਮੰਨਦੀਆਂ ਨੇ। ਤੋ ਉਹਦੇ ਵਿੱਚ ਇਹ ਸਵਾਲ ਹੀ ਨਹੀਂ ਉੱਠ ਸਕਦਾ ਕਿ ਇਹ ਜਿਹੜੇ ਸੰਘਰਸ਼ ਨੇ ਇਹ ਸਿੱਖ ਵਿਰੋਧੀ ਹੋਣ ਕਿਸੇ ਤਰੀਕੇ ਨਾਲ। ਹਰਜਿੰਦਰ ਸਿੰਘ ਮਾਝੀ ਹੁਣਾਂ ਦੇ ਉਹ ਖੁਦ ਗਏ ਨੇ ਉੱਥੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਨਾਲ ਸ਼ੁਰੂ ਕੀਤਾ, ਫਤਿਹ ਨਾਲ ਉਹਨਾਂ ਨੇ ਲੈਕਚਰ ਸ਼ੁਰੂ ਕੀਤਾ ਉਹ ਗੁਰਾਹਾਂ ਦੀ ਰੈਲੀ ਦੇ ਵਿੱਚ। ਬਿਲਕੁਲ। ਸੋ ਇਹ ਬਿਲਕੁਲ ਭੰਡੀ ਪ੍ਰਚਾਰ ਇੱਕ ਜਾਂ ਤੇ ਕੋਈ ਕਲਿੱਪ ਉੱਥੇ ਦਿਖਾਉਂਦੇ ਨਾਲ ਆਪਣੀ ਗੱਲ ਦੇ ਕਿ ਆਹ ਦੇਖੋ ਮੈਂ ਸਬੂਤ ਪੇਸ਼ ਕਰ ਰਿਹਾ। ਇਹ ਜਦੋਂ ਇਹ ਗੱਲ ਇਹ ਪਹਿਲਾਂ ਹੋ ਚੁੱਕੀ ਹੈ। ਇੱਕ ਬਠਿੰਡੇ ਦੇ ਵਿੱਚ ਮੁਜ਼ਾਹਰਾ ਸੀਗਾ ਉਗਰਾਹਾਂ ਦਾ, ਜਿੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਸੀ, ਕਿਉਂਕਿ ਗੱਲ ਉਸ ਟਾਈਮ ਦੇ ਉੱਪਰ ਸਾਥੀ ਕਰ ਰਹੇ ਸੀਗੇ ਗੁਰਸ਼ਰਨ ਭਾਜੀ ਦੀ, ਤੇ ਉੱਥੋਂ ਕੁਝ ਸਿਰ ਫਿਰਿਆਂ ਨੇ ਗੁਰਸ਼ਰਨ ਭਾਜੀ ਦੀ ਗੱਲ ਹੋ ਰਹੀ ਹੈ। ਹੁਣ ਗੁਰਸ਼ਰਨ ਭਾਜੀ ਨੂੰ ਇਹਨਾਂ ਕੋਲੋਂ ਸਰਟੀਫਿਕੇਟ ਲੈਣਾ ਪਊਗਾ ਸਿੱਖ ਹੋਣ ਦਾ। ਗੁਰਸ਼ਰਨ ਭਾਜੀ ਦੀ ਗੱਲ ਹੋਣ ਦੀ ਆ ਤੇ ਖਾਲਿਸਤਾਨ ਜਿੰਦਾਬਾਦ ਨਾਲੇ ਉਹਨਾਂ ਨੂੰ ਉਸੇ ਵੇਲੇ ਕਿਹਾ ਵੀ ਤੁਸੀਂ ਰਫਾ ਦਫਾ ਹੋ ਜਾਓ, ਤੁਹਾਡੀ ਕੋਈ ਜਗ੍ਹਾ ਨਹੀਂ। ਇਹ ਹੁਣ ਵੀ 25 ਤਰੀਕ ਦਾ ਮੈਨੂੰ ਹੁਣ ਇਹ ਦਿਮਾਗ ਚੋਂ ਨਿਕਲ ਗਿਆ ਕਿ ਉਹ ਕਿਹੜੀ ਜਗ੍ਹਾ ਤੇ ਸੀ। 31 ਜਥੇਬੰਦੀਆਂ ਦੇ ਜਿਹੜੇ ਅਲੱਗ-ਅਲੱਗ ਸ਼ਹਿਰਾਂ 'ਚ ਸੀ, ਉਹਨਾਂ 'ਚੋਂ ਸੀਗਾ ਇੱਕ, ਉਹ ਕੋਈ 2 ਮੇਰਾ ਖਿਆਲ ਮੈਨੂੰ ਹੁਣ ਲੇਬਲ ਦਾ ਨਹੀਂ ਪਤਾ ਕਿ ਉਹ ਆਊਟਵਰਡਲੀ ਸਿੱਖ ਸੀਗੇ ਉਹਨਾਂ ਦੇ ਰੂਪ ਤੋਂ, ਨਿਹੰਗ ਨਹੀਂ ਸਨ ਵੈਸੇ, ਉਹ ਦਮਾਲਿਆਂ ਵਾਲੇ ਸੀਗੇ। ਤਾਂ ਉਹਨਾਂ ਨੇ ਉੱਥੇ ਉਹ ਏਦਾਂ ਰੌਲਾ ਪਾਇਆ ਕਿ ਇਹ ਸਾਨੂੰ ਨਾਅਰੇ ਨਹੀਂ ਲਾਉਣ ਦਿੰਦੇ। ਤਾਂ ਉਹ ਵੀਡੀਓ ਸੀਗੀ ਉਹਨਾਂ ਦੀ ਆਪਣੀ ਫੇਸਬੁੱਕ ਲਾਈਵ। ਉਸੇ ਫੇਸਬੁੱਕ ਲਾਈਵ 'ਚ ਹੀ 2-3 ਲੋਕਾਂ ਦੇ ਕਮੈਂਟ ਸਨ। ਇੱਕ ਜਿਹੜੇ ਮੇਰਾ ਖਿਆਲ ਸਟੇਜ ਸੈਕਟਰੀ ਜਿਹੜੇ ਸ਼ਾਇਦ ਹੋਣਗੇ, ਉਹਨਾਂ ਨੇ ਲਿਖਿਆ ਕਿ ਇਹਨਾਂ ਨੇ ਜਾਂ ਉਹ ਸੰਚਾਲਕਾਂ 'ਚੋਂ ਹੋਣਗੇ ਕੋਈ, ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੇਰੇ ਨਾਲ ਆ ਕੇ ਗੱਲ ਕੀਤੀ, ਮੈਂ ਸਟੇਜ ਸੈਕਟਰੀ ਨਾਲ ਗੱਲ ਕੀਤੀ। ਤਾਂ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ 2-4 ਮਿੰਟ ਬੈਠੋ, ਤਾਂ ਜਿਸ ਤਰ੍ਹਾਂ ਸਟੇਜ ਸੈਕਟਰੀ ਫ੍ਰੀ ਹੁੰਦੇ ਨੇ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਜਦੋਂ ਤੁਹਾਡੀ ਵਾਰੀ ਆਏਗੀ ਤੁਹਾਨੂੰ ਬੁਲਾਇਆ ਜਾਏਗਾ। ਮਤਲਬ ਕਿ ਤੁਸੀਂ ਬੈਠੋ। ਹਾਂ, ਪਰ ਇਹ ਉਹਨਾਂ ਦਾ ਇਹ ਸੀਗਾ ਕਿ ਸਾਨੂੰ ਹੁਣੇ ਹੀ ਸਟੇਜ ਦਿੱਤੀ ਜਾਵੇ। ਸੋ ਜਦੋਂ ਉਹ ਤੁਹਾਨੂੰ ਕਹਿ ਰਹੇ ਨੇ ਕਿ ਇੱਕ ਤਾਂ ਪਹਿਲਾਂ ਤਾਂ ਇਹ ਗੱਲ, ਜਦੋਂ ਇਸ ਤਰ੍ਹਾਂ ਦੇ ਕੋਈ ਵੀ ਜਥੇਬੰਦੀਆਂ ਦੇ ਪ੍ਰੋਗਰਾਮ ਹੁੰਦੇ ਨੇ, ਉਹ ਪ੍ਰੋਗਰਾਮ 'ਚ ਮਿਹਨਤ ਲੱਗੀ ਹੁੰਦੀ ਆ, ਕਾਫੀ ਟਾਈਮ ਤੋਂ ਉਲੀਕਿਆ ਗਿਆ ਹੁੰਦਾ ਪ੍ਰੋਗਰਾਮ। ਸੋ ਉਹਦੇ ਵਿੱਚ ਜਿਹੜੇ ਮੋਸਟਲੀ ਬੁਲਾਰੇ ਹੁੰਦੇ ਨੇ ਉਹ ਪਹਿਲਾਂ ਉਹਨਾਂ ਨੂੰ
ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੁੰਦੀ ਹੈ, ਉਹ ਬੁਲਾਰੇ ਵੀ ਇਹਨਾਂ ਸੰਘਰਸ਼ਾਂ 'ਚ ਸ਼ਾਮਲ ਹੁੰਦੇ ਨੇ। ਸੋ ਇਸ ਤਰ੍ਹਾਂ ਜਿਹੜੇ ਬੁਲਾਰੇ ਆ ਉਹਨਾਂ ਨਾਲ ਬਕਾਇਦਾ ਮੀਟਿੰਗਾਂ ਬੈਠਕਾਂ, ਉਹ ਜਿਹੜੇ ਪਿੰਡੋਂ ਪਿੰਡੀ ਜਾ ਕੇ ਪ੍ਰਚਾਰ ਕੀਤਾ ਜਾਂਦਾ ਕਿ ਫਲਾਨੀ ਤਰੀਕ ਨੂੰ ਬੰਦ ਆ ਉੱਥੇ ਆਓ, ਉਹ ਜਿਹੜੇ ਬੁਲਾਰੇ ਨੇ ਉਹ ਸਾਰੀ ਚੀਜ਼ 'ਚ ਸ਼ਾਮਲ ਹੁੰਦੇ ਨੇ। ਸੋ ਇਸ ਕਰਕੇ ਉਹ ਕਹਿ ਸਕਦੇ ਆਪਾਂ ਕਿ ਤੈਅ ਹੁੰਦਾ ਕਿ ਆ ਸਾਡੇ ਸਪੀਕਰਸ ਹੋਣਗੇ। ਸੋ ਇਹ ਜਿਹੜੇ ਇੱਕਦਮ ਖੜੇ ਪੈਰੀ ਆ ਕੇ ਕਹਿੰਦੇ ਨੇ ਕਿ ਮੈਨੂੰ ਟਾਈਮ ਦਿੱਤਾ ਜਾਵੇ, ਮੈਨੂੰ ਦਿੱਤਾ ਜਾਏ, ਫਿਰ ਜ਼ਾਹਿਰ ਹੈ ਕਿ ਤੁਹਾਨੂੰ ਆਪਣੀ ਵਾਰੀ ਉਡੀਕਣੀ ਪਊਗੀ ਨਾ। ਬਿਲਕੁਲ ਬਿਲਕੁਲ ਬਿਲਕੁਲ। ਅਨੂ ਜੀ, ਇਹਨਾਂ ਦਾ ਜਿਹੜਾ ਗੁਰਪੰਤ ਸਿੰਘ ਪੰਨੂ ਆ, ਐਡਾ ਮੈਂ ਹੁਣ ਕੀ ਕਹਾਂ ਉਹਨੂੰ, ਹੁਣ ਨਵੀਂ ਵੀਡੀਓ ਦੇ ਵਿੱਚ ਜਿਹੜੇ ਸਿੱਖ ਭਾਈ ਚੋਂ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਕਹਿ ਰਿਹਾ ਵੀ ਦਿੱਲੀ ਜਾ ਕੇ ਮੋਦੀ ਨੂੰ ਘੇਰੋ। ਮਤਲਬ ਇਹ ਵਾਇਲੈਂਸ ਉਕਸਾਉਣਾ ਚਾਹੁੰਦੇ ਆ ਤਾਂ ਕਿ ਉਹਦੇ ਨਾਲ ਫਿਰ, ਕਿਉਂਕਿ ਉਹ ਜਿਹੜੇ ਟਰੈਕਟਰਾਂ ਨੂੰ ਵੀ ਅੱਗ ਲਾਈ ਇੱਕ ਦੋ ਜਗ੍ਹਾ ਤੇ, ਉਹ ਪੋਲੀਟੀਕਲ ਪਾਰਟੀਆਂ ਦਾ, ਇੱਕ ਕਾਂਗਰਸੀ ਨੇ ਕੀਤਾ ਤੇ ਇੱਕ ਅਕਾਲੀਆਂ ਨੇ ਸੌਰੀ, ਤਾਂ ਕਿਸੇ ਨਾ ਕਿਸੇ ਤਰ੍ਹਾਂ ਇੱਕ ਵਾਇਲੈਂਸ ਫੈਲਾਈ ਜਾਵੇ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਦਾ ਜਿਹੜਾ ਇਲਜ਼ਾਮ ਆ ਉਹ ਜਥੇਬੰਦੀਆਂ ਉੱਪਰ ਲਾਇਆ ਜਾਵੇ। ਡਿਫੇਮ ਕਰਨਾ ਚਾਹੁੰਦੇ ਆ, ਜਿਹੜੇ ਸਹੀ ਜਥੇਬੰਦੀਆਂ ਸਹੀ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਉਹਨੂੰ ਇਹ ਡਿਫੇਮ ਕਰਨਾ ਚਾਹੁੰਦੇ ਆ, ਸਾਰੀ ਚੀਜ਼ ਨੂੰ ਇਹ ਬਿਲਕੁਲ ਨੁਕਸਾਨ ਪਹੁੰਚਾ ਕੇ ਠੱਪ ਕਰਾਉਣਾ ਚਾਹੁੰਦੇ, ਬੰਦ ਕਰਾਉਣਾ ਚਾਹੁੰਦੇ। ਸੋ ਇਹਦੇ ਚੋਂ ਵੀ ਕਹਾਂਗੇ ਕਿ ਸੈਂਟਰ ਦੀ ਸਰਕਾਰ ਦੇ ਹੱਕ 'ਚ ਹੀ ਭੁਗਤ ਰਹੇ ਨੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਅਨੂ ਜੀ, ਆਪਣੇ ਕੋਲ ਅੱਜ ਸਮਾਨ ਇੰਨਾ ਜ਼ਿਆਦਾ ਹੈ, ਸਾਡੇ ਕੋਲ 3 ਪੇਜ ਦਾ ਲਲਕਾਰ ਦਾ ਇਹਨਾਂ ਦੇ ਜਿਹੜਾ ਰਾਏਸ਼ੁਮਾਰੀ 2020 ਦਾ ਇਹਨਾਂ ਦਾ ਬਹੁਤ ਜ਼ਬਰਦਸਤ ਆਰਟੀਕਲ ਹੈ। ਔਰ ਆਪਣੀਆਂ ਇਹ ਆਪਾਂ ਮੇਰੇ ਖਿਆਲ ਗੱਲ ਹੀ ਕਰ ਲੈਂਦੇ ਆ, ਇਹ ਜਿਹੜਾ 6 for Justice ਵਾਲਾ ਚੈਨਲ ਵਾ, ਉਹ 1947 ਤੋਂ ਬਾਅਦ ਚ ਕਹਿੰਦੇ ਵੀ ਜਿੰਨੇ ਇਹ ਸਿੱਖ ਸੰਘਰਸ਼ ਹੋਏ ਨੇ, ਕਿਸਾਨਾਂ ਦੇ ਸੰਘਰਸ਼ ਹੋਏ ਨੇ, ਉਹਦੇ ਵਿੱਚ ਕੁਝ ਪ੍ਰਾਪਤ ਨਹੀਂ ਹੋਇਆ। ਉਹ ਯਾਰੋ ਮੇਰਿਓ, ਮੁਜ਼ਾਰਾ ਲਹਿਰ ਚੱਲੀ, ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਸੰਘਰਸ਼, ਜਿਹੜੇ ਆਪਣੇ ਜਿਹੜੇ ਪਾਣੀਆਂ ਦੇ ਮਸਲੇ ਹੈ, ਜਿਹੜੇ ਸੀਗੇ ਚੀਨਾ, ਮੈਨੂੰ ਹੁਣ ਉਹਨਾਂ ਦੇ ਪਿੰਡ ਚੀਨਾ ਤੋਂ ਮੈਨੂੰ ਨਾਂ ਯਾਦ ਭੁੱਲ ਗਿਆ ਉਹਨਾਂ ਨੇ ਵੀ ਉਸੇ ਪਾਣੀਆਂ ਦੀ ਵੰਡ ਦੇ ਉੱਪਰ ਉਹਨਾਂ ਨੇ ਸੰਘਰਸ਼ ਜਿੱਤਿਆ ਸੀਗਾ। ਉਹ ਬਹੁਤ ਸ਼ਾਨਮੱਤਾ ਇਤਿਹਾਸ ਹੈ। ਕਿਉਂ ਮਤਲਬ ਅਗਰ ਅਸੀਂ ਉਸ ਪਿੱਛੇ ਜਾਣਾ ਹੋਵੇ ਤਾਂ ਜਿਹੜਾ ਅਸੀਂ ਉਹ ਪਹਿਲੇ ਗੀਤ ਚਲਾਇਆ ਕਿ ਪਗੜੀ ਸੰਭਾਲ ਜੱਟਾ, ਉਹ ਚਾਚਾ ਅਜੀਤ ਸਿੰਘ ਹੋਰਾਂ ਦਾ ਜਿਹੜਾ ਸੰਘਰਸ਼ ਹੈ ਉਹ ਕਿਸਾਨੀ ਦਾ ਸੰਘਰਸ਼ ਹੈ। ਬਿਲਕੁਲ 47 ਤੋਂ ਪਹਿਲੇ ਅਗਰ ਅਸੀਂ ਦੇਖਦੇ ਹਾਂ ਤਾਂ ਹਾਂਜੀ। ਗੱਲਬਾਤ ਆਪਾਂ, ਮੇਰਾ ਖਿਆਲ ਉਹ ਆਰਟੀਕਲ ਕਾਫੀ ਲੰਬਾ ਹੈ, ਅਗਲੇ ਹਫਤੇ ਸ਼ਾਇਦ ਉਹਨੂੰ ਅਸੀਂ ਆਪਣੇ ਸਰੋਤਿਆਂ ਦੇ ਨਜ਼ਰ ਕਰ ਸਕਦੇ ਹਾਂ। ਤਾਂ ਸ਼ੁਰੂ 'ਚ ਅਗਰ ਤੁਸੀਂ ਕੋਈ ਹੋਰ ਗੱਲ ਭਾਰਤੀ ਜੀ ਰੱਖਣੀ ਹੋਏ ਆਪਾਂ ਨਹੀਂ, ਆਪਣੀਆਂ ਵੈਸੇ ਗੱਲਾਂ ਕਾਫੀ ਲੰਬੀਆਂ ਨੇ ਇਹਨਾਂ ਦੇ ਮਾਮਲੇ ਦੇ ਵਿੱਚ ਹੀ। ਕਿ ਬੇਸਿਕਲੀ ਮੈਂ ਇਹਦੇ ਵਾਸਤੇ ਇੰਨਾ ਕਹਿਣਾ ਚਾਹੂੰਗਾ ਕਿ ਇਹ ਬਾਹਰ ਦੇ ਮੁਲਕਾਂ ਦੇ ਵਿੱਚੋਂ ਸਿੱਖ ਧਰਮ ਦੇ ਨਾਂ ਦੇ ਉੱਪਰ ਇਹ ਪੂੰਜੀ ਇਕੱਠੀ ਕਰ ਰਹੇ ਨੇ, ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰ ਰਹੇ ਨੇ। ਇਹਨਾਂ ਦਾ ਸਿੱਖਾਂ ਨਾਲ, ਸਿੱਖਾਂ ਦੇ ਸੰਘਰਸ਼ਾਂ ਨਾਲ, ਸਿੱਖਾਂ ਦੀ, ਕਿਉਂਕਿ ਮੈਜੋਰਿਟੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਪੰਜਾਬ ਵਿੱਚ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਨਾਲ। ਇਹ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ, ਤੁਸੀਂ ਆਪਣੀ ਇਹਦੇ ਵਿੱਚ ਜਦੋਂ ਰਿਸਰਚ ਕਰੋਗੇ ਤੁਹਾਨੂੰ ਖੁਦ ਪਤਾ ਲੱਗ ਜਾਊਗਾ। ਸੋ ਇਹਨਾਂ ਦੇ ਝਾਂਸਿਆਂ ਦੇ ਵਿੱਚ, ਇਹਨਾਂ ਦੇ ਗੱਲਾਂ ਦੇ ਵਿੱਚ ਬਿਲਕੁਲ ਆਪਣੇ ਕਿਸੇ ਵੀ ਸਾਥੀ ਨੂੰ ਨਹੀਂ ਆਉਣਾ ਚਾਹੀਦਾ। ਜਿਹੜੀ ਸਾਡੀ ਚੰਗੀ ਲੀਡਰਸ਼ਿਪ ਸਾਨੂੰ ਮਿਲੀ ਹੋਈ ਹੈ, ਉਹਨਾਂ ਦੇ ਮਗਰ ਆਪਾਂ ਨੂੰ ਲੱਗ ਕੇ ਜਿਵੇਂ ਵੀ ਲੀਡਰਸ਼ਿਪ ਜਿਹੜੀ ਡਿਸਾਈਡ ਕਰਦੀ ਆ। ਔਰ ਇਹਦੇ ਨਾਲ 31 ਜਥੇਬੰਦੀਆਂ ਦੇ ਵਿੱਚ ਸਾਨੂੰ ਇਸ ਗੱਲ ਦਾ ਵੀ ਯਕੀਨ ਆ ਕਿ ਜਿਹੜੀਆਂ ਕੰਪਰੋਮਾਈਜ਼ਿੰਗ ਨੇ, ਜਿਹੜੀਆਂ ਮੌਕਾ ਪ੍ਰਸਤ ਨੇ, ਉਹਨਾਂ ਨੇ ਹੌਲੀ ਹੌਲੀ ਝੜ ਜਾਣਾ, ਸਾਨੂੰ ਇਸ ਦਾ ਵੀ ਪਤਾ ਹੈ। ਪਰ ਜਿਨ੍ਹਾਂ ਨੇ ਗਾਂ ਇਹ ਸੰਘਰਸ਼ ਲੈ ਕੇ ਜਾਣੇ ਆ, ਉਹਨਾਂ ਦੇ ਨਾਲ ਆਪਾਂ ਜੁੜੇ ਰਹੀਏ। ਇਹਨਾਂ ਦੀਆਂ ਗੱਲਾਂ ਦੇ ਵਿੱਚ ਆਪਾਂ ਬਿਲਕੁਲ ਨਾ ਆਈਏ, ਮੁੜ ਕੇ ਜਿਹੜਾ ਆਪਣਾ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਨਾ ਉਹਨਾਂ ਦਾ ਕਤਲੇਆਮ ਕਰਵਾਈਏ। ਅਸੀਂ ਸਿਰਫ ਇਸ ਮਾਮਲੇ ਤੇ ਹੀ। ਹਾਂਜੀ ਬਿਲਕੁਲ ਜੀ। ਇਹ ਅਗਰ ਅਸੀਂ ਇਹਨੂੰ ਲੈਫਟ ਦਾ ਜਿਹੜਾ ਵਿਸ਼ਲੇਸ਼ਣ ਹੈ, ਹਿਸਟੋਰੀਕਲ ਜਿਹੜੀਆਂ ਸਾਡੀਆਂ ਹਸਤੀਆਂ ਜਿਸ ਤਰ੍ਹਾਂ ਕਦੀਆਂ ਦੇਖਣਾ ਹੋਵੇ ਤਾਂ ਇੱਕ ਯੂਨਾਈਟਿਡ ਫਰੰਟ ਹੈ ਤੇ ਇੱਕ ਪਪੂਲਰ ਫਰੰਟ ਹੈ। ਸੋ ਇਹ ਜਿਹੜਾ ਉਹ ਸ਼ੰਭੂ ਬਾਰਡਰ ਵਾਲਾ ਅਖਾੜਾ, ਅਸੀਂ ਤਾਂ ਉਹਨੂੰ ਅਖਾੜਾ ਹੀ ਕਹਿੰਦੇ ਆ, ਅਸੀਂ ਉਹਨੂੰ ਬੰਦੇ ਆ, ਪ੍ਰੋਟੈਸਟ ਨਹੀਂ ਕਹਿੰਦੇ, ਉਹ ਇੱਕ ਪਪੂਲਰ ਫਰੰਟ ਹੈ। ਕਿਉਂਕਿ ਜੋ ਤੁਹਾਡਾ ਸੈਲੀਬ੍ਰਿਟੀ ਸਟਾਰ, ਚਾਹੇ ਉਹ ਪੋਲੀਟੀਕਲ ਨੇ ਜਾਂ ਉਹ ਸੰਗੀਤ ਦੀ ਦੁਨੀਆ ਚੋਂ, ਉਹ ਉੱਥੇ ਤਕਰੀਬਨ ਗਏ ਨੇ, ਹੋਰ ਵੀ ਲੋਕ ਗਏ ਨੇ, ਪਰ ਉੱਥੇ ਅਟਰੈਕਸ਼ਨ ਹੋ ਰਹੀ ਹੈ ਕਿ ਉਹ ਜਿਹੜੇ ਪਪੂਲਰ ਲੋਕ ਨੇ, ਜਿਨ੍ਹਾਂ ਨੂੰ ਲੋਕ ਜਾਣਦੇ, ਉਹ ਗਏ ਨੇ। ਸੋ ਉਹ ਇੱਕ ਪਪੂਲਰ ਫਰੰਟ ਹੈ। ਜਿਹੜੇ ਪਪੂਲਰ ਫਰੰਟ ਨੇ, ਦੈਟਸ ਐਗਜ਼ੈਕਟਲੀ ਵਾਟ ਦੇ ਆਰ, ਬਸ ਪਪੂਲੈਰਿਟੀ ਲਈ ਉਹ ਇਕੱਠੇ ਹੁੰਦੇ ਨੇ, ਉਹ ਲੰਬਾ ਟਾਈਮ ਨਹੀਂ ਚੱਲਦੇ ਹੁੰਦੇ। ਤੇ ਜਿਹੜੇ 31 ਜਥੇਬੰਦੀਆਂ ਵਾਲਾ ਹੈ, ਇਹ ਯੂਨਾਈਟਿਡ ਫਰੰਟ ਹੈ। ਜਿਹੜੇ ਯੂਨਾਈਟਿਡ ਫਰੰਟ ਹੁੰਦੇ ਨੇ ਉਹਨਾਂ ਦੀ ਕੋਈ ਸਾਂਝੇ
ਮੁੱਦੇ ਤੇ ਉਹ ਯੂਨਾਈਟ ਹੁੰਦੇ ਨੇ, ਜਿਸ ਤਰ੍ਹਾਂ ਕਿ ਉਹ ਸਾਥੀ ਕਹਿੰਦੇ ਨੇ ਕਿ ਨੀਤੀਆਂ ਤੇ ਸਮਝੌਤਾ ਨਹੀਂ ਹੋ ਸਕਦਾ ਹੁੰਦਾ, ਪਰ ਜਿਹੜੇ ਮੁੱਦੇ ਨੇ ਉਹਨਾਂ ਤੇ ਇਕੱਠੇ ਹੋਇਆ ਜਾ ਸਕਦਾ ਹੁੰਦਾ। ਸੋ ਉਹ ਯੂਨਾਈਟਿਡ ਫਰੰਟ ਅਰਾਊਂਡ ਇਸ਼ੂਜ਼ ਹੁੰਦੇ ਨੇ, ਤੇ ਉਹਨਾਂ ਨੇ ਆਪਣੀ ਉਹ ਇੱਕ ਫਿਰ ਉਸ ਯੂਨਾਈਟਿਡ ਫਰੰਟ ਦੀ ਜਿਹੜੀ ਨੀਤੀ ਹੈ ਕਿ ਕੀ ਕਰਨਾ ਹੈ ਉਹ ਇਕੱਠੇ ਹੋ ਕੇ ਘੜੀ ਜਾ ਸਕਦੀ ਹੁੰਦੀ ਆ। ਇਹ ਨਹੀਂ ਕਿ ਇਕੱਲੀ ਜਥੇਬੰਦੀ ਜਿਹੜੀ ਆਪਣੀ ਨੀਤੀਆਂ ਨੂੰ ਉਹ ਕੰਪਰੋਮਾਈਜ਼ ਕਰ ਲਵੇ ਫॉर द ਸੇਕ ਆਫ ਯੂਨਾਈਟਿਡ ਫਰੰਟ। ਸੋ ਇਹ ਸ਼ਾਇਦ ਜਿਹੜੇ ਸਾਡੇ ਸਰੋਤੇ ਪੜ੍ਹਨ ਦੇ ਸ਼ੌਕੀਨ ਨੇ, ਇਹਦੇ 'ਚ ਮੈਂ ਸ਼ਾਇਦ ਥੋੜੀ ਹੈਵੀ ਰੀਡਿੰਗ ਹੋਵੇ, ਪਰ ਲਿਓਨ ਟ੍ਰੋਟਸਕੀ ਜਿਹੜੇ ਹੋਏ ਨੇ ਉਹਨਾਂ ਦਾ ਇੱਕ ਆਰਟੀਕਲ ਨਹੀਂ, ਬੇਸਿਕਲੀ ਉਹ ਸਪੀਚ ਹੈ, ਉਹ ਦੇ ਰਹੇ ਨੇ ਇੱਕ ਜਗ੍ਹਾ ਤੇ, ਯੂਨਾਈਟਿਡ ਫਰੰਟ ਬਾਰੇ ਸਮਝਾ ਰਹੇ ਨੇ ਉਹ ਆਪਣੇ ਸਾਥੀਆਂ ਨੂੰ ਕਿ ਇਹਦਾ ਕੀ ਮਤਲਬ ਹੈ ਤੇ ਸਾਨੂੰ ਕਿਉਂ ਯੂਨਾਈਟਿਡ ਫਰੰਟਸ ਦੀ ਸਟ੍ਰੈਟਜੀ ਕਦੀ ਅਪਣਾਉਣੀ ਚਾਹੀਦੀ ਹੈ, ਕਿਉਂਕਿ ਉਹਦੀ ਲੋੜ ਪੈਂਦੀ ਹੈ। ਸੋ ਅਗਰ ਇਹ ਫੰਡਾ ਕਲੀਅਰ ਹੋ ਜਾਵੇ ਦਿਮਾਗਾਂ 'ਚ ਤਾਂ ਫਿਰ ਐਨ ਉਹ ਇੱਕਦਮ ਇੱਕ ਇੱਧਰ ਖੜੇ ਨੇ ਸ਼ੰਭੂ ਬਾਰਡਰ ਵਾਲੇ, ਬਾਕੀ ਇੱਧਰ ਬਿਲਕੁਲ ਕਲੀਅਰ ਹੋ ਜਾਂਦਾ ਹੈ ਸਾਰਾ। ਅਨੂ ਜੀ ਨਾਲ ਮੈਂ ਇੱਕ ਹੋਰ ਵੀ ਮੈਂ ਵਧਾਈ ਦੇਣਾ ਚਾਹੂੰਗਾ, ਸਾਡੇ ਪ੍ਰੋਗਰਾਮ ਤੋਂ ਬਾਅਦ ਵੀਰ ਕੁਲਦੀਪ ਸਿੰਘ ਤੇ ਵੀਰ ਸਾਹਿਬ ਸਿੰਘ ਉਹਨਾਂ ਨੇ ਪਿਛਲੇ ਹਫਤੇ ਦਾ, ਜਦ ਕਿ ਉਹਨਾਂ ਦੇ ਬਹੁਤ, ਕਿਉਂਕਿ ਇੱਕ ਸਿੱਖ ਧਰਮ ਦੇ ਉਹਨਾਂ ਦੇ ਮਸਲੇ ਡਿਸਕਸ ਕਰਦੇ ਨੇ, ਪਿਛਲੇ ਹਫਤੇ ਉਹਨਾਂ ਨਾਲ ਸਾਰਾ ਪ੍ਰੋਗਰਾਮ ਕਿਸਾਨੀ ਮੁੱਦਿਆਂ ਦੇ ਉੱਪਰ ਜਿਹੜੇ ਸੰਘਰਸ਼ ਚੱਲ ਰਹੇ ਨੇ ਉਹ ਤੇ ਲਾਇਆ। ਅਸੀਂ ਉਹ ਵੀ ਵਧਾਈ ਦੇ ਪਾਤਰ ਨੇ, ਇੱਕ ਪਾਸੇ ਇਹ ਲੋਕ ਨੇ ਤੇ ਦੂਜੇ ਪਾਸੇ ਇਹ ਲੱਤਾਂ ਖਿੱਚਣ ਵਾਲੇ ਨੇ, ਬਿਲਕੁਲ ਇਹਨਾਂ ਦੇ ਝਾਂਸੇ ਦੇ ਵਿੱਚ। ਸੋ ਇਹਦੇ ਚੋਂ ਅਸੀਂ ਇਹੋ ਗੱਲ ਛੱਡ ਕੇ ਜਾਣਾ ਚਾਹਾਂਗੇ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ, ਤਾਂ ਉਸ ਹਰ ਸਾਲ ਹੀ ਅਸੀਂ ਯਾਦ ਕਰਦੇ ਹਾਂ, ਹਰ ਦਿਨ ਯਾਦ ਕਰਦੇ ਹਾਂ ਔਰ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਜਿਹੜੀ ਨੌਜਵਾਨੀ ਹੈ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਜੀਵਨ ਪੜ੍ਹੋ ਭਗਤ ਸਿੰਘ ਦਾ ਔਰ ਉਹਨਾਂ ਦੀਆਂ ਲਿਖਤਾਂ ਪੜ੍ਹੋ, ਔਰ ਜਿਹੜੇ ਮੇਨ ਇਨਸੀਡੈਂਟਸ ਹੋਏ ਨੇ ਭਗਤ ਸਿੰਘ ਹੋਰਾਂ ਦੀ ਜ਼ਿੰਦਗੀ 'ਚ ਔਰ ਉਹਨਾਂ ਦੇ ਸਾਥੀਆਂ ਦੀ ਜ਼ਿੰਦਗੀ 'ਚ, ਉਹ ਦੇਖੋ ਕਿ ਕਿਉਂ ਹੋਏ ਨੇ। ਸਿਰਫ ਇੱਕ ਮਿਸਾਲ ਦੇਵਾਂਗੀ ਮੈਂ, ਟਾਈਮ ਬਹੁਤ ਘੱਟ ਹੈ, ਕਿ ਉਸ ਵਕਤ ਇਹ 47 ਤੋਂ ਪਹਿਲਾਂ ਦੀ ਗੱਲ ਹੈ, ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਬਣਦੇ ਰਹੇ ਨੇ। ਉਦੋਂ ਤਾਂ ਬਣਦੇ ਹੀ ਸੀਗੇ, ਹੁਣ ਵੀ ਬਣਦੇ ਨੇ, ਤਰਾਸਦੀ ਹੈ। ਤਾਂ ਜਿਹੜਾ ਉਦੋਂ ਇੱਕ ਪਬਲਿਕ ਸੇਫਟੀ ਬਿੱਲ ਔਰ ਡਿਸਪਿਊਟਸ, ਟ੍ਰੇਡਸ ਡਿਸਪਿਊਟਸ ਬਿੱਲ ਜਿਹੜਾ, ਉਹਦੇ ਖਿਲਾਫ ਭਗਤ ਸਿੰਘ ਔਰ ਉਹਨਾਂ ਦੇ ਸਾਥੀ ਲੜਦੇ ਨੇ। ਤੋ ਕਿੰਨੇ ਉਹ ਬਹੁਤ ਛੋਟੀਆਂ ਉਮਰਾਂ ਸਨ ਉਹਨਾਂ ਦੀਆਂ, ਤੋ ਅਗਰ ਉਹ ਉਦੋਂ ਲੜ ਸਕਦੇ ਨੇ ਉਹ ਉਸ ਹਾਲਾਤ ਵਿੱਚ ਕਿ ਦੇਸ਼ ਜਿਹੜਾ ਗੁਲਾਮ ਆ ਅੰਗਰੇਜ਼ਾਂ ਦਾ, ਉਸ এনवायरमेंट 'ਚ ਅਗਰ ਉਹ ਨੌਜਵਾਨ ਲੋਕ ਲੜ ਸਕਦੇ ਸਨ ਔਰ ਬੜੇ ਵਿਚਾਰਧਾਰਕ ਤਰੀਕੇ ਨਾਲ ਲੜੇ ਹੋ, ਤੋ ਹੁਣ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਤੋ ਇਹ ਜਿਹੜੇ ਪੋਪੂਲਰ ਫਰੰਟ ਵਾਲੇ ਗਾਇਕਾਂ ਦੇ ਅਖਾੜੇ ਨੇ, ਉੱਥੇ ਜਾਣ ਦੀ ਜਗ੍ਹਾ ਤੁਸੀਂ ਜਿਹੜੇ ਸਾਡੇ 31 ਜਥੇਬੰਦੀਆਂ ਵਾਲੇ ਨੇ, ਉਹਨਾਂ 'ਚ ਵੀ ਸਾਰੇ ਬਜ਼ੁਰਗ ਨਹੀਂ, ਨੌਜਵਾਨ ਉੱਥੇ ਵੀ ਬੈਠੇ ਨੇ, ਨੌਜਵਾਨ ਭਾਰਤ ਸਭਾ ਵਾਲੇ ਨੇ, ਪੰਜਾਬ ਸਟੂਡੈਂਟ ਯੂਨੀਅਨ ਵਾਲੇ ਨੇ, ਔਰ ਕਿਸਾਨ ਜਥੇਬੰਦੀਆਂ 'ਚ ਵੀ ਸਾਡੇ ਕੋਲ ਅਵਤਾਰ ਮਹਿਮਾ ਨੇ, ਰਜਿੰਦਰ ਸਿੰਘ ਨੇ, ਹੋਰ ਬਹੁਤ ਸਾਰੇ ਸਾਡੇ ਨੌਜਵਾਨ ਨੇ, ਮੰਗਾ ਆਜ਼ਾਦ ਨੇ, ਮੁਕੇਸ਼ ਮਲੌਦ ਨੇ। ਇਹਨਾਂ ਦੀਆਂ ਗੱਲਾਂ ਸੁਣੋ, ਸੇਧ ਲਓ। ਸਿੱਖ ਪ੍ਰਚਾਰਕਾਂ ਦੇ ਵਿੱਚੋਂ ਵੀ ਜਿਹੜੇ ਹਰਜਿੰਦਰ ਸਿੰਘ ਮਾਝੀ ਨੌਜਵਾਨ ਨੇ ਹਨਾ, ਉਹ ਉਸ ਤੋਂ ਬਾਅਦ ਭਾਈ ਢੰਡਰੀਆਂ ਵਾਲਿਆਂ ਦੀ ਜਿਹੜੀ ਸਟੇਟਮੈਂਟ ਹੈ ਉਹ ਵੀ ਆਪਣੇ ਆਪ ਦੇ ਵਿੱਚ ਬਾਕਮਾਲ ਹੈ। ਸੋ ਹਰ ਇੱਕ ਤਰੀਕੇ ਦੇ ਉੱਥੇ ਨੌਜਵਾਨ ਸ਼ਾਮਲ ਨੇ। ਬਿਲਕੁਲ ਜੀ, ਔਰ ਇਜਾਜ਼ਤ ਲਈਏ, ਅਗਲੇ ਸੋਮਵਾਰ ਦੁਬਾਰਾ ਮਿਲਾਂਗੇ। ਅਲਵਿਦਾ। ਸਲਾਮਤ ਜੀ। ਦਿਲੀਏ ਨੀ ਹੁਣ ਤੂੰ ਬਚਣੇ ਦੀ ਸੋਚ, ਡਾਕੂ ਦਿਲੀਏ ਨੀ ਹੁਣ ਤੂੰ ਬਚਣੇ ਦੀ ਸੋਚ, ਜਾਗੇ 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 ਨੀ ਸਾਡੇ ਪਿੰਡਾਂ ਦੇ ਲੋਕ, ਜਾਗੇ 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 ਨੀ ਸਾਡੇ ਪਿੰਡਾਂ ਦੇ ਲੋਕ, ਡਾਕੂ ਦਿਲੀਏ ਮਿੱਧੀਆਂ ਆਸਾਂ ਨੀ ਤੇਰੇ ਬੇਦਰਦੀ ਪੈਰਾਂ, ਮਿੱਧੀਆਂ ਆਸਾਂ ਨੀ ਤੇਰੇ ਬੇਦਰਦੀ ਪੈਰਾਂ, ਕਰੀਆਂ ਚੋਰੀ ਤੂੰ ਸਾਡੇ ਸਤਲੁਜ ਦੀਆਂ ਲਹਿਰਾਂ।